ਅੱਜ ਦਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਹੀ ਐਜੀਟੇਸ਼ਨ ਆ, ਜਿਵੇਂ ਸਾਥੀ ਸੁਖਵਿੰਦਰ ਨੇ ਕਿਹਾ, ਲੋਕ ਰੋਹ ਆ ਇੱਕ ਕਿ ਇਸ ਦੌਰ ਤੇ ਗੱਲ ਹੋਈ ਆ। ਬਹੁਤ ਸਾਰੀਆਂ ਗੱਲਾਂ ਸਪਸ਼ਟ ਵੀ ਹੋਈਆਂ। ਮੇਰੇ ਕੁਝ ਸਵਾਲ ਨੇ, ਮਤਲਬ ਮੈਂ ਉਮੀਦ ਨਹੀਂ ਕਰੂੰਗਾ ਵੀ ਮਤਲਬ ਮੇਰੇ ਆਪਦੇ ਸਵਾਲ ਨੇ ਵੀ ਸਾਰਾ ਹੱਲ ਹੀ ਹੋਵੇ ਇੱਥੋਂ, ਮਤਲਬ ਕਿ ਸਾਥੀਆਂ ਦੀ ਇਹਦੇ ਤੇ ਪਕੜ ਆ। ਜਿਵੇਂ ਕਹਿ ਗਏ, ਅਸੀਂ ਥੋੜ੍ਹਾ ਜਿਹਾ ਭਵਿੱਖ ਵੀ ਦੱਸ ਦਿੰਦੇ ਹਾਂ। ਮੇਰੇ ਕੁਛ ਇਸ ਤਰ੍ਹਾਂ ਦੇ ਸਵਾਲ ਨੇ ਵੀ ਲਹਿਰ ਆ, ਜਿਵੇਂ ਪਿਛਲਾ 25 ਸਤੰਬਰ ਦਾ ਜਿਹੜਾ ਬੰਦ ਹੋਇਆ, ਬਿਨਾਂ ਸ਼ੱਕ ਇਹਦੇ ਵਿੱਚ ਲੋਕਾਂ ਨੇ ਆਪ ਮੁਹਾਰੇ ਤੌਰ ਦੇ ਉੱਤੇ ਇਹਦੇ ਵਿੱਚ ਸ਼ਾਮਲ ਹੋਏ ਨੇ, ਔਰ ਵੱਡੀ ਗਿਣਤੀ 'ਚ ਜਿਵੇਂ 25 ਸਤੰਬਰ ਨੂੰ ਵੱਖ-ਵੱਖ ਜਥੇਬੰਦੀਆਂ ਨੇ ਸੱਦਾ ਦਿੱਤਾ ਸੀ। ਮੈਂ ਬਿਜਲੀ ਬੋਰਡ 'ਚ ਕੰਮ ਕਰਦਾ, ਸਾਡੀ ਜਥੇਬੰਦੀ ਦਾ ਵੀ ਸੱਦਾ ਸੀ ਵੀ ਉਹਦੇ ਅਰਥੀਆਂ ਸਾਰਣੀਆਂ ਕੇਂਦਰ ਸਰਕਾਰ ਦੀਆਂ। ਮੈਂ ਸਵੇਰੇ ਜੋ ਤਿਆਰ ਹੋ ਕੇ ਘਰੋਂ ਚੱਲਿਆ ਦਫ਼ਤਰ ਵੱਲ ਨੂੰ, ਤਾਂ ਸਾਡੇ ਪੱਖੋਵਾਲ ਬਾਜ਼ਾਰ ਬਿਨਾਂ ਕਿਸੇ ਕਹਿਣ ਦੇ ਬੰਦ ਸੀ ਪੂਰਾ, ਔਰ ਜੋਧਾ ਮਾਰਕੀਟ ਦੇ ਵਿੱਚ ਵੀ ਹਲੇ ਉੱਥੇ ਕੋਈ ਜਾਂ ਕੁਝ ਕਿਸਾਨਾਂ ਵੱਲੋਂ ਜਿਹੜੇ ਪ੍ਰੋਗਰਾਮ ਹੋਣੇ ਸੀ ਉਹਦੀ ਹਜੇ ਕੋਈ ਉੱਗ ਸੁੱਗ ਨਹੀਂ ਸੀ, ਪਰ ਬਾਜ਼ਾਰ ਬੰਦ ਸੀ। 9 ਵਜੇ ਦੇ ਕਰੀਬ ਨਹੀਂ ਦੁਕਾਨਾਂ ਪੂਰੀ ਗਹਿਮਾ ਗਹਿਮੀ ਹੋ ਜਾਂਦੀ ਆ। ਮਤਲਬ ਇਸ ਤਰ੍ਹਾਂ ਦੇ ਹਾਲਾਤ ਜਦੋਂ ਹੋਏ ਨੇ, ਤੇ ਇਹਦੇ ਵਿੱਚ ਜਿਵੇਂ ਆਪਾਂ ਸਾਰੇ ਤਾਂ ਕਿਸਾਨ ਹੈ ਨਹੀਂ ਸੀ ਉਹ 'ਚ ਸ਼ਾਮਲ ਹੋਏ ਆ, ਔਰ ਸ਼ੁਰੂ ਤੋਂ ਲੱਗਦਾ ਸੀਗਾ ਜਿਵੇਂ ਬਹੁਤ ਸਾਰਾ ਅੱਜ ਰੌਲਾ ਵੀ ਪੈਂਦਾ ਕੌਮੀ ਮਸਲੇ ਦੇ ਉੱਤੇ ਵੀ ਇੱਕ ਬਹਿਸ ਚੱਲ ਰਹੀ ਹੈ ਜਥੇਬੰਦੀਆਂ ਦੇ ਵਿੱਚ ਵੀ ਇਹ ਕੌਮੀ ਮਸਲਾ ਹੈਗਾ ਕਿ ਨਹੀਂ ਹੈਗਾ। ਉਹ ਚੀਜ਼ਾਂ ਅਚੇਤ ਰੂਪ 'ਚ ਕਈ ਵਾਰੀ ਖਟਕਦੀਆਂ ਵੀ ਹੁੰਦੀਆਂ। ਜਾਂ ਪਾਣੀ ਵਾਲੇ ਦੇ ਮਸਲੇ 'ਤੇ ਗੱਲ ਹੋਈ ਆ, ਪਿਛਲੇ ਦਿਨ ਜਾਈ ਆ, ਮੈਂ ਮਸਲੇ ਨਾਲ ਜੋੜ ਕੇ ਥੋੜ੍ਹਾ ਅਲੱਗ ਤੋਂ ਨਹੀਂ, ਮੈਂ ਇਸੇ ਮਸਲੇ 'ਤੇ ਆਉਣਾ। ਮਤਲਬ ਇਹਦੇ ਦੌਰਾਨ ਜਿਵੇਂ ਅੱਜ ਪੂਰਾ ਇੱਕ ਕਿਸਾਨੀ ਉੱਠ ਕੇ ਸੜਕਾਂ 'ਤੇ ਉਤਰੀ ਹੋਈ ਆ, ਮੁੱਖ ਰੂਪ 'ਚ ਅੱਜ ਉਹੀ ਬੈਠੇ ਨੇ ਸੜਕਾਂ 'ਤੇ। 25 ਸਤੰਬਰ ਸਾਰਿਆਂ ਲੋਕਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ, ਕਿ ਜਿਵੇਂ ਉਹ MSP ਵਾਲੀ ਮੰਗਤੇ ਨੇ ਵੀ MSP ਵਾਲੀ ਕੀ ਸੰਭਾਵਨਾ ਇਹੋ ਜਿਹੀ ਲੱਗਦੀ ਆ ਵੀ ਸਰਕਾਰ MSP ਵਾਲੀ ਇਹਨਾਂ ਨੂੰ ਗਰੰਟੀ ਦੇ ਦਊਗੀ, ਜਿਸ ਤਰ੍ਹਾਂ ਦੀ ਅੱਜ ਇਹਨਾਂ ਦੇ ਉੱਤੇ ਆਰਥਿਕ ਜਿਹੜੇ ਪੂਰੀਆਂ ਨੀਤੀਆਂ ਦਾ ਜਿਹੜਾ ਦਬਾਅ ਉਹਦੇ ਦੌਰਾਨ। ਇੱਕ ਤਾਂ ਇਹ ਸਵਾਲ ਆ ਮੇਰਾ ਵੀ ਕੀ ਭਵਿੱਖ ਦੇ ਵਿੱਚ ਕੀ ਇਹਨਾਂ ਨੂੰ ਸ਼ਾਂਤ ਕਰਨ ਲਈ ਹੋ ਸਕਦਾ। ਦੂਜਾ, ਜਿਵੇਂ ਖਦਸ਼ੇ ਅੱਜ ਕਾਫੀ ਵੱਡੇ ਰੂਪ ਦੇ ਵਿੱਚ ਇਹ ਆ ਰਹੇ ਨੇ ਸਾਹਮਣੇ, ਵੀ ਜਿਵੇਂ ਅੱਜ ਦਾ ਕਸ਼ਮੀਰ ਆ ਤੇ ਭਵਿੱਖ ਦੇ ਵਿੱਚ ਜਾਂ ਪਾਸਟ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਹ ਚੀਜ਼ਾਂ ਰਹੀਆਂ। 14 ਸਾਲ ਇੱਕ ਦੌਰ ਰਿਹਾ, ਅਸੀਂ ਉਹ ਦੌਰ ਦੇਖਿਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਵੀ ਸਾਡੇ ਘਰ ਦੇ ਇਹ ਕਹਿ ਕੇ ਤੋਰ ਦਿੰਦੇ ਸੀ ਘਰੋਂ ਵੀ ਯਾਰ ਤੂੰ ਪੁੱਤਰਾ ਪੱਗ ਬੰਨ੍ਹ ਜਾ ਥੋੜ੍ਹੀ ਜਿਹੀ ਪੀਲੀ ਜੀ, ਵੀ ਸ਼ਾਇਦ ਤੇਰੇ ਜੋ ਬੱਸਾਂ 'ਚ ਲਾਲਾ ਮਾਰੀ ਜਾਂਦੇ ਨੇ। ਉਦੋਂ ਪੱਗ ਜਿਹੜੀ ਪੀਲੀ ਬੰਨ੍ਹ ਕੇ ਘਰਾਂ ਤੋਂ ਜਾਂਦੇ ਸੀਗੇ, ਉਹਨਾਂ ਨੂੰ ਇਹ ਡਰ ਹੁੰਦਾ ਸੀ ਜੇ ਪੁਲਿਸ ਵਾਲੇ ਨੇ ਅੱਖ ਮਿਲਾ ਲਈ ਉਹਨਾਂ ਨੇ ਕਹਿੰਦਾ ਥੱਲੇ ਉਤਰਿਆ। ਖੜੇ ਹੁੰਦੇ ਸੀ ਉੱਥੇ ਚੌਂਕਾਂ 'ਚ, ਆਵਾਜ਼ ਆ ਬਈ, ਚੱਕ ਕੇ ਬਿਠਾ ਕੇ ਜਿਪਸੀ 'ਚ ਲੈ ਜਾਂਦੇ ਹੀ, ਪਤਾ ਨਹੀਂ ਸੀ ਲੱਗਦਾ। ਇਹੋ ਜਿਹਾ ਤੇ ਸਾਡੇ ਨਾਲ ਜਿਹੜੇ ਮੇਰੇ ਨਾਲ ਪੜ੍ਹਦੇ ਜਮਾਤੀ ਸੀ, ਬਹੁਤ ਸਾਰਾ ਅਸੀਂ ਆਲੇ ਦੁਆਲੇ ਵਾਪਰਦਾ ਦੇਖਿਆ। ਕਿ ਜਿਹੜਾ ਉਹ ਪੰਜਾਬ ਨੇ ਉਹ 14 ਸਾਲ ਦਾ ਦੌਰ ਹੰਢਾਇਆ, ਇੱਕ ਤਾਂ ਇਹ ਅੱਜ ਕਸ਼ਮੀਰ 'ਚ ਹੋ ਰਿਹਾ, ਕਿ ਇਹ ਖਦਸ਼ੇ ਵੀ ਨੇ ਵੀ ਸਰਕਾਰ ਹੋ ਸਕਦਾ ਜਿਵੇਂ ਅੱਜ ਇੱਥੇ ਇੱਕ ਖਾਲਿਸਤਾਨੀ ਝੰਡੇ ਲਹਿਰਾਉਣ ਦੀ ਸੱਦਾ ਦਿੰਦਾ ਬੈਠਾ ਕਿ ਵਿਦੇਸ਼ ਦੇ ਵਿੱਚੋਂ ਖਾਲਿਸਤਾਨੀ ਵੀ ਇੱਥੇ ਝੰਡੇ ਲਾਓ, ਵੀ ਕੀ ਏਜੰਸੀਆਂ ਦੇ ਰਾਹੀਂ ਕੋਈ ਇਹੋ ਜਿਹਾ ਮਾਹੌਲ ਤਾਂ ਨਹੀਂ ਭਵਿੱਖ ਦੇ ਜਦੋਂ ਦਾ ਵੀ ਪੰਜਾਬ ਨੂੰ ਉਸ ਦੌਰ ਵੱਲ ਵੀ ਧੱਕਿਆ ਜਾ ਸਕਦਾ। ਇਹ ਖਦਸ਼ੇ ਨੇ ਜਿਹੜੇ ਕੀ ਇੱਧਰ ਨੂੰ, ਕਿਉਂਕਿ ਜੇ ਇਹਨਾਂ ਖਦਸ਼ਿਆਂ ਨੂੰ ਅਸੀਂ ਸੰਬੋਧਨ ਹੋਵਾਂਗੇ ਤਾਂ ਹੀ ਅੱਜ ਦੀ ਜਿਹੜੀ ਰਣਨੀਤੀ ਹੈ ਸਾਡੀ ਇਹਨਾਂ ਲੜਾਈਆਂ ਲੜਨ ਦੀ, ਇਹਨਾਂ ਖਦਸ਼ੇ ਸਾਡੇ ਕਿਸ ਤਰ੍ਹਾਂ ਕਿੱਧਰ ਨੂੰ ਜਾ ਸਕਦੀ ਆ, ਤਾਂ ਅਸੀਂ ਸਹੀ ਫੈਸਲਾ ਲੈ ਸਕਾਂਗੇ। ਮੇਰੇ ਆ 2-3 ਸਵਾਲ ਸੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਥੀ ਸੁਖਵਿੰਦਰ ਨੇ ਜੋ ਬੋਲਿਆ, ਮੈਨੂੰ ਉਹ ਕਲੀਅਰ ਕੱਟ ਨਹੀਂ ਮਤਲਬ ਵੀ ਮਹਿਸੂਸ ਹੋਇਆ। ਮੈਨੂੰ ਇੰਝ ਲੱਗਿਆ ਵੀ ਜਿਵੇਂ ਫਿਲਮ ਦੇ ਵਿੱਚ ਆਮ ਤੌਰ ਤੇ ਅਪਰਾਧਕ ਫਿਲਮ ਦੇ ਵਿੱਚ ਜੋ ਉਹ ਸਾਰਾ ਕੁਝ ਚੱਲਦਾ ਉਹਦੇ ਮੁਤਾਬਕ ਫਿਰ ਅਖੀਰ ਤੇ ਉਹ ਕਾਨੂੰਨ ਦੇ ਹੱਥ ਜਿਹੜੇ ਵੱਡੇ ਦਿਖਾ ਕੇ ਉਹਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਹੁੰਦੀ, ਉਸ ਕਿਸਮ ਦੀ ਮੈਨੂੰ ਗੱਲ ਲੱਗੀ। ਜਿਵੇਂ ਸਾਰੇ ਗੱਲ ਦੇ ਵਿੱਚ ਸ਼ੁਰੂ 'ਚ ਜਿਵੇਂ ਇਸ ਐਜੀਟੇਸ਼ਨ ਨੂੰ ਦੇ ਸੰਬੰਧ ਵਿੱਚ ਵੀ ਇਹਨੂੰ ਜਿਹੜਾ ਮਜ਼ਦੂਰ ਹੈ ਉਹ ਇਹਦੀ ਹਮਾਇਤ ਕਿਵੇਂ ਕਰ ਸਕਦਾ, ਵੱਖ-ਵੱਖ ਜਮਾਤਾਂ ਦੇ ਵੱਖ-ਵੱਖ ਪੈਂਤੜੇ ਹੋਣ ਕਰਕੇ, ਤੇ ਅਖੀਰ ਤੇ ਆ ਕੇ ਇਹਦਾ ਵਿਰੋਧ ਕਰਨ ਦੀ ਜਿਹੜੀ ਗੱਲ ਕੀਤੀ ਹੈ, ਇਹ ਮੈਨੂੰ ਉਹ ਫਿਲਮ ਨੂੰ ਲੱਗਿਆ। ਚਲੋ ਖੈਰ, ਵੀ
ਮੰਨ ਲਓ ਵੀ ਆਪਾਂ ਇਸ ਗੱਲ ਤੇ ਵੀ ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ ਇਹ ਧਨਾੜ ਕਿਸਾਨਾਂ ਦੀ ਚੱਲ ਰਹੀ ਹੈ ਜਾਂ ਉਹ ਕਿਸਾਨਾਂ ਦੇ ਪੱਖ 'ਚ ਮਜ਼ਦੂਰਾਂ ਦੇ ਖਿਲਾਫ ਹੈ। ਇਹ ਤਾਂ ਠੀਕ ਹੈ ਵੀ ਜੇ ਕਿਸੇ ਚੀਜ਼ ਦਾ ਰੇਟ ਵੱਧਦਾ ਹੈ ਤੇ ਜਿੰਨੇ ਗਰੀਬ ਨੇ ਲੈਣਾ ਹੈ ਉਹਨੂੰ ਵੱਧ ਪੈਸੇ ਭਰਨੇ ਪੈਣਗੇ ਤੇ ਉਹਦਾ ਨੁਕਸਾਨ ਹੋਏਗਾ। ਹੁਣ ਸਵਾਲ ਤਾਂ ਹੈ, ਇੱਕ ਜਿਹੜਾ ਸਾਥੀ ਨੇ ਉਹ ਕਿਹਾ ਸੀ ਵੀ ਜਿਹੜਾ ਮੰਡੀ ਦੇ ਵਿੱਚ ਚੀਜ਼ ਵੇਚੀ ਜਾਂਦੀ ਹੈ ਤੇ ਉਹ ਉਹਦਾ ਮੁਨਾਫਾ ਲੈ ਕੇ ਹੀ ਵੇਚੀ ਜਾਂਦੀ ਹੈ। ਮੇਰਾ ਖਿਆਲ ਹੈ ਵੀ ਇਹ ਸ਼ਾਇਦ ਬਹੁਤ ਪੁਰਾਣੀ ਗੱਲ ਹੈ। ਜੋ ਅੱਜ ਦੀਆਂ ਹਾਲਤਾਂ ਨੇ, ਅੱਜ ਦੀਆਂ ਹਾਲਤਾਂ ਦੇ ਵਿੱਚ ਇਹ ਗੱਲ ਮੈਨੂੰ ਲੱਗਦੀ ਨਹੀਂ। ਅੱਛਾ, ਇਹਦੇ ਵਿੱਚ ਇਹ ਆ ਵੀ ਹੁਣ ਮੰਨ ਲਓ ਜੀ ਉਹ ਮੰਡੀ ਖਤਮ ਕਰ ਦਿੰਦੇ ਨੇ, ਮੰਡੀ ਖਤਮ ਕਰਤੀ, ਜਿਸ ਪਾਸੇ ਨੂੰ ਵੱਧ ਰਹੇ ਨੇ, ਸਰਕਾਰ ਵੱਧ ਰਹੀ, ਸਰਕਾਰ ਵੱਧ ਤਾਂ ਇਸ ਪੱਖ ਤੋਂ ਰਹੀ ਹੈ ਵੀ ਇਹ ਅੱਜ ਤਾਂ ਜਿਨਸਾਂ ਜਿਹੜੀਆਂ ਨੇ ਉਹ ਕਾਰਪੋਰੇਟ ਖਰੀਦਣ, ਸਰਕਾਰ ਆਪਦਾ ਹੱਥ ਪਿੱਛੇ ਖਿੱਚ ਰਹੀ ਹੈ। ਔਰ ਵਾਧੂ ਇਸ ਪਾਸੇ ਰਹੀ ਹੈ ਵੀ ਜਿਹੜੇ ਅੱਜ ਜ਼ਮੀਨ ਦਾ 40,000 ਜਾਂ 50,000 ਰੁਪਇਆ ਕਿੱਲੇ ਦਾ ਠੇਕਾ ਹੈ, ਉਹਨੂੰ ਲੱਖ ਰੁਪਇਆ ਕਿੱਲੇ ਦਾ ਵੀ ਠੇਕਾ ਦੇ ਦੇਣ। ਜਦੋਂ ਆਮ ਗਰੀਬਾਂ ਨੂੰ ਕਹਿ ਦਿੱਤਾ, ਗਰੀਬ ਕਿਸਾਨਾਂ ਨੂੰ ਕਹਿ ਦਿੱਤਾ ਵੀ ਤੁਹਾਨੂੰ ਲੱਖ ਰੁਪਇਆ ਕਿੱਲੇ ਦਾ ਠੇਕਾ ਅਸੀਂ ਦਿੰਦੇ ਹਾਂ, ਗੱਲ ਕਰੋ, ਤੇ ਅਗਲਾ ਕਹਿਣਾ ਵੀ ਸਾਨੂੰ ਤਾਂ ਇਹਦੇ ਚੋਂ ਬਾਜੀ ਕੁਛ ਨਹੀਂ ਰਿਹਾ, ਤੇ ਲੱਖ ਰੁਪਏ ਕਿੱਲੇ ਦਾ ਠੇਕਾ ਲੈ ਕੇ ਆ ਚੁੱਕੋ, ਆਪਦੀ ਚੁੱਕੋ ਜ਼ਮੀਨ 99 ਸਾਲਾਂ ਵਾਸਤੇ। ਅੱਛਾ, ਜਦੋਂ ਕਾਰਪੋਰੇਟ ਖੇਤੀ ਤੇ ਕਬਜ਼ਾ ਕਰ ਲੈਣਗੇ ਉਹਨਾਂ ਨੂੰ ਤਾਂ ਰੇਟ ਵਧਾਉਣ ਦੀ ਉਹ ਤਾਂ ਕੋਈ ਹੜਤਾਲ ਨਹੀਂ ਕਰਨਗੇ, ਉਹ ਤਾਂ ਕੋਈ ਮੁਜ਼ਾਹਰੇ ਨਹੀਂ ਕਰਨਗੇ, ਉਹ ਤਾਂ ਆਪਦੇ ਰੇਟ ਤੈਅ ਕਰਨਗੇ ਵੀ ਹੁਣ ਜੀ ਕਣਕ 500 ਰੁਪਏ ਕਿਲੋ ਲੈਣੀ ਜੇ, ਲੈਣੀ ਪਏਗੀ, ਕਿਉਂਕਿ ਜੇ ਜਿੰਦਾ ਰਹਿਣਾ ਹੈ ਤੇ ਰੋਟੀ ਤਾਂ ਖਾਣੀ ਪੈਣੀ। ਵੀ ਅੱਜ ਜਿਹੜਾ ਕਿਸਾਨ ਜਿਹੜਾ ਕਿੱਲੇ 2 ਕਿੱਲੇ ਦਾ ਮਾਲਕ ਹੈ ਉਹ ਤਾਂ ਪਹਿਲਾਂ ਹੀ ਕਰਜ਼ਾਈ ਹੈ, ਉਹ ਤਾਂ ਫਟਾਫਟ ਮਤਲਬ ਮੰਡੀ 'ਚ ਲਿਆ ਕੇ ਵੇਚਣ ਦੀ ਕੋਸ਼ਿਸ਼ ਕਰਦਾ, ਭਾਵੇਂ ਉਹਨੂੰ ਅੱਧੇ ਰੇਟ ਤੇ ਵੀ ਵੇਚਣੀ ਪਵੇ ਉਹ ਵੇਚ ਕੇ ਚਲੇ ਜਾਂਦਾ। ਤੇ ਜਿਹੜਾ ਜੇ ਮੰਨ ਲਓ ਅਡਾਨੀ ਅੰਬਾਨੀ ਹੁਣਾਂ ਦੀ ਜਦੋਂ ਖੇਤੀ ਕਰਨ ਲੱਗ ਪਏ ਉਹ ਤਾਂ ਇਸ ਤਰ੍ਹਾਂ ਨਹੀਂ ਵੇਚਣਗੇ। ਇਹਦੇ ਸੰਬੰਧ ਵਿੱਚ ਮੈਂ ਸਮਝਣਾ ਵੀ ਸਾਥੀ ਨੂੰ ਕੁਛ ਗੱਲ ਕਲੀਅਰ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਵਾਧੂ ਇਸ ਪਾਸੇ ਨੂੰ ਰਹੇ ਨੇ ਤੇ ਇਹ ਅਖੀਰ ਤੇ ਆ ਕੇ ਬੇਸ਼ੱਕ ਸਾਥੀ ਨੇ ਕਿਹਾ ਵੀ ਸਾਨੂੰ ਇਹਦਾ ਵਿਰੋਧ ਕਰਨਾ ਬਣਦਾ ਹੈ, ਇਹ ਉਹ ਫਿਲਮ ਵਾਂਗੂ ਲੱਗਿਆ ਮੈਨੂੰ। ਬਾਕੀ ਇਸ ਸੈਮੀਨਾਰ 'ਚ ਸ਼ਾਮਲ ਸਾਥੀਓ, ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਇਹਨਾਂ ਦੀਆਂ ਚੰਗੀਆਂ ਲੱਗੀਆਂ ਸੁਖਵਿੰਦਰ ਦੀਆਂ, ਤੇ ਉਹ ਆਪ ਵੀ ਕਿਤੇ ਕਿਤੇ ਖਦਸ਼ਾ ਜਿਹਾ ਐਂ ਜ਼ਾਹਰ ਕਰਦੇ ਸੀ ਵੀ ਤੁਸੀਂ ਕਹੋਗੇ ਵੀ ਪਹਿਲਾਂ ਤਾਂ ਇਹੋ ਜਿਹੀਆਂ ਗੱਲਾਂ ਨਹੀਂ ਸੀ ਕਰਦੇ, ਆਹ ਵਿੱਚ ਦੀ ਕਿੱਥੋਂ ਅਦਲਾ ਬਦਲਾ ਜਾ ਆ ਗਿਆ। ਤੇ ਖੈਰ ਇਹ ਚੰਗੀ ਗੱਲ ਹੁੰਦੀ ਹੈ ਕਿਸੇ ਵੀ ਸਮੇਂ। ਜਦੋਂ ਪੁਰਾਣਾ ਇਤਿਹਾਸ ਸਾਰਾ ਦੇਖਦੇ ਹਾਂ ਤਾਂ ਕਿਸੇ ਮੌਕੇ ਕੋਈ ਤੁਹਾਡਾ ਕੀ ਦਾਅ ਪੇਚ ਹੈ, ਕਿਸੇ ਵੇਲੇ ਕੀ ਰਣਨੀਤੀ ਹੈ, ਕਿਸ ਤਰ੍ਹਾਂ ਦੀ ਹੈ, ਕੋਈ ਜ਼ਰੂਰੀ ਨਹੀਂ ਹੈ ਵੀ ਸਮਾਜ ਉਸੇ ਤਰਜ਼ ਤੇ ਚੱਲਦਾ ਰਹਿੰਦਾ ਤੇ ਤੁਹਾਡੇ ਉਹ ਨੀਤੀ ਨਿਰਣੇ ਉਵੇਂ ਹੀ ਬਣੇ ਰਹਿੰਦੇ ਨੇ। ਤੇ ਜੇ ਚੰਗੀ ਗੱਲ ਹੈ ਜੇ ਕੋਈ ਸੋਚ ਕੇ ਕੋਈ ਵੀ ਅਸੀਂ ਉਹਦੇ 'ਚ ਅਦਲ ਬਦਲ ਕਰ ਲੈਂਦੇ ਹਾਂ ਤੇ ਸਮੇਂ ਦੀਆਂ ਹਾਲਤਾਂ ਦੇ ਮੁਤਾਬਕ ਉਹਦੇ ਸਿੱਟੇ ਚੰਗੇ ਕੱਢ ਲੈਂਦੇ ਹਾਂ, ਤੇ ਇਹ ਕੋਈ ਮਾੜੀ ਗੱਲ ਨਹੀਂ। ਕੁਝ ਗੱਲਾਂ ਸਵਾਲ ਦੇ ਰੂਪ 'ਚ ਵੀ ਨੇ ਤੇ ਕੁਝ ਸਵਾਲ ਕਰਦਿਆਂ ਨਾਲ ਹੋਰ ਵੀ ਆ ਜਾਂਦੀਆਂ ਨੇ। ਸਵਾਲ ਇੱਕ ਤਾਂ ਪਹਿਲਾਂ ਹੀ ਜਦੋਂ ਉਹਨਾਂ ਨੇ ਵਿਆਖਿਆ ਕੀਤੀ ਹੈ ਇਸ ਗੱਲ ਦੀ ਵੀ ਇਹ ਮਸਲਾ ਕਿਹਦਾ ਹੈ, ਉੱਥੇ ਥੋੜ੍ਹਾ ਜਿਹਾ ਮੈਨੂੰ ਲੱਗਿਆ ਵੀ ਇੰਨੀ ਜੇ ਮੈਂ ਕਹਿ ਦਿਆਂ ਨਾ ਤਾਂ ਮੈਂ ਕਿਸਾਨ ਹਾਂ ਨਾ ਮਜ਼ਦੂਰ ਹਾਂ, ਮੈਂ ਮੁਲਾਜ਼ਮ ਰਿਟਾਇਰ ਹਾਂ, ਮਾੜਾ ਮੋਟਾ ਮਾਰਕਸਵਾਦ ਜਿਵੇਂ ਇਹਨਾਂ ਨੇ ਕਿਹਾ ਪੜ੍ਹਿਆ, ਤਜਰਬਾ ਹੈ, ਐਡਾ ਸਿਰ ਮੇਰਾ ਤਾਂ ਨਹੀਂ ਹੈਗਾ ਕਿ ਮੈਂ ਸਾਰੀਆਂ ਗੱਲਾਂ ਨੂੰ ਉਵੇਂ ਕਹਿ ਸਕਾਂ, ਇਹਨਾਂ ਦੀਆਂ ਗੱਲਾਂ ਨੂੰ ਸਮਝ ਸਕਾਂ, ਕਿਉਂਕਿ ਸਾਥੀ ਜ਼ਿਆਦਾ ਸਿਆਣੇ ਨੇ, ਅਸੀਂ ਟੱਬਰਦਾਰ ਲੋਕ ਦੁਨੀਆਦਾਰੀ 'ਚ ਰਹਿਣ ਕਰਕੇ ਘੱਟ ਪੜ੍ਹ ਸਕੇ ਹਾਂ।
ਪਰ ਜਿੰਨਾ ਕੁ ਹੁੰਦਾ ਕਿ ਕੁਝ ਤਜਰਬਿਆਂ ਦੇ ਵਿੱਚੋਂ ਉਮਰ ਦੇ ਲਿਹਾਜ਼ ਨਾਲ ਕੁਝ ਨਾ ਕੁਝ ਸਿੱਖਦੇ ਰਹੀਦਾ ਤੁਹਾਡੇ ਸਾਰਿਆਂ ਮਿੱਤਰਾਂ ਸੱਜਣਾ ਕੋਲੋਂ। ਤਾਂ ਮੈਂ ਨਹੀਂ ਕਹਿੰਦਾ ਕਿ ਮੈਨੂੰ ਤਸੱਲੀ ਮਿਲਦੀ ਹੈ ਕਿ ਮੈਂ ਕਹਾਂ ਵੀ ਇਹ ਮਸਲਾ ਤਾਂ ਹੈਗਾ ਕਿਸਾਨਾਂ ਦਾ ਹੀ। ਉਂਝ ਮੇਰੀ ਆਬਜ਼ਰਵੇਸ਼ਨ ਇਹ ਹੈ ਕਿ ਜੇ ਚੁੱਲ੍ਹਿਆਂ ਤੱਕ ਗੱਲ ਗਈ ਹੈ ਤਾਂ ਇਹ ਹਿਸਟਰੀ 'ਚ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਧੀਆਂ ਪੁੱਤਾਂ ਤੱਕ ਉਸ ਸ਼ਕਲ 'ਚ ਗੱਲ ਗਈ ਹੈ ਕਿ ਆਪਾਂ ਉੱਜੜ ਜਾਵਾਂਗੇ, ਸਾਡੀ ਸੰਗੀ ਨੂੰ ਹੱਥ ਪੈ ਗਿਆ। ਤੇ ਜੇ ਕਿਸਾਨੀ ਨੇ ਇਹ ਮਹਿਸੂਸ ਕੀਤਾ ਉਹਦੇ 'ਚ ਠੀਕ ਹੈ, ਵੱਡੀ ਵੀ ਹੈ ਤੇ ਛੋਟੀ ਵੀ ਹੈ। ਪਰ ਸਵਾਲ ਤਾਂ ਇਹ ਹੈ ਨਾ ਵੀ ਛੋਟੀ ਕਿਸਾਨੀ ਕਿੰਨੀ ਕੁ ਹੈ ਤੇ ਵੱਡੀ ਕਿੰਨੀ ਕੁ ਹੈ। ਵੱਡੀ ਦੇ ਕੀ ਉਹਦੇ ਇੰਟਰਸਟ ਨੇ, ਛੋਟੀ ਦੇ ਕੀ ਨੇ। ਤੇ ਜਦੋਂ ਅੰਕੜੇ ਕਹਿੰਦੇ ਨੇ ਕਿ 85% ਛੋਟੀ ਕਿਸਾਨੀ ਹੈ ਜਿਨ੍ਹਾਂ ਨੂੰ ਜ਼ਿਆਦਾ ਫਿਕਰ ਹੈ, ਆਪਣੀਆਂ ਜੋਤਾਂ ਜਿਹੜੀਆਂ ਨੇ ਥੋੜੀਆਂ ਨੇ, ਮਤਲਬ 5 ਏਕੜ ਤੋਂ ਥੱਲੇ ਨੇ, ਕਿਸੇ ਦੀ 2 ਹੈ, ਕਿਸੇ ਦੀ 3 ਹੈ, ਕਿਸੇ ਦੀ 1 ਹੈ, ਕਿਸੇ ਦੀ 3 ਵਿਗੇ ਵੀ ਹੈ, ਕਿਸੇ ਦੀ ਹੋ ਸਕਦਾ ਸਿਆੜ ਵੀ ਨਾ ਹੋਵੇ ਪਰ ਖਾਲੀ ਜੱਟ ਹੈਗਾ ਤੇ ਭਾਵੇਂ ਉਹ ਚੌਕ 'ਚ ਹੀ ਜਾਂਦਾ ਹੋਵੇ। ਤਾਂ ਇਹ ਗੱਲ ਮੈਨੂੰ ਥੋੜੀ ਜਿਹੀ ਤਾਂ ਐਂ ਲੱਗੀ ਵੀ ਭਲਾ ਇਹ ਇੰਨਾ ਕਹਿ ਕੇ ਜ਼ਰੂਰੀ ਹੈ ਵੀ ਇਹ ਮਸਲਾ ਕਿਸਾਨਾਂ ਦਾ ਤਾਂ ਨਹੀਂ ਹੈਗਾ, ਸਾਰਿਆਂ ਦਾ। ਇਹ ਥੋੜੀ ਜਿਹੀ ਮੈਨੂੰ ਐਂ ਲੱਗੀ ਵੀ ਉਂਝ ਜਦੋਂ ਅਸੀਂ ਇਹਦੀ ਵਿਆਖਿਆ ਕਰਨੀ ਹੈ, ਜਦੋਂ ਘੋਲਾਂ ਦੇ ਦੌਰਾਨ ਸਾਡੀਆਂ ਉਹਨਾਂ ਜਥੇਬੰਦੀਆਂ ਨੇ ਜਾਂ ਅਸੀਂ ਇਹ ਜ਼ਰੂਰ ਕਵਾਂਗੇ ਵੀ ਭਾਈ ਇਹਦੇ ਅਸਰ ਜਿਹੜੇ ਨੇ ਇਕੱਲੇ ਕਿਸਾਨੀ ਤੱਕ ਨਹੀਂ ਰਹਿੰਦੇ, ਇਹ ਸਾਰੇ ਸਮਾਜ ਨੂੰ ਕਲਾਵੇ 'ਚ ਲੈਂਦਾ ਹੈ। ਖਾਸ ਕਰਕੇ ਉਹਨਾਂ ਤਬਕਿਆਂ ਨੂੰ, ਉਹਨਾਂ ਵਰਗਾਂ ਨੂੰ ਜਿਨ੍ਹਾਂ ਦੀ ਜ਼ਿੰਦਗੀ ਇਹਦੇ ਤੇ ਇਹਨਾਂ ਗੱਲਾਂ ਤੇ ਬੇਸ ਕਰਨੀ ਹੈ, ਜਿਨ੍ਹਾਂ ਨੇ ਅਨਾਜ ਲੈਣਾ ਹੈ, ਜਿਨ੍ਹਾਂ ਨੇ ਸਬਜ਼ੀਆਂ ਭਾਜੀਆਂ ਲੈਣੀਆਂ ਨੇ, ਜਿਨ੍ਹਾਂ ਨੇ ਕੁਝ ਹੋਰ ਕੰਮ ਕਰਨੇ ਨੇ, ਜਿਨ੍ਹਾਂ ਨੇ ਇਹਦੇ ਨਾਲ ਸੰਬੰਧਿਤ ਕਾਰੋਬਾਰ ਕਰਨੇ ਨੇ, ਜਿਨ੍ਹਾਂ ਨੇ ਦਿਹਾੜੀ ਜੋਤਾ ਲਾਉਣਾ ਹੈ। ਤਾਂ ਇਹ ਗੱਲ ਇੰਨੀ ਕੁ ਮੈਨੂੰ ਲੱਗਦੀ ਸੀ ਵੀ ਮਸਲਾ ਤਾਂ ਹੈ ਕਿਸਾਨੀ ਦਾ ਹੀ। ਉਂਝ ਜਦੋਂ ਅਸੀਂ ਫਿਰ ਮੈਨੂੰ ਦੂਜਾ ਇਹ ਗੱਲ ਆਈ ਕਿ ਇਹ ਕਿਸ ਪੈਂਤੜੇ ਤੋਂ ਅਸੀਂ, ਜੇ ਅਸੀਂ ਕਿਸੇ ਪਾਰਟੀ ਦੇ ਤੌਰ ਤੇ ਇਹਦੀ ਵਿਆਖਿਆ ਕਰਦੇ ਹਾਂ ਫਿਰ ਠੀਕ ਹੈ ਕਿ ਪਾਰਟੀ ਦਾ ਤਾਂ ਹੈਗਾ ਕਿ ਇਹਦਾ ਸਮੂਹਕ ਰੂਪ 'ਚ ਇਹਨੂੰ ਅਸੀਂ ਇਹਨਾਂ ਮਸਲਿਆਂ ਨੂੰ, ਕਿਸੇ ਵੀ ਮਸਲੇ ਨੂੰ ਮਜ਼ਦੂਰ ਜਮਾਤ ਦੇ ਪੈਂਤੜੇ ਤੋਂ ਹੀ ਲੈਣਾ ਹੁੰਦਾ। ਪਰ ਅੱਡ ਅੱਡ ਵਰਗ ਨੇ, ਜਦੋਂ ਕਿਸਾਨੀ ਲੜਦੀ ਹੈ ਤਾਂ ਕਿਸਾਨੀ ਦੇ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇਹ ਸੋਚਣਾ ਵੀ ਇਹ ਪੈਂਤੜਾ ਜਿਹੜਾ ਹੈ ਨਿਰੋਲ ਕਿਸਾਨੀ ਦਾ ਨਾ ਰਵੇ। ਇਹਦੀ ਵਿਆਖਿਆ ਕਰਦੇ ਹੋਏ ਇਹ ਜ਼ਰੂਰ ਦੱਸਿਆ ਜਾਵੇ ਕਿ ਇਹਦੇ ਹੋਰਾਂ ਵਰਗਾਂ ਤੇ ਕਿੰਨੇ ਕੁ ਅਸਰ ਨੇ ਤੇ ਉਹਨਾਂ ਨੇ ਇਹ ਕੰਮ ਕੀਤਾ ਹੈ। ਐ ਨਹੀਂ ਵੀ ਕੀਤਾ ਨਹੀਂ, ਕਿਉਂਕਿ ਜ਼ਿਆਦਾ ਕਿਸਾਨ ਜਥੇਬੰਦੀਆਂ ਦਾ ਜ਼ੋਰ ਹੈ ਜਿਹਦੇ ਚੋਂ ਆਪਣੇ ਕੁਛ, ਚਲੋ ਬਹੁਤਾ ਹਿੱਸਾ ਪੰਜਾਬ 'ਚ ਆਪਣੇ ਜਿਹੜੇ ਠੀਕ ਦਿਸ਼ਾ ਵਾਲੇ ਲੋਕ ਨੇ ਉਹਨਾਂ ਦਾ ਹੀ ਹੈ ਤੇ ਉਹਨਾਂ ਨੇ ਇਹਦੀ ਕਾਫੀ ਵਿਆਖਿਆ ਕਰਨ ਤੇ ਜ਼ੋਰ ਵੀ ਲਾਇਆ। ਹੁਣ ਜੇ ਮਜ਼ਦੂਰ ਯੂਨੀਅਨ ਨੇ ਕਰਨੀ ਹੈ, ਖੇਤ ਮਜ਼ਦੂਰ ਜਥੇਬੰਦੀ ਨੇ ਕਰਨੀ ਹੈ, ਹਾਂ ਉਹਦਾ ਇਸ ਤੋਂ ਵੀ ਜ਼ਿਆਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਪੈਂਤੜੇ ਤੋਂ, ਆਪਣੇ ਵਰਗੀ, ਆਪਣੇ ਉਸ ਜਮਾਤ ਦੇ ਪੈਂਤੜੇ ਤੋਂ ਉਹਦੀ ਵਿਆਖਿਆ ਜ਼ਿਆਦਾ ਕਰੇ ਤੇ ਜੇ ਸ਼ਮੂਲੀਅਤ ਕਰਨੀ ਹੈ ਤੇ ਉਸ ਪੈਂਤੜੇ ਤੋਂ ਹੀ ਉਹ ਉਹਦੇ 'ਚ ਸ਼ਾਮਲ ਹੋਵੇ ਤੇ ਕਰੇ। ਤੇ ਮੈਨੂੰ ਲੱਗਦਾ ਉਹ ਕਰਦੇ ਵੀ ਨੇ, ਜਿੰਨਾ ਕੁ ਮੈਂ ਵਿਚਰਿਆ ਜਾਂ ਜਿੰਨਾ ਕੁ ਮੈਂ ਉਹਨਾਂ 'ਚ ਸ਼ਾਮਲ ਹੋਇਆ। ਇੱਕ ਗੱਲ ਜਿਹੜੀ ਆਉਂਦੀ ਹੈ ਉਹਨੂੰ ਮੈਂ ਥੋੜ੍ਹੇ ਸ਼ਬਦਾਂ 'ਚ ਹੁਣ ਇਸ ਸੈਮੀਨਾਰ 'ਚ ਤਾਂ ਹੱਲ ਨਹੀਂ ਕਰ ਸਕਦਾ ਕਿਉਂਕਿ ਉਹ ਸਮਝ ਦਾ ਫਰਕ ਹੈ, ਪਰ ਉਂਝ ਉਹਦੇ 'ਚ ਸਵਾਲ ਜ਼ਰੂਰ ਉੱਠਦਾ ਹੈ ਕਿ ਜੇ ਭਲਾ ਨਿਰੋਲ ਇੱਥੋਂ ਦੀ ਹੀ ਵੱਡੀ ਸਰਮਾਏਦਾਰੀ ਦਾ ਕੰਮ ਹੋਵੇ, ਓਵਰਆਲ ਜਦੋਂ ਹੋਰ ਗੱਲਾਂ ਵੀ ਚੱਲਦੀਆਂ ਨੇ, ਇਹ ਮੋਦੀ ਕਮਲਿਆਂ ਵਾਂਗੂ ਸਾਰੇ ਮੁਲਕਾਂ 'ਚ ਕਿਉਂ ਘੁੰਮਦਾ ਫਿਰਦਾ? ਜਾਂ ਇਹ ਤੋਂ ਪਹਿਲਾਂ ਜਿਹੜੇ ਸੀ ਉਹ ਸਾਰੇ ਜਾ ਕੇ ਅਮਰੀਕਾ ਜਾਂ ਇੰਗਲੈਂਡ ਜਾਂ ਫਰਾਂਸ ਜਾਂ ਉੱਥੇ ਜਾ ਕੇ ਕਿਉਂ ਡੇਰੇ ਲਾਉਂਦੇ ਨੇ, ਜੇ ਇੱਥੇ ਹੀ ਉਹਨਾਂ ਦਾ ਸਰਦਾ ਹੋਵੇ ਵੱਡੀ ਸਰਮਾਏਦਾਰੀ ਦਾ? ਵੀ ਅਸਲ 'ਚ ਉਹ ਜਿਹੜੀ ਉਸ ਤੋਂ ਵੀ ਉੱਤੇ ਇੱਕ ਸਲਤਨਤ ਹੈ, ਉਸ ਨੂੰ ਕਿਤੇ ਕਿਤੇ ਘਟਾ ਕੇ ਵੀ ਦੇਖਿਆ ਜਾਂਦਾ। ਤੇ ਉਹ ਜਿਹੜੀਆਂ 90-91 ਤੋਂ ਉਸ ਤੋਂ ਪਹਿਲਾਂ ਤੋਂ ਹੀ ਉਹ ਨੀਤੀਆਂ ਲਾਗੂ ਨੇ ਸਾਮਰਾਜ ਪੱਖੀ, ਪਰ 90-91 ਤੋਂ ਜਿੰਨਾ ਉਹਨਾਂ ਨੇ ਐਕਸੀਲੇਟਰ ਦੱਬਿਆ ਤੇ ਉਸ ਨੂੰ ਵੀ ਇਹਦੇ 'ਚ ਇਸ ਜ਼ਿਕਰ 'ਚ ਜਾਂ ਇਸ ਸਾਰੇ ਐਨਾਲਿਸਿਸ ਦੇ ਵਿੱਚ ਲਿਆ ਨਹੀਂ ਜਾਂਦਾ ਜਦੋਂ ਕਿ ਉਹ ਲੈਣਾ ਚਾਹੀਦਾ, ਕਿਉਂਕਿ ਉਹ ਨੀਤੀਆਂ ਨੇ, ਉਹ ਡੰਕਲ ਤਜਵੀਜ਼ਾਂ ਨੇ, ਗੈਰ ਸਮਝੌਤੇ ਨੇ, ਵਰਲਡ ਦੇ ਬੈਂਕ ਦੇ ਹੈਗੀਆਂ ਨੇ, IMF ਦੀਆਂ ਕੁਛ ਮਤਲਬ ਵਰਲਡ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਦੀਆਂ ਕੁਛ ਟਰਮਜ਼ ਤੈਅ ਹੁੰਦੀਆਂ ਨੇ
ਤੇ ਕਈ ਵਾਰੀ ਤਾਂ ਐਂ ਲੱਗਦਾ ਹੁੰਦਾ ਹੈ ਕਿ ਜਿਹੋ ਜਿਹੇ ਸਾਡੇ ਇੱਥੇ ਪਾਰਲੀਮੈਂਟ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਬਣਦੇ ਨੇ, ਫਾਈਨਾਂਸ ਮਿਨਿਸਟਰ ਬਣਦੇ ਨੇ, ਹੋਰ ਬਣਦੇ ਨੇ, ਕਈ ਵਾਰੀ ਤਾਂ ਉਹ ਬਣਦੇ ਨੇ ਜਿਨ੍ਹਾਂ ਨੇ ਵਰਲਡ ਬੈਂਕ 'ਚ ਕੰਮ ਕੀਤਾ ਹੁੰਦਾ ਹੈ, ਤੇ ਉਹ ਪਰਖੇ ਪਤਿਆਏ ਉਹਨਾਂ ਦੇ ਸੰਦ ਹੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਆਹ ਸਾਡੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਲਾਗੂ ਕਰੂਗਾ, ਤੇ ਉਹਨਾਂ ਗੱਲਾਂ ਨੂੰ ਕਾਫੀ ਯਾਨੀ ਮਾਈਨਸ ਕਰਕੇ ਦੇਖਿਆ ਜਾਂਦਾ, ਤੇ ਨਿਰੋਲ ਸਿਰਫ ਐਂ ਲੱਗਦਾ ਹੁੰਦਾ ਵੀ ਜਿਸ ਗੱਲ 'ਚ ਆਪ ਨੂੰ ਜ਼ਿਆਦਾ ਤਸੱਲੀ ਮਿਲਦੀ ਹੈ ਵੀ ਆਹੀ ਗੱਲ ਵੱਧ ਠੀਕ ਹੈ, ਵੀ ਦੂਜੀਆਂ ਗੱਲਾਂ ਨੂੰ ਇਗਨੋਰ ਮੇਰਾ ਖਿਆਲ ਕਰ ਨਹੀਂ ਸਕਦੇ। ਕਰ ਲਓਗੇ ਫਿਰ ਕੀ ਹੋ ਜਾਊਗਾ, ਪਰ ਸੰਸਾਰ ਤਾਂ ਦੇਖਦਾ ਹੈ ਨਾ। ਜੇ ਤੁਸੀਂ ਆਪਦੇ ਐਂਗਲ ਤੋਂ ਨਹੀਂ ਕਰ ਰਹੇ, ਕੋਈ ਗੱਲ ਨਹੀਂ, ਸੰਸਾਰ ਦੇਖ ਰਿਹਾ। ਸੰਸਾਰ ਦੇ ਵਿੱਚ ਬੜੇ ਬੁੱਧੀਮਾਨ ਲੋਕ ਹੋਰ ਵੀ ਨੇ, ਮਾਰਕਸਵਾਦੀ ਵੀ ਨੇ, ਮਾਰਕਸਵਾਦੀ ਨਜ਼ਰੀਏ ਤੋਂ ਵੀ ਦੇਖਦੇ ਨੇ। ਸੋ ਇਹ ਗੱਲ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਵੀ ਗੱਲਾਂ ਨੂੰ ਕ੍ਰਿਟੀਕਲੀ ਢੰਗ ਨਾਲ ਲੈਣਾ ਚਾਹੀਦਾ, ਉਹਨੂੰ ਛੱਡ ਕੇ ਨਹੀਂ ਗੁਜ਼ਾਰਾ ਹੋ ਸਕਦਾ ਉਸ ਗੱਲ ਨੂੰ। ਤੇ ਇੱਕ ਗੱਲ ਜਿਹੜੀ ਵਿੱਚ ਦੀ ਉਹਨਾਂ ਨੇ ਵੀ ਕੀਤੀ ਸੀ ਕਿ ਕਿਸਾਨੀ ਜਿਹੜੀ ਹੈ ਵੱਧ ਆਪਣੇ ਭਾਅ ਮੰਗੂਗੀ, ਵੱਧ ਮੰਗਦੀ ਰਹੀ ਹੈ, ਹੋਰ ਆਪਦੇ ਇੰਟਰਸਟ ਤੋਂ ਆਪਦੀਆਂ, ਜਿਹਦਾ ਅਸਰ ਮਜ਼ਦੂਰਾਂ ਤੇ ਪੈਂਦਾ, ਹੋਰ ਵਰਗਾਂ ਤੇ ਪੈਂਦਾ, ਜਿਨ੍ਹਾਂ ਨੇ ਉਹ ਜਿਹੜੇ ਉਹਦੇ ਉਪਭੋਗੀ ਨੇ, ਗਾਂ ਅੱਗੇ ਉਹਨਾਂ ਨੇ ਚੀਜ਼ਾਂ ਵਰਤਣੀਆਂ ਨੇ। ਪਰ ਇੱਕ ਗੱਲ ਤਾਂ ਬੜੀ ਸਾਫ਼ ਹੈ ਨਾ ਕਿ ਇਸ ਤੋਂ ਚੰਗੀ ਹਾਲਤ, ਮੈਂ ਇਹਨੂੰ ਚੰਗੀ ਤਾਂ ਭਾਵੇਂ ਉਵੇਂ ਤਾਂ ਨਹੀਂ ਕਹਿੰਦਾ, ਪਰ ਇਸ ਤੋਂ ਚੰਗੀ ਹਾਲਤ ਉਹਨਾਂ ਦੇ ਜਦੋਂ ਕਬਜ਼ੇ 'ਚ ਆ ਗਿਆ ਸਾਰਾ ਕੁਝ, ਜਿਨ੍ਹਾਂ ਨੇ ਜਿਹੜੀਆਂ ਗਿਰਜਾਂ ਨੇ ਡੋਰੇ ਪਾਏ ਨੇ, ਭਲਾ ਉਹਨਾਂ ਕੋਲੋਂ ਤਾਂ ਉਮੀਦ ਹੀ ਨਹੀਂ ਨਾ ਕਰ ਸਕਦੇ ਵੀ ਕੀਮਤਾਂ ਘਟ ਜਾਣਗੀਆਂ। ਉਹਨਾਂ ਕੋਲੋਂ ਤਾਂ ਕਿਸਾਨ ਵੀ ਉਮੀਦ ਨਹੀਂ ਕਰ ਸਕਦਾ, ਮਜ਼ਦੂਰ ਵੀ ਨਹੀਂ ਕਰ ਸਕਦਾ, ਹੋਰ ਸਮਾਜ ਦੇ ਵਰਗ ਵੀ ਉਮੀਦ ਨਹੀਂ ਕਰ ਸਕਦੇ, ਚਾਹੇ ਮੁਲਾਜ਼ਮ ਹੈ, ਚਾਹੇ ਕੋਈ ਹੈ, ਜਿਹੜਾ ਵੀ ਕੋਈ ਇਹ ਜਿਨਸਾਂ ਦੀ ਵਰਤੋਂ ਕਰਦਾ ਜਾਂ ਜਿਨਸਾਂ ਦੇ ਕਿਸੇ ਨਾ ਕਿਸੇ ਰੂਪ 'ਚ ਜੁੜਿਆ ਹੋਇਆ, ਉਸ ਕਾਰੋਬਾਰ 'ਚ ਜੁੜਿਆ ਹੋਇਆ ਜਾਂ ਉਸ ਕੰਮ ਨਾਲ ਜੁੜਿਆ ਹੋਇਆ, ਉਹ ਸਾਰਾ ਕੁਝ ਉਹਨਾਂ ਨੂੰ ਹੱਥਲ ਕਰ ਦੂਗਾ। ਕਿਉਂਕਿ ਇੱਕ ਮੋਟੀਆਂ-ਮੋਟੀਆਂ ਤਿੰਨ ਗੱਲਾਂ ਹੀ ਆਈਆਂ ਨਾ, ਕਿ ਇੱਕ ਤਾਂ ਇਹ ਹੈ ਬਈ MSP ਦੀ ਗੱਲ ਆਉਂਦੀ ਜ਼ਿਆਦਾ, ਉਧਰ ਜਿਹੜੇ ਲੜਦੇ ਲੋਕ ਨੇ ਉੱਥੇ ਵੀ ਇਹੋ ਜਿਹਾ ਕੁਝ ਚੱਲਦਾ। ਤੇ ਦੂਜਾ ਆਉਂਦਾ ਹੈ ਕਿ ਭਾਈ ਇਹਨਾਂ ਨੇ ਸਾਡੇ ਕੋਲੋਂ ਜ਼ਮੀਨਾਂ ਖੋਹ ਲੈਣੀਆਂ ਨੇ, ਇਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣੀਆਂ ਨੇ। ਤੀਜਾ ਆਉਂਦਾ, ਮੈਂ ਇੱਕ ਲਾਈਨ 'ਚ ਹੀ ਉਹ ਗੱਲ ਕਰ ਰਿਹਾ ਬਈ ਸਮਾਨ ਜਿਹੜਾ ਹੈ ਉਹਨਾਂ ਨੇ ਪੈਦਾ ਕਰਨਾ ਜਾਂ ਕਰਵਾਉਣਾ ਹੈ, ਆਪਣੀ ਮਰਜ਼ੀ ਨਾਲ ਕਰਵਾਉਣਾ ਹੈ, ਤੇ ਲੈ ਕੇ ਫਿਰ ਵੱਡੇ ਵੱਡੇ ਗਡਾਊਨਾਂ 'ਚ ਜਿਹੜੇ ਬਣ ਵੀ ਰਹੇ ਨੇ, ਇਸ ਤੋਂ ਵੀ ਵੱਡੇ ਬਣਨਗੇ, ਉਹਨਾਂ ਨੇ ਫਿਰ ਜਮ੍ਹਾਂ ਕਰਨਾ, ਤੇ ਜਦੋਂ ਸੂਤ ਲੱਗਿਆ ਫਿਰ ਉਦੋਂ ਵੇਚਿਆ ਕਰਨਗੇ। ਤੇ ਫਿਰ ਜੋ ਹੁੰਦਾ, ਇੱਕੋ ਉਦਾਹਰਨ ਕਾਫੀ ਹੈ ਕਿ ਜੀਓ ਨੇ ਪਹਿਲਾਂ ਲਿਆਂਦਾ ਸੀ ਮੁਫਤ, ਚੱਕੋ ਚੱਕੋ, ਫਿਰ ਥੋੜ੍ਹੇ ਜਿਹੇ ਪੈਸੇ ਸ਼ੁਰੂ ਕੀਤੇ, ਹੁਣ ਕੋਈ ਪੁੱਛਣ ਵਾਲਾ ਹੀ ਕੋਈ ਨਹੀਂ ਕਿ 400 ਕਰਨਾ, 600 ਕਰਨਾ, ਕੱਲ ਨੂੰ 1000 ਕਰ ਦੇਣ। ਸਾਡੀਆਂ ਜੇਬਾਂ 'ਚੋਂ ਟੰਗ ਦਿੱਤੇ ਤੇ ਨਾ ਸਾਡਾ ਉਹਦੇ ਬਿਨਾਂ ਸਰਦਾ ਹੈ। ਤੇ ਉਹ ਲੌਬੀ ਇਸ ਤਰ੍ਹਾਂ ਦੀ ਹੈ ਕਿ ਜੇ ਜੀਓ ਦਾ ਬਾਈਕਾਟ ਕਰੋਗੇ ਤੇ ਦੂਜੇ ਕਿਹੜਾ ਘੱਟ ਨੇ, ਉਹ ਸਾਰੇ ਇਕੱਠੇ ਹੀ ਨੇ, ਉਹ ਕੋੜਮਾ ਇੱਕੋ ਜਿਹੇ ਹੀ ਹੈ, ਰਲ ਮਿਲ ਕੇ ਸਾਰਾ ਕੁਝ ਕਰਦੇ ਨੇ। ਤਾਂ ਮਤਲਬ ਇਸ ਤਰ੍ਹਾਂ ਹੋਣਾ ਹੈ, ਇਹਦੇ ਸਿੱਟੇ ਇਹ ਮਤਲਬ ਇਹ ਨਿਕਲਣੇ ਨੇ। ਤਾਂ ਇਹੀ ਹੈ ਕਿ ਜਦੋਂ ਅਸੀਂ ਉਸ ਘੋਲ ਦੀ ਹਮਾਇਤ ਦਾ ਸੋਚਦੇ ਹਾਂ, ਇੱਕ ਗੱਲ ਤਾਂ ਮੈਨੂੰ ਇਹ ਬਹੁਤ ਚੰਗੀ ਲੱਗੀ ਹੈ ਕਿ ਇਸ ਪੈਂਤੜੇ ਤੋਂ ਹੀ ਇਸ ਘੋਲ ਦੀ ਮਦਦ ਕਰਨੀ ਚਾਹੀਦੀ ਹੈ। ਪਰ ਉਹਦੇ 'ਚ ਵੀ ਕਿਸਾਨ ਜਿਹੜਾ ਉਹ ਵੱਧ ਭਾਅ ਮੰਗਦਾ, ਕਿਉਂਕਿ ਹਰ ਬੰਦਾ ਹੀ ਮਜ਼ਦੂਰ ਹੈ, ਉਹ ਵੱਧ ਤਨਖਾਹ ਮੰਗਦਾ, ਵੱਧ ਸਹੂਲਤਾਂ ਮੰਗਦਾ, ਮੁਲਾਜ਼ਮ ਹੈ ਉਹ ਵੀ ਆਪਣੇ ਇੰਟਰਸਟ ਤੋਂ ਲੜਦਾ, ਤੇ ਜੇ ਕਿਸਾਨ ਲੜਦਾ ਉਹਨੇ ਵੀ ਆਪਣੇ ਇੰਟਰਸਟ ਤੋਂ ਹੀ ਲੜਨਾ। ਪਰ ਸਿਰਫ ਇਹ ਹੈ ਕਿ ਜੇ ਤੁਸੀਂ ਹੌਲੀ ਹੌਲੀ ਉਹਦੇ 'ਚ ਦਖਲ ਤੁਹਾਡਾ ਮਾਰਕਸਵਾਦੀ ਨਜ਼ਰੀਏ ਤੋਂ ਹੋਊਗਾ ਜਥੇਬੰਦੀਆਂ 'ਚ, ਤੇ ਫਿਰ ਉਹ ਦੂਜਿਆਂ ਦਾ ਵੀ ਫਿਕਰ ਕਰਨਗੇ, ਤੇ ਦੂਜਿਆਂ ਦਾ ਵੀ ਫਿਰ ਲੜਾਈ ਇਸ ਗੱਲ ਤੇ ਲੜਨ ਦੀ ਬਜਾਏ ਕਿ ਭਾਅ ਵਧਾਓ, ਉਹ ਕਹਿਣਗੇ ਆਹ ਟਰੈਕਟਰ ਜਿਹੜਾ ਇਹਦੀ ਕੀਮਤ ਕਿਉਂ ਵੱਧਦੀ ਹੈ, ਆਹ ਦਵਾਈਆਂ ਦੀਆਂ ਕੀਮਤਾਂ ਕਿਉਂ ਵੱਧਦੀਆਂ ਨੇ, ਸਪਰੇਆਂ ਦੀਆਂ ਕੀਮਤਾਂ ਕਿਉਂ ਵੱਧਦੀਆਂ ਨੇ, ਖਾਦਾਂ ਦੀਆਂ ਕੀਮਤਾਂ ਕਿਉਂ ਵਧਾਈਆਂ ਜਾਂਦੀਆਂ ਨੇ। ਉਹ ਘੋਲ ਫਿਰ ਉਧਰ ਨੂੰ ਲੜਿਆ ਜਾਂਦਾ, ਪਰ ਲੜਿਆ ਉਦੋਂ ਹੀ ਜਾਂਦਾ ਜਦੋਂ ਉਹ ਸਮਝਾਂ ਜਿਹੜੀਆਂ ਨੇ ਹੌਲੀ ਹੌਲੀ ਵਿਕਸਿਤ ਹੋ ਜਾਂਦੀਆਂ ਨੇ। ਨਹੀਂ, ਕਿਸਾਨੀ 'ਚ ਬੜੀਆਂ ਪਰਤਾਂ ਨੇ। ਆਖਰੀ ਗੱਲ ਮੈਂ ਕਰਦਾ ਹਾਂ ਵੀ ਜਿਵੇਂ ਇਹਨਾਂ ਨੇ ਖਦਸ਼ੇ ਜ਼ਾਹਰ ਕੀਤੇ ਨੇ ਕਿ ਉਹਨਾਂ ਲਹਿਰਾਂ ਦੇ ਵਿੱਚ ਪਹਿਲਾਂ ਵੀ ਹੁਣ ਖਾਸ ਕਰਕੇ ਹੈ ਕਿ ਹੁਣ ਜਿੱਡੀ ਵੱਡੀ ਪੱਧਰ ਤੇ ਕਿਸਾਨੀ ਜਾਨੀ ਥੱਲੇ ਤੋਂ ਹਿੱਲੀ ਹੈ, ਬਿਲਕੁਲ ਘਰਾਂ ਤੋਂ ਚੁੱਲ੍ਹਿਆਂ ਤੇ ਗੱਲ ਚੱਲੀ ਹੈ,
ਤਾਂ ਉਹਦੇ 'ਚ ਕਾਫੀ ਕੁਛ ਇਹੋ ਜਿਹਾ ਜਿਵੇਂ ਆਪਾਂ ਕਹਿੰਦੇ ਆ ਵੀ ਬੰਜਰ ਪਈ ਜ਼ਮੀਨ 'ਚ ਜਦੋਂ ਅਸੀਂ ਕੋਈ ਬੀਜਦੇ ਆ ਨਾ ਤਾਂ ਬੜਾ ਕੁਛ ਉੱਗਦਾ ਹੈ, ਤੇ ਕਾਫੀ ਕੁਛ ਖਾਸਾ ਚਿਰ ਹੋ ਗਿਆ ਇਸ ਧਰਤੀ ਬੰਜਰ ਵਰਗੀ ਪਈ ਸੀ। ਇਹਨੂੰ ਕਹਿੰਦੇ ਨੇ ਵੀ ਗੁੱਸਾ ਸੀ, ਇਹ ਸੀ, ਇਹ ਵੀ ਗੱਲਾਂ ਹੁੰਦੀਆਂ ਨੇ, ਪਰ ਮਸਲੇ ਦੀ ਚੋਭ ਹੁੰਦੀ ਆ, ਤੇ ਮਸਲੇ ਦੀ ਚੋਭ ਐਡੀ ਹੈ ਕਿ ਜਿਹਨੇ ਕਾਫੀ ਵੱਡੀ ਪੱਧਰ ਤੇ ਲੋਕਾਂ ਨੂੰ ਹਿਲਾਇਆ, ਤੇ ਉਹਦੇ ਚੋਂ ਫਿਰ ਉਹ ਸਮਝਾਂ, ਕੋਈ ਕਹਿੰਦਾ ਜੀ ਇਹਦੀ ਦਿੱਲੀ ਨਾਲ ਟੱਕਰ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕਹਿੰਦਾ, ਆਪੋ ਆਪਦੀਆਂ ਵਿਆਖਿਆਵਾਂ ਨੇ। ਤੇ ਪਰ ਚੰਗਾ ਵਰਤਾਰਾ ਇਹ ਹੈ ਕਿ ਜਿਹੜੀਆਂ ਜਥੇਬੰਦੀਆਂ ਦਾ ਜ਼ੋਰ ਹੈ ਉਹਨਾਂ ਨੇ ਸਿਆਸੀ ਪਾਰਟੀਆਂ ਨੂੰ ਵਗਾ ਕੇ ਪਰੇ ਮਾਰਿਆ ਕਿ ਸਾਡੇ ਇਕੱਠਾਂ 'ਚ ਨਹੀਂ ਆਉਣ ਦੀ ਲੋੜ, ਜੋ ਕਰਨਾ ਆਪਣਾ ਕਰੋ। ਦੂਜੀ ਗੱਲ, ਉਹਦੇ ਵਿੱਚ ਵੀ ਇਹ ਗੱਲਾਂ ਚੱਲ ਰਹੀਆਂ ਨੇ, ਮੈਂ ਅੱਜ ਹੀ ਇਹ 'ਚ ਪੜ੍ਹ ਰਿਹਾ ਸੀ, ਲਗਾਤਾਰ ਉਹ ਕੁਛ ਨਾ ਕੁਛ ਲੋਕਾਂ ਨੂੰ ਸੁਚੇਤ ਕਰਨ ਲਈ, ਲੋਕਾਂ ਨੂੰ ਐਜੂਕੇਟ ਕਰਨ ਲਈ, ਜਿਵੇਂ ਵੀ ਉਹਨਾਂ ਦੇ ਢੰਗ ਤਰੀਕੇ ਨੇ, ਚਾਹੇ ਜਥੇਬੰਦੀਆਂ 'ਚ, ਚਾਹੇ ਮੀਟਿੰਗਾਂ 'ਚ, ਚਾਹੇ ਇਹਦੇ ਰਾਹੀਂ, ਉਹ ਦੱਸ ਰਹੇ ਨੇ ਵੀ ਬੜਾ ਕੁਛ ਇਹਦੇ 'ਚ ਆਉਣਾ ਹੈ ਤੇ ਆ ਰਿਹਾ ਹੈ। ਆਪਾਂ ਸੁਚੇਤ ਹੋਣਾ, ਆਪਾਂ ਸਮਝਦਾਰ ਬਣਨਾ, ਆਪਦੀ ਲੜਾਈ ਨੂੰ ਸੇਧਿਤ ਕਰਨਾ, ਤੇ ਆਪਦੀ ਲੜਾਈ ਨੂੰ ਸੇਧਿਤ ਕਰਦੇ ਹੋਏ ਇਕੱਲੀ ਕਿਰਸਾਨੀ ਤੱਕ ਨਹੀਂ ਰੱਖਣਾ, ਪੰਜਾਬ ਤੱਕ ਨਹੀਂ ਰੱਖਣਾ, ਕੁੱਲ ਭਾਰਤ ਦੀ ਕਿਰਸਾਨੀ ਨੂੰ ਜੋੜਨਾ ਹੈ, ਕੁੱਲ ਭਾਰਤ ਦੇ ਲੋਕਾਂ ਨੂੰ ਜੋੜਨਾ ਹੈ। ਤੇ ਲੋਕ ਕੋਈ ਆਪ ਮੁਹਾਰੇ ਨਹੀਂ ਜੁੜਦੇ, ਗੱਲਾਂ ਹੌਲੀ ਹੌਲੀ ਜਾਂਦੀਆਂ ਨੇ, ਕਿਸੇ ਤਰ੍ਹਾਂ ਗਈਆਂ ਨੇ। ਮੈਂ ਕੱਲ ਹੀ ਪਿੰਡ, ਅੱਜ ਸਵੇਰੇ ਆਇਆ ਪਿੰਡੋਂ, ਤੇ ਉੱਥੇ ਨਾ ਮਜ਼ਦੂਰ ਦੇ ਘਰ ਮੈਂ ਗਿਆ, ਇੱਕ ਦੇ ਪੁਰਾਣਾ ਕੋਈ ਸੱਜਣ ਹੈ, ਮੇਰੀ ਕੀ ਉਮਰ ਦਾ ਹੈ, ਤੇ ਉਹ ਭਾਈ, ਹਾਲਾਂਕਿ ਉਹ ਪੱਲੇਦਾਰ ਸੀਗਾ, ਹੁਣ ਨਹੀਂ ਕਰਦਾ, ਤੇ ਉਹ ਮੈਨੂੰ ਕਹਿੰਦਾ, ਗੱਲਾਂ ਚੱਲ ਪਈਆਂ ਆਹੀ, ਕਹਿੰਦਾ ਇਹ ਸਿੱਖਾਂ ਦੇ ਦਾਲੇ ਹੋਏ ਨੇ, ਮਜ਼ਦੂਰ ਘਰ 'ਚ ਮੈਂ ਬੈਠਾ ਤੇ ਮਜ਼ਦੂਰ ਹੈ, ਤੇ ਉਹ ਸਿਰਫ ਇੰਨਾ ਹੀ ਫਰਕ ਹੈ ਕਿ ਉਹ ਆਪ ਆ ਜਿਹੜਾ ਪਾਠ ਹੈ, ਸਿੱਖੀ ਰੰਗ 'ਚ ਥੋੜ੍ਹਾ ਜਿਹਾ ਰੰਗਿਆ ਹੋਇਆ, ਉਹਨੂੰ ਆਪਣੀ ਹਾਲਤ ਨਹੀਂ ਦੱਸੀ, ਉਹਨੂੰ ਇਹ ਗੱਲ ਆਈ। ਮੈਂ ਸੋਚਿਆ ਵੀ ਕਿੱਥੇ ਗੱਲ ਖੜੀ ਹੈ, ਤੇ ਜੇ ਉੱਥੇ ਖੜੀ ਹੈ ਤੇ ਕਿਰਸਾਨੀ ਦੇ ਵਿੱਚ ਤਾਂ ਉਹ ਹਿੱਸਾ ਕਾਫੀ ਨਿੱਗਰ ਪਿਆ ਜਿਹੜਾ ਚਾਹੁੰਦਾ ਕਿ ਪੈਰ ਲਾਈਏ। ਸੋ ਇਹ ਗੱਲਾਂ, ਜਿਹੜੀਆਂ ਗੱਲਾਂ ਕੁਝ ਹੋਰ ਸੀ, ਮੈਂ ਉਹਨਾਂ ਨੂੰ ਛੇੜਨਾ ਨਹੀਂ ਚਾਹੁੰਦਾ, ਕੋਈ ਕੌਮ ਦਾ ਮਸਲਾ ਹੈ, ਕੋਈ ਕਿਸ ਤਰ੍ਹਾਂ, ਲੇਕਿਨ ਬਸ ਇੰਨੀਆਂ ਕਿ ਗੱਲਾਂ ਮੈਂ ਇਹਦੇ 'ਚ, ਸਵਾਲ ਵੀ ਨੇ, ਕੁਛ ਪੈਦਾ ਵੀ ਹੁੰਦੇ ਨੇ ਸਵਾਲ, ਕੁਛ ਚੋਭਾਂ ਵੀ ਲੱਗਦੀਆਂ ਨੇ, ਸੁਖਵਿੰਦਰ ਨੂੰ ਵੀ ਤੰਗ ਕਰਨਗੀਆਂ ਜਦੋਂ ਜਵਾਬ ਦੇਊਗਾ। ਤੇ ਮੈਨੂੰ ਜਾਨੀ ਮੇਰੀ ਇਹ ਆਬਜ਼ਰਵੇਸ਼ਨ ਹੈ ਇੰਨੀ ਕੁ ਕਿ ਇਹੋ ਜਿਹੀਆਂ ਗੱਲਾਂ ਬਾਤਾਂ ਨੇ, ਇਹੋ ਜਿਹੇ ਹਾਲਾਤ ਨੇ, ਤੇ ਇਸ ਹਾਲਾਤ ਦੇ ਵਿੱਚ ਜੋ ਮੇਰੇ ਸਵਾਲ ਉਹਨਾਂ ਨੂੰ ਲੱਗਣ ਕਿ ਆਹ ਗੱਲਾਂ ਮੈਂ ਚਾਹੁੰਦਾ ਕਿ ਇਹਦਾ ਸਪਸ਼ਟੀਕਰਨ ਦਿੱਤਾ ਜਾਵੇ, ਜਾਂ ਉਹਨਾਂ ਨੂੰ ਇਹਦੇ ਨਾਲ ਟੈਗ ਕੀਤਾ ਜਾਵੇ, ਵੀ ਉਹ ਖਹਿੜਾ ਛਡਾ ਕੇ, ਜਾਂ ਸਿਰਫ ਇੱਕ ਥੋੜਾ ਜਿਹੇ ਸਮੇਂ ਦਾ, ਥੋੜੀ ਜਿਹੀ ਗੱਲ ਦਾ ਐਨਾਲਿਸਿਸ ਕਰਕੇ ਨਹੀਂ ਸਰਨਾ। ਕੁੱਲ ਲੰਬੇ ਸਮੇਂ ਤੋਂ ਜੋ ਕੁਝ ਚੱਲਦਾ ਆ ਰਿਹਾ ਹੈ, ਉਹ ਇਕੱਲੀ ਸਾਡੀ ਵੱਡੀ ਸਰਮਾਏਦਾਰੀ ਦਾ ਕੰਮ ਨਹੀਂ, ਉਹ ਬਾਹਰਲੀਆਂ ਜਿਹੜੀਆਂ ਵੱਡੀ ਸਲਤਨਤ ਹੈ ਉਹਦੇ ਵੀ ਕੰਮ ਨੇ। ਜਦੋਂ ਕਿਤੇ ਮੁਲਕ ਤੇ ਸੰਕਟ ਪੈਂਦਾ, 36,000 ਕਰੋੜ ਦੇ ਜਹਾਜ਼ ਖਰੀਦੇ ਜਾਂਦੇ ਨੇ। ਜਦੋਂ ਕੋਈ ਹੋਰ ਹੁੰਦਾ ਹੈ ਤਾਂ ਟਰੰਪ ਵਰਗਾ ਆ ਜਾਂਦਾ, ਜਦੋਂ ਕੁਛ ਹੋਰ ਹੁੰਦਾ ਹੈ ਤਾਂ ਕੋਈ ਫਰਾਂਸ 'ਚੋਂ ਆ ਜਾਂਦਾ। ਮਤਲਬ ਇਹ ਠੀਕ ਹੈ ਵੀ ਵੱਡੀ ਸਰਮਾਏਦਾਰੀ ਤੇ ਉਹਨਾਂ ਦੀਆਂ ਵੀ ਸਾਂਝਾਂ ਨੇ, ਕਿਉਂਕਿ ਸਰਕਾਰ ਤਾਂ ਇੱਕ ਟਟਪੂੰਜੀ ਹੈ। ਸਰਕਾਰ ਤਾਂ, ਅਸੀਂ ਜਿਵੇਂ ਛੋਟੇ ਹੁੰਦੇ ਮੇਲੇ ਜਾਂਦੇ ਹੁੰਦੇ ਸੀ, ਇੱਕ ਤਾਰ ਜੀ ਤੇ ਬਾਂਦਰ ਜਿਹਾ ਪਾਇਆ ਹੁੰਦਾ ਸੀ, ਉਹ ਐਂ ਕਰਦਾ ਥੱਲੇ ਆਉਂਦਾ ਸੀ, ਜੇ ਟਕਾ ਦਿਓ ਤਾਂ ਫਿਰ ਥੱਲੇ ਉੱਤੇ ਚੜ੍ਹਦਾ ਸੀ। ਇਹ ਤਾਂ ਜਾਨੀ ਉਹ ਸ਼ਕਲ 'ਚ ਨੇ, ਉਹਨਾਂ ਜਮਾਤਾਂ ਦੀ ਨੁਮਾਇੰਦਗੀ ਕਰਦੀਆਂ ਉਹ ਇਹ ਚਿਹਰੇ ਨੇ, ਤੇ ਇਹਨਾਂ ਤੇ ਕੋਈ ਵਸਤਰ ਪਾ ਦਿਓ, ਕੋਈ ਟੋਪੀ ਪਾ ਦਿਓ, ਕੋਈ ਪੱਗ ਬੰਨ੍ਹ ਦਿਓ, ਨੀਲੀ ਬੰਨ੍ਹ ਦਿਓ, ਚਿੱਟੀ ਬੰਨ੍ਹ ਦਿਓ, ਕੋਈ ਹੋਰ ਬੰਨ੍ਹ ਦਿਓ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਹੈ ਵੀ ਮੈਂ ਚਾਹੁੰਦਾ ਵੀ ਇਸ ਟਿਊਨਿੰਗ ਦੇ ਵਿੱਚ ਜ਼ਰੂਰ ਥੋੜ੍ਹੀ ਜਿਹੀ ਗੱਲਬਾਤ ਹੋਵੇ ਤਾਂ ਠੀਕ ਹੈ। ਤੇ ਧੰਨਵਾਦ, ਸ਼ੁਕਰੀਆ। ਨੌਜਵਾਨ ਸਾਥੀਓ, ਸਾਥੀ ਗੱਲ ਕਰਕੇ ਗਏ ਆ ਆਪਣੇ ਮਾਸਟਰ ਜੀ, ਮੈਂ ਵੀ ਲੇਟ ਆਇਆ, ਸੁਣਿਆ ਨਹੀਂ ਭਾਸ਼ਣ ਪੂਰਾ ਸਾਥੀ ਆਪਣੇ ਸੁਖਵਿੰਦਰ ਦਾ। ਮੈਨੂੰ ਵੀ ਜਿਵੇਂ ਲੱਗਿਆ, ਸਾਥੀ ਪਹਿਲਾਂ ਵੀ ਦੂਜੇ ਗੱਲ ਕਰਕੇ ਗਏ ਆਪਣੇ ਕਾਮਰੇਡ ਕਸਤੂਰੀ ਤੋਂ ਪਹਿਲਾਂ, ਵੀ ਬਾਅਦ 'ਚ ਗੱਲ ਕੀਤੀ ਆ ਵੀ ਵਿਰੋਧ ਕੀਤਾ ਜਾਵੇ, ਪਹਿਲਾਂ ਜਿਵੇਂ ਇੱਕ ਫਿਲਮੀ ਸੀਨ ਜੇ ਦੀ ਤਰ੍ਹਾਂ ਲੱਗਿਆ। ਅਸਲ ਦੇ ਵਿੱਚ ਜਿਹੜੇ ਇਹ 3 ਕਾਨੂੰਨ ਆਏ ਆ
ਉਹ ਆਇਆ ਵੀ ਪਹਿਲਾਂ ਹੀ ਚੱਲ ਰਿਹਾ ਕਾਰਪੋਰੇਟ ਸੈਕਟਰ ਦੇ ਵਿੱਚ ਸਾਰਾ ਇਹ ਜਿਹੜਾ ਮੰਡੀ ਹਿੰਦੁਸਤਾਨ ਦੀ ਜਿਹੜੀ ਆਰਥਿਕਤਾ ਇਹ ਸਾਮਰਾਜੀਆਂ ਨੇ ਵੀ ਤੈਅ ਕੀਤਾ ਹੋਇਆ, ਇੱਥੋਂ ਦੇ ਜਿਹੜੇ ਦਲਾਲ ਸਰਮਾਏਦਾਰ ਉਹਨਾਂ ਨੇ ਵੀ ਤੈਅ ਕੀਤਾ ਹੋਇਆ ਵੀ ਇਹਨੂੰ ਚਲਾਉਣਾ ਕਿਵੇਂ ਆ। ਪਹਿਲੀ ਬੁਨਿਆਦੀ ਗੱਲ ਤਾਂ ਇਹ ਆ, ਆਰਥਿਕਤਾ ਨੂੰ ਚਲਾਉਣਾ ਕਿਵੇਂ ਹੈ ਹਿੰਦੁਸਤਾਨ ਦੀ ਨੂੰ। ਹੁਣ ਇਹਦੇ ਵਿੱਚ ਜਿਹੜੀ ਵਿੱਤ ਮੰਤਰੀ ਆਪਾਂ ਦੇਖਦੇ, ਮੇਰੇ ਸਵਾਲ ਹੀ ਆ ਥੋੜ੍ਹਾ ਜਿਹਾ ਭਾਸ਼ਣ ਦੇ ਰੂਪ 'ਚ ਆ ਜਾਣਗੇ, ਉਹ ਕੀ ਕਹਿੰਦੀ ਆ ਅਸ਼ਸਤਰੀ ਆ ਉਹ ਕਹਿੰਦੀ ਸਿਰਫ 4 ਅਸੀਂ ਮਹਿਕਮੇ ਰੱਖਣੇ ਆ, ਜਿਹਦੇ 'ਚ ਵਿਦੇਸ਼ ਹੋ ਗਿਆ, ਵਿੱਤ ਹੋ ਗਿਆ, ਰੱਖਿਆ ਬੰਦ ਹੋ ਗਿਆ। ਅੱਛਾ, ਜਿਹੜੇ 'ਚ 4 ਮਹਿਕਮੇ ਰੱਖਣੇ ਆ, ਮਤਲਬ ਬਾਕੀ ਸਾਰੇ ਪ੍ਰਾਈਵੇਟ ਕਰ ਦੇਣੇ ਆ। ਜਿਹੜਾ ਪ੍ਰਾਈਵੇਟੇਸ਼ਨ ਆ ਬਹੁਰਾਸ਼ਟਰੀ ਕੰਪਨੀਆਂ ਦਾ, ਜਿਹਦੇ ਵਿੱਚ ਏਜੰਡਾ ਹੀ ਆ ਇਹ, ਮਤਲਬ ਚਾਹੇ ਦੇਸੀ ਅਤੇ ਵਿਦੇਸ਼ੀ ਆ ਜਿਹੜੀਆਂ ਇਹ ਕੰਪਨੀਆਂ, ਇਹ ਕਦੇ ਵੀ ਮਨੁੱਖਤਾਵਾਦੀ ਨਹੀਂ ਹੋ ਸਕਦੀਆਂ। ਉਦਾਹਰਨ ਦੇ ਤੌਰ ਤੇ ਆਪਾਂ ਦਵਾਈ ਸਨਅਤ ਨੂੰ ਲੈ ਲੈਂਦੇ ਆ, ਇਹ ਤੇ ਸਾਰੀ ਚਾਹੇ ਪੈਰਾਸਾਈਟੀ ਆ ਜਿਹੜੀ ਐਗਰੀਕਲਚਰ 'ਚ ਆਉਂਦੀ ਆ ਆਪਣੀ ਪ੍ਰੈਕਟਿਸਾਈਜ਼, ਇਹਦੇ 'ਚ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਨਾਲ ਮਿਲ ਕੇ ਬਣਾਉਂਦੇ ਆ, ਟਾਟੇ ਤੋਂ ਲੈ ਕੇ ਸਾਰੇ ਤੱਕ ਜਾਪਾਨੀ ਕੰਪਨੀਆਂ ਨਾਲ, ਠੀਕ ਆ। ਇਸ ਤਰ੍ਹਾਂ ਜਿਹੜੀਆਂ ਮਨੁੱਖੀ ਬਚਾਊ ਦਵਾਈਆਂ ਉਹ ਸਾਰੀਆਂ ਸਾਮਰਾਜੀ ਕੰਪਨੀਆਂ ਉਹਦਾ ਜਿਹੜਾ ਨਵਾਂ ਕਰ ਕੁਰ ਕੇ ਲਿਆਉਂਦੀਆਂ, ਜਿਹੜਾ ਉਹਦੇ ਆਪਦੀਆਂ ਕੀਮਤਾਂ ਤੈਅ ਕਰਦੀਆਂ, ਆਪਦੇ ਉਹਦੇ ਰੇਟ ਲੱਗਿਆ ਆਪਦਾ ਹੈਗਾ। ਉਹ 10 ਰੁਪਏ ਵਾਲੀ ਗੋਲੀ ਦਾ ਪੱਤਾ 200 ਰੁਪਏ, ਉਹ ਤਾਂ ਰੋਟੀ ਨੂੰ ਵੀ, ਮਤਲਬ ਜਿਹੜਾ ਰੋਟੀ ਦਾ ਚਲੋ ਉਹ ਵੀ ਜ਼ਰੂਰੀ ਆ ਮਨੁੱਖਤਾ ਨੂੰ ਬਚਾਉਣ ਵਾਸਤੇ। ਇਸ ਤਰ੍ਹਾਂ ਨਾਜ ਵਾਲੀ ਗੱਲ ਹੈਗੀ ਆ ਵੀ ਇਹ ਅਸਲ 'ਚ ਕਿਸਾਨਾਂ ਦਾ ਮਸਲਾ, ਮੈਂ ਇਹਨੂੰ ਐਵੇਂ ਨਹੀਂ ਦੇਖਦਾ ਹੈਗਾ ਵੀ ਇਹ ਸਿਰਫ ਕਿਸਾਨਾਂ ਦਾ ਮਸਲਾ 85% ਲੋਕਾਂ ਦਾ, ਕਿਉਂਕਿ ਇੱਕ ਜਿਹੜਾ ਮਜ਼ਦੂਰ ਹੈ ਹਿੰਦੁਸਤਾਨ ਦੇ ਜਿਹੜੇ 85% ਕਿਸਾਨ ਆ, ਇਹਨੇ ਆਪਦੀ ਜਿਣਸ ਵੇਚ ਕੇ ਬਾਕੀ ਸਾਰਾ ਸਮਾਨ ਮੰਡੀ 'ਚੋਂ ਲੈਣਾ, ਇਹਨੇ ਖਲ ਹੋਰ ਆਪਦਾ ਪਸ਼ੂਆਂ ਵਾਲੀਆਂ ਦਵਾਈਆਂ, ਕੱਪੜੇ, ਹੋਰ ਆਪਣਾ ਜੋ ਵੀ ਆਪਦਾ ਨਿੱਕ ਸੁੱਕ ਲੈਣਾ ਮੰਡੀ 'ਚੋਂ ਲੈਣਾ। ਉਹ ਮੰਡੀ 'ਚ ਜਿਹੜੀ ਲੁੱਟ ਹੋਣੀ ਆ ਆਪਾਂ ਨੂੰ ਪਤਾ ਹੀ ਆ। ਇਸ ਤਰ੍ਹਾਂ ਜਿਹੜੇ ਮਜ਼ਦੂਰ ਹੈ ਜਿਨ੍ਹਾਂ ਨੂੰ ਕਹਿੰਦਾ ਤੁਹਾਨੂੰ 80 ਕਿਲੋ ਲੋਕਾਂ ਦੇ ਕਾਰਡ ਬਣਾ ਕੇ 5 ਕਿਲੋ ਇੱਕ ਅਨਾਜ ਦੇਵਾਂਗੇ ਇੱਕ ਜੀ ਨੂੰ, ਕਿੰਨਾ ਹੋ ਗਿਆ 5 ਜੀ ਦਾ 25 ਕਿਲੋ, ਉਹ ਵੀ ਸੁਸਰੀ ਵਾਲੀ ਕਣਕ ਦੇਣੀ ਆ ਜਿਹੜੀ 3 ਸਾਲ ਦੀ ਗਦਾਮਾਂ 'ਚ ਪਈ ਆ ਸੜੀ ਜਾਂਦੀ ਆ, ਉਹ ਦੇਣੀ ਆ। ਇਹ ਜਿਹੜੀ ਕਣਕ ਦੇਣੀ ਆ ਇੱਕ ਜੀ ਨੂੰ 5 ਕਿਲੋ, ਮੈਂ 2 ਟਾਈਮ ਰੋਟੀ ਖਾਣਾ, ਕਿਉਂ ਮੈਂ ਬਾਹਰ ਅੰਦਰ ਤੁਰਿਆ ਫਿਰਦਾ, ਇੱਕ ਟਾਈਮ ਖਾ ਕੇ ਨਿਕਲ ਜਾਣਾ, ਰਾਤ ਨੂੰ ਫੇਰ ਖਾਣਾ। ਐਵੇਂ ਸਾਰਾ ਦਿਨ ਕਿੱਥੇ ਲੰਗਰ ਖਾਈ ਜਾਵਾਂਗੇ, ਜਿੱਥੇ ਬਣਿਆ ਖਾ ਲਿਆ, ਨਹੀਂ ਬਣਿਆ ਤਾਂ ਵੀ ਸਰ ਜਾਂਦਾ। ਹੁਣ ਗੱਲ ਹੈਗੀ ਆ ਵੀ 15 ਕਿਲੋ ਦਾ ਅਨਾਜ ਮੈਂ ਖਾ ਜਾਣਾ, 10 ਕਿਲੋ ਆਟਾ ਤੇ 5-4 ਕਿਲੋ ਮੱਕੀ ਦਾ ਕਰਕੇ ਜਿਹੜਾ ਹੈਗਾ ਕਦੇ ਕਦੇ ਬਾਹਰ ਚਲੇ ਜਾਈਦੇ, ਘੱਟ ਵੀ ਲੱਗ ਜਾਂਦਾ ਹੈਗਾ, ਹੈ ਨਾ। ਹੁਣ ਉਹ ਮਜ਼ਦੂਰ ਬਾਕੀ ਮੁੱਲ ਲੈ ਕੇ ਖਾਣਗੇ ਨਾ। ਉਹ ਜਿਹੜਾ ਅਨਾਜ ਆ ਜਦੋਂ ਇਹਨਾਂ ਦੇ ਗਦਾਮਾਂ ਚਲਾ ਗਿਆ, ਮਨੋਪਲੀ ਬਣ ਗਈ ਬਹੁਰਾਸ਼ਟਰੀ ਕੰਪਨੀਆਂ ਤੇ ਦੇਸੀ ਕੰਪਨੀਆਂ ਦੀ ਉਹਨਾਂ ਗਦਾਮਾਂ ਦੇ ਵਿੱਚ, ਉਹ ਅਨਾਜ ਪਤਾ ਕਿਵੇਂ ਵਿਕਣਾ। ਜਿਹੜੀ ਹੁਣ 270 ਦੀ ਥੈਲੀ ਆ, 27 ਰੁਪਏ ਕਿਲੋ ਅਨਾਜ ਮਿਲਦਾ, ਉਹ 600 ਦੀ ਥੈਲੀ, 700 ਦੀ ਥੈਲੀ, 800 ਦੀ ਥੈਲੀ, ਐਂ ਵਿਕਣੀ ਆ ਉਹ ਅਨਾਜ। ਉਹ ਮਜ਼ਦੂਰ ਲੈ ਕੇ ਖਾਣਗੇ, ਸਾਰੇ ਕਿਰਤੀ ਲੋਕ, ਕਿਸਾਨ ਵੀ ਖਾਣਗੇ ਜਿਹੜੇ ਰੋਜ਼ ਮੁੱਲ ਲੈ ਖਾਂਦੇ ਆ। ਮੈਂ ਉਦਾਹਰਨ ਹੋਰ ਦੇਣੀ ਆ ਸਬਜ਼ੀਆਂ ਵਾਲੀ, ਫਲ ਫਰੂਟ ਵਾਲੀ। ਆ ਜਿਹੜਾ ਅਦਾਨੀ ਗਰੁੱਪ ਆ, ਇਹਦੇ ਬਾਰੇ ਮੈਂ ਪੜ੍ਹਿਆ ਵੀ ਇਹਨੇ ਸਾਰੇ ਇਹਦੇ ਕਾਰੋਬਾਰ ਕਿਹੜੇ ਚੱਲਦੇ ਆ। ਇੱਕ ਤਾਂ ਇਹਦਾ ਕਾਰੋਬਾਰ ਅਨਾਜ ਤੇ ਕਬਜ਼ਾ, ਇੱਕ ਇਹਦਾ ਖੰਨਣ ਤੇ ਆ, ਜਿਹੜੀਆਂ ਧਰਤੀ 'ਚੋਂ ਧਾਤਾਂ ਨਿਕਲਦੀਆਂ ਉਹ ਖੰਨਣ ਕਰਦਾ। ਇਹ 2 ਬੁਨਿਆਦੀ ਇਹਦੇ ਮਤਲਬ ਖੇਤਰ ਆ। ਅਨਾਜ ਦੇ ਵਿੱਚ ਦਾਲਾਂ ਪਿੱਛੇ ਜੇ 200 ਰੁਪਏ ਕਿਲੋ ਵਿਕੀਆਂ ਨਾ, ਤੁਹਾਨੂੰ ਸਾਰਿਆਂ ਨੂੰ ਪਤਾ। ਉਹ ਬਾਅਦ 'ਚ ਪਤਾ ਲੱਗਿਆ ਵੀ ਜਿਹੜਾ ਅਦਾਨੀ ਗਰੁੱਪ ਨੇ ਸਾਰੀਆਂ ਹੀ ਦਾਲਾਂ ਮੱਧ ਪ੍ਰਦੇਸ਼ ਤੋਂ ਚੱਕ ਕੇ ਸਟੋਰ ਕਰ ਲਈਆਂ, ਮੁੜ ਕੇ ਹੌਲੀ ਹੌਲੀ ਵੇਚੀ ਗਿਆ ਹੈ। ਇਸ ਤਰ੍ਹਾਂ ਜਿਹੜਾ ਸਿਓ ਆ, ਹੁਣ ਤਾਂ ਆ ਗਿਆ ਆਹ ਰੇਹੜੀਆਂ ਤੇ ਫਸਲ ਆਈ ਹੋਈ ਆ, ਇਹ ਸਾਰਾ ਸਿਓ ਚੱਕ ਕੇ ਉਹਦਾ ਜਿਹੜਾ ਹੈਗਾ ਉੱਥੇ ਕਰਦਾ ਹੈਗਾ ਏਸੀ ਸਟੋਰਾਂ 'ਚ, ਏਸੀ ਗੱਡੀਆਂ, ਤੇ ਮੁੜ ਕੇ 200 ਰੁਪਏ ਤੋਂ ਉੱਪਰ ਵੇਚਦਾ ਹੈਗਾ ਜਦੋਂ ਸੀਜ਼ਨ ਆਫ ਹੋ ਗਿਆ। ਇਹੀ ਅਦਾਨੀ ਗਰੁੱਪ। ਇਹ ਜਿਹੜਾ ਲੁੱਟੇ ਦੀ ਇਸ ਰੂਪ 'ਚ ਹੋਣੀ ਹੈਗੀ ਲੋਕਾਂ ਦੀ। ਸਿਰਫ ਆਪਾਂ ਇਹ ਨਹੀਂ ਵੀ ਇਹ ਕਿਸਾਨੀ ਦਾ ਮਸਲਾ ਹੈਗਾ, ਅਸਲ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਕਾਰਪੋਰੇਟ ਸੈਕਟਰ ਆ, ਦੁਨੀਆ ਦਾ ਇਤਿਹਾਸ ਸਾਨੂੰ ਇਹ ਜਿਹੜਾ ਹੁਣ ਤੱਕ ਅਸੀਂ ਅਮਲ 'ਚੋਂ ਦੇਖਿਆ। ਮੈਂ ਪਿੱਛੇ ਜੇ ਅਫਰੀਕੀ ਜਿਹੜਾ ਹੈਗਾ ਉਹਨਾਂ ਦਾ ਇਤਿਹਾਸ ਵੀ ਪੜ੍ਹਿਆ ਹੈਗਾ, ਬਾਬਾ ਨਾਵਲ ਪੜ੍ਹੇ ਹੈਗੇ ਆ, ਤੇ ਗੁਲਾਮਾਂ ਤੇ ਨਾਵਲ ਪੜ੍ਹੇ ਹੈਗੇ ਆ, ਤੇ ਕਿਵੇਂ ਉਹ ਸੰਗਲਾਂ ਪਾ ਕੇ ਉਹਨਾਂ ਦਾ ਮੰਤਰੀ ਤੱਕ ਬੋਲਦੇ ਹੈਗੇ ਆ, ਤੇ ਉਹਨਾਂ ਦੇ ਜਿਹੜੇ 3 ਚਿੱਲੀ ਉਗਰਾਏ ਤੇ ਬਰਾਜ਼ੀਲ ਵਗੈਰਾ 3 ਦਾ ਤਕੋਣ ਬਣਿਆ ਹੋਇਆ ਸੀਗਾ, ਉਹਦੇ 'ਚ ਗੱਲ ਕਰਦੇ ਹੈਗੇ ਆ। ਤੇ ਜਦੋਂ ਆਜ਼ਾਦੀਆਂ ਦੀ ਗੱਲ ਕਰਦੇ ਆ, ਕਹਿੰਦੇ ਕੁਝ ਵੀ ਨਹੀਂ ਹੋਇਆ। ਉਹ ਕਹਿੰਦੇ ਸੰਗਲ ਸਾਡੇ ਗਲ 'ਚੋਂ ਲਾ ਕੇ ਪੈਰਾਂ 'ਚ ਪਾ ਲਿਆ ਇਹਨਾਂ ਨੇ, ਸਾਡੀ ਆਰਥਿਕਤਾ ਨੂੰ ਕੋਈ ਹੋਰ ਚਲਾਉਂਦਾ, ਅਸੀਂ ਚਲਾਉਂਦੇ ਆ, ਤੇ ਪਿੱਛੇ ਕੰਟਰੋਲ ਕੋਈ ਹੋਰ ਕਰਦਾ। ਆਹ ਬੋਲਦਾ ਉਹਨਾਂ ਦਾ ਮੰਤਰੀ ਵੀ ਸਾਡੀ ਆਰਥਿਕਤਾ ਨੂੰ ਕੋਈ ਪਿੱਛੇ ਹੋਰ ਚਲਾ ਰਿਹਾ, ਅਸੀਂ ਤਾਂ ਸਿਰਫ ਇਹਨੂੰ ਕੰਟਰੋਲ ਕਰਦੇ ਆ।
ਵੀ ਸਾਡੇ ਸੰਗਲ ਪੈਰਾਂ ਨੂੰ ਪਾ ਲਿਆ, ਕੁਝ ਨਹੀਂ ਹੋਇਆ। ਅਸਲ 'ਚ ਇਹ ਜਿਹੜਾ ਹੈਗਾ ਸਾਰਾ ਤਾਣਾ ਬਾਣਾ ਜਿਹੜੀ ਅੱਜ ਕਿਸਾਨ ਮੂਵਮੈਂਟ ਦੀ ਗੱਲ ਕਰਦੇ ਆ ਉੱਠੀ ਆ, ਨੌਜਵਾਨ ਆਪ ਮਹਾਰੇ ਆਏ ਆ, ਸ਼ਹਿਰਾਂ 'ਚ ਆਪ ਮਹਾਰੇ ਬੰਦ ਕੀਤਾ, ਕਿਸੇ ਨੇ ਧੱਕੇ ਨਾਲ ਨਹੀਂ ਕਰਾਇਆ। ਸ਼ੈਲਰ ਵਾਲੇ ਨੇ ਮਤੇ ਪਾਏ ਆ, ਵਪਾਰ ਮੰਡਲ ਨੇ ਮਤੇ ਪਾਏ ਆ ਵੀ ਬੰਦ ਕਰੋ। ਅਸਲ ਦੇ ਵਿੱਚ ਇਹ ਸਾਰੇ ਵਰਗਾਂ ਤੇ ਸੱਟ ਵੱਜਦੀ ਆ। ਪਿਛਲੇ ਜਿਹੜਾ ਕੋਵਿਡ ਚੱਲਿਆ ਤੇ ਲੋਕ ਵਿਹਲੇ ਬੈਠੇ, ਉਹਨਾਂ ਦਾ ਸਮਾਨ ਨਹੀਂ ਵਿਕਦਾ ਦੁਕਾਨਾਂ ਤੇ, ਪਿੰਡਾਂ 'ਚੋਂ ਗਾਹਕ ਹੀ ਨਹੀਂ ਆ ਰਹੇ, ਲੋਕ ਲੋੜੀ ਦਾ ਸਮਾਨ ਖਰੀਦ ਰਹੇ ਆ, ਬਾਕੀ ਸਮਾਨ ਹੀ ਨਹੀਂ ਖਰੀਦ ਰਹੇ, ਭੁੱਖੇ ਮਰ ਰਹੇ ਆ। ਦੁਕਾਨਾਂ ਵਾਲੇ ਕਹਿੰਦੇ ਜੀ ਗਾਹਕ ਹੀ ਹੈ ਨਹੀਂ ਗਾ। ਆ ਕੱਪੜੇ ਵਾਲੇ ਰੋਜ਼ ਹੀ ਕਹਿੰਦੇ ਏਡਾ ਏਡਾ ਪਰਚਾ ਛਾਪਦੇ, ਆ ਜਾਓ ਸੇਲਾਂ ਲਾਈਆਂ ਹੋਈਆਂ ਕਿ ਅੱਗੇ ਕਦੋਂ ਕਰਦੇ ਸੀਗੇ। ਇਸ ਕਰਕੇ ਆਪਾਂ ਦੇਖਦੇ ਹਾਂ ਸਾਰਾ ਜਿਹੜਾ ਸਿਸਟਮ ਆ, ਇਹ ਜਿਹੜਾ ਕਾਰਪੋਰੇਟ ਸੈਕਟਰ ਆ ਹੈਲਥ ਦੇ ਵਿੱਚ, ਕਿਵੇਂ ਵੱਡੇ ਵੱਡੇ ਇਹਨਾਂ ਨੇ ਮਹਿਲਨੁਮਾ ਵੱਡੇ ਹਸਪੀਟਲ ਬਣਾਏ ਆ, ਆਪਦੇ ਦਰਵਾਜ਼ੇ ਬੰਦ ਕਰ ਦਿੱਤੇ। ਨਿੱਤ ਲੋਕਾਂ ਨੂੰ ਐਡ ਤੇ ਕਹਿੰਦੇ ਸਾਡੇ ਦਿਲ ਦੇ ਬਾਲ ਪਵਾ ਲਓ, ਆਪਰੇਸ਼ਨ ਕਰਾ ਲਓ, 12 ਲੱਖ ਦੇ ਐਡਾਂ ਦਿੰਦੇ ਆ, ਗੋਡੇ ਪਵਾ ਲਓ 5 ਲੱਖ 'ਚ ਐਡਾਂ ਦਿੰਦੇ ਆ। ਹੁਣ ਕਿਉਂ ਨਹੀਂ ਸਾਂਭਦੇ ਮਰੀਜ਼ਾਂ ਨੂੰ ਜਿਹੜੇ ਲੋਕ ਮਰ ਰਹੇ ਆ ਹਿੰਦੁਸਤਾਨ ਦੇ? ਇਹ ਲਟੇਰੇ ਲੋਕ ਲਹੂ ਪੀਣੀਆਂ ਜੋਕਾਂ ਕਿਉਂ ਨਹੀਂ ਸਾਂਭਦੇ ਹੈ? ਲੋਕਾਂ ਨੂੰ ਐਡਾਂ ਦਿੰਦੇ, ਆਪਦਾ ਇਲਾਜ ਵੀ ਨਹੀਂ ਕਰਦੇ ਬੁਖਾਰ ਵਾਲਿਆਂ ਦਾ। ਉੱਥੇ ਬੰਦ ਕਰਕੇ ਲਾਇਆ ਹੋਇਆ, ਮੂੰਹ ਤੇ ਪੱਟੀ ਬੰਨ੍ਹ ਲਓ, ਇੱਥੇ ਕੋਵਿਡ ਫੈਲ ਜੂਗਾ। ਆਦਿਆਨੰਦ 'ਚ ਮੈਂ ਜਾਣਾ ਦਵਾਈ ਲੈਣ, ਹੁਣ ਵੀ ਜਾਣਾ, ਉੱਥੇ ਬੈਠ ਨਹੀਂ ਦਿੰਦੇ, ਬਾਹਰ ਬਿਠਾਏ ਹੋਏ ਆ, ਧੁੱਪੇ ਭੁੱਖੇ ਮੂਹਰੇ ਪਾਈ ਜਾਂਦੇ ਆ ਉਹ ਮਤਲਬ ਚਾਦਰਾਂ ਜੀਆਂ, ਵਿਦਿਆ ਇਹਦੇ ਵਿੱਚ ਕੋਵਿਡ ਨਾ ਫੈਲ ਜੇ ਹਸਪਤਾਲ 'ਚ। ਹੁਣ ਡਰ ਲੱਗਦਾ ਕੋਵਿਡ 'ਚੋਂ ਹੈ? ਤੁਸੀਂ ਮਤਲਬ ਲੁੱਟ ਕਰੀ ਜਾਂਦੇ ਲੋਕਾਂ ਦੀ, ਮਤਲਬ ਜਿਹੜਾ ਹੈਗਾ ਕੈਂਸਰ ਵਾਲਿਆਂ ਦੀ ਲੁੱਟ ਕਰੀ ਜਾਂਦੇ ਆ, ਗੁਰਦੇ ਵਾਲਿਆਂ ਦੀ ਲੁੱਟ ਕਰੀ ਜਾਂਦੇ ਆ, ਅੰਗ ਪਾਈ ਜਾਂਦੇ ਆ। ਹੁਣ ਤੁਸੀਂ ਕੋਵਿਡ ਤੋਂ ਡਰੀ ਜਾਂਦੇ ਆ। ਕਾਹਦੇ ਡਾਕਟਰਾਂ ਤੁਸੀਂ? ਸਵਾਹ ਦੇ ਡਾਕਟਰ ਤੁਸੀਂ ਹੈ? ਵੱਡੇ ਵੱਡੇ ਤੁਸੀਂ ਬੋਰਡ ਲਾਏ ਲਿਖ ਕੇ ਭੈਣ ਜਾਓ ਸਾਮਰਾਜੀ ਨਾਲ ਸਾਡੀ ਸੰਧੀ ਆਹ ਕੈਂਸਰ ਦਾ ਇਲਾਜ ਕਰਦੇ ਆ ਹੈ? ਉੱਥੇ ਲਾਇਆ ਹੋਇਆ ਇਹਨਾਂ ਦਾ ਵੀ ਸਾਡਾ ਕੈਂਸਰ ਦਾ ਸਾਡਾ ਉਹਦਾ ਕੋਲੈਬੋਰੇਸ਼ਨ ਅਮਰੀਕਾ ਨਾਲ ਅਸੀਂ ਬਹੁਤ ਖੋਜ ਸੈਂਟਰ ਕਰ ਰਹੇ ਆ। ਇਸ ਕਰਕੇ ਸਾਰਾ ਇਹ ਬਹੁਤ ਵੱਡਾ ਮਸਲਾ ਹੈਗਾ। ਮੈਨੂੰ ਲੱਗਦਾ ਵੀ ਸਿਮਿੰਦਰ ਨੇ ਇਹ ਜਿਹੜਾ ਬਹੁਰਾਸ਼ਟਰੀ ਕੰਪਨੀਆਂ ਦਾ ਜਿਹੜਾ ਹੈਗਾ ਇਹਨੂੰ ਬਹੁਤ ਹਲਕੇ ਤੌਰ ਤੇ ਲੈਂਦਾ ਹੈਗਾ। ਅਸਲ 'ਚ ਇਹਨੂੰ ਮਤਲਬ ਜਿਹੜਾ ਠੀਕ ਆ ਵੀ ਇਹਨੂੰ ਮਤਲਬ ਹੋਰ ਰਹੇਗਾ ਧਿਆਨ ਨਾਲ ਇਹਨੂੰ ਸੋਚਣਾ ਚਾਹੀਦਾ ਸਾਨੂੰ ਨੌਜਵਾਨਾਂ ਨੂੰ, ਕਿਉਂਕਿ ਇਹ ਜਿਹੜਾ ਬੁਨਿਆਦੀ ਮਸਲਾ ਹੈਗਾ ਦੇਸੀ ਤੇ ਵਿਦੇਸ਼ੀ ਕੰਪਨੀਆਂ ਦਾ, ਇਹਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦੇਣਾ ਆਉਣ ਵਾਲੇ ਸਮੇਂ 'ਚ। ਸਵਾਲ ਕੱਲੀਆਂ ਜ਼ਮੀਨਾਂ ਦਾ ਨਹੀਂ ਹੈਗਾ। ਆ ਜਿਹੜਾ ਮਾਲ ਖੁੱਲਿਆ ਸਾਡੇ ਜੈਨੀਆਂ ਦਾ ਉੱਥੇ ਭਾਫੜਿਆਂ ਦਾ, 10% ਤਾਂ ਉਹ ਦੇ ਜਾਂਦਾ ਵਾ। ਹੁਣ ਕੱਲ ਪਰਸੋਂ ਖੁੱਲਿਆ, ਹੁਣ ਕੱਲ ਘਰਾਓ ਕਰਕੇ ਹਟਿਆ ਇਹਦਾ ਜਿਹੜਾ ਇਹਦਾ ਰਿਲਾਇੰਸ ਦਾ, ਉਹਦੇ 5% ਲਿਖਿਆ, ਉੱਥੇ ਖੰਡ ਲਿਖੀ ਹੈ, ਪਤਾ ਕਿੰਨਾ ਵੱਡਾ ਸਾਰਾ ਬੋਰਡ ਲਾਇਆ 9 ਰੁਪਏ ਕਿਲੋ, ਥੱਲੇ ਲਿਖਿਆ ਸ਼ਰਤਾਂ। ਉਹ ਪੜ੍ਹਦੇ ਨਹੀਂ ਲੋਕ, ਅਨਪੜ੍ਹ ਦੇਸੀ ਆਪਣੇ ਵਰਗੇ ਤਾਂ ਪੜ੍ਹ ਲੈਂਦੇ, ਜਿਹੜੇ ਸਿਆਸੀ ਲੋਕ ਆ ਉੱਥੇ ਲਿਖਿਆ ਵੀ 1469 ਦੀ 99 ਦੀ ਖਰੀਦਦਾਰੀ ਕਰੋਗੇ ਤਾਂ ਤੁਹਾਨੂੰ 9 ਰੁਪਏ ਕਿਲੋ ਖੰਡ ਮਿਲਣੀ ਆ, ਥੱਲੇ ਲਿਖਿਆ ਹੋਇਆ। ਇੱਕ ਬੰਦੇ ਨੇ ਮੈਨੂੰ ਦੱਸਿਆ ਪੱਤਰਕਾਰ ਕੱਲ, ਕਹਿੰਦਾ 20 ਕਿਲੋ ਖੰਡ ਪਵਾ ਲਈ, ਉਹ ਕਹਿੰਦਾ 9 ਰੁਪਏ ਕਿਲੋ ਆ। ਉਹ ਕਹਿੰਦਾ ਭਰਾਵਾ ਆਹ ਥੋੜਾ ਲਿਖਿਆ, ਉਹ ਕਹਿੰਦਾ ਨਹੀਂ 9 ਨਹੀਂ ਆ 37 ਰੁਪਈਆ ਉਹ ਦੇ ਲੈ ਲਿਖਿਆ ਹੋਇਆ, 37 ਰੁਪਈਏ ਆ। ਇਸ ਕਰਕੇ ਜਿਹੜਾ ਇਹ ਸਾਰਾ ਜਿਹੜਾ ਚੱਲਦਾ ਨਾ ਇਹਨਾਂ ਦਾ ਜਿਹੜਾ ਹੈਗਾ, ਉਹ ਦੱਸਣ ਬੰਦੇ ਜਿਹੜੇ ਮੱਧ ਵਰਗ ਜਾਂਦੇ, ਕਹਿੰਦੇ ਗੋਭੀ ਰੇਹੜੀ ਤੇ 50 ਰੁਪਏ, ਉੱਥੇ ਕਹਿੰਦਾ 80 ਰੁਪਈਏ ਆ। ਏਸੀ ਗੱਡੀਆਂ 'ਚ ਗੋਭੀ ਟਰੱਕ ਆਉਂਦੇ ਆ, ਏਸੀ ਬੰਦ, ਏਸੀ 'ਚ ਦੁੱਧ ਆਉਂਦਾ, ਏਸੀ ਅੱਡ ਗੱਡੀਆਂ ਆਉਂਦੀਆਂ, ਫਲ ਫਰੂਟ ਲਿਖਿਆ, ਹੋਰ ਲਿਖਿਆ, ਉਹਨਾਂ ਦੇ ਵੱਡੇ ਵੱਡੇ ਸਟੋਰਾਂ 'ਚ ਸਟੋਰ ਕੀਤੀਆਂ, ਇੱਥੇ ਲਿਆਉਂਦੇ ਆ। ਇਹੀ ਆ ਵੀ ਮਿੱਠੀ ਘੱਟਾ ਪਿਆ ਹੁੰਦਾ ਰੇਹੜੀ ਤੇ, ਉੱਥੇ ਨਹੀਂ ਹੈਗਾ। ਬਸ ਉਹ ਸਾਰਾ ਜਿਹੜਾ ਹੈਗਾ ਇਹ ਆਉਣ ਵਾਲੇ ਸਮੇਂ 'ਚ ਸਸਤਾ ਕੁਛ ਨਹੀਂ ਮਿਲਣਾ। ਉਹ ਭਾਫੜਿਆਂ ਦੀ ਗੱਲ ਮੈਂ ਕਰਦਾ ਸੀਗਾ, ਉਹ ਜਦੋਂ ਉਹਨੇ ਸਟੋਰ ਖੋਲ੍ਹਿਆ, ਆਪਣੇ ਜਿਹੜੇ ਦੋਸਤ ਮਿੱਤਰ ਉਹਨਾਂ ਤੋਂ ਸਮਾਨ ਲੈਂਦੇ ਹੈਗੇ ਵੱਡਾ ਵੱਡਾ ਜਿਹੜੇ ਕਾਰੋਬਾਰ ਕਰਦੇ ਆ, ਉਹ ਕਹਿੰਦੇ ਜੀ ਇਹਨਾਂ ਦੀ 8 ਲੱਖ ਦੀ ਸੇਲ ਇੱਕ ਦਿਨ ਦੀ। ਹੁਣ ਤਾਂ ਲੋਕ ਰੇਹੜੀਆਂ ਭਰੀ ਫਿਰਦੇ ਆ, ਮੱਧ ਵਰਗ ਉੱਥੇ ਐਡੀਆਂ ਰੇਹੜੀਆਂ 10-10 ਹੁਣ ਤਾਂ 15-16 ਲੱਖ ਦੀ ਹੋਊਗੀ ਸੇਲ ਉਹਦੀ। ਹੁਣ ਇਸ ਤਰ੍ਹਾਂ ਜਿਹੜੇ ਇਹਨੇ ਖੋਲ੍ਹ ਲਿਆ, ਇਹਦਾ ਵੀ ਕੱਲ ਮੈਨੂੰ ਉਹ ਕੱਪੜਿਆਂ ਦੱਸੇ ਜੈਨੀ ਆ ਉਹਨਾਂ ਜਿਹਨਾਂ, ਉਹ ਕਹਿੰਦਾ ਮਰ ਜੂਗਾ ਲਾਲਾ ਜੀ ਨੇ ਦੁਕਾਨਾਂ ਦਿੱਤੀਆਂ। ਮੈਂ ਕੀ ਗੱਲ ਆ? ਕਹਿੰਦਾ 3.5 ਲੱਖ ਕਰਾਇਆ 1 ਮਹੀਨੇ ਦਾ, 3-6 ਦੁਕਾਨਾਂ ਲਈਆਂ ਵੱਡੀਆਂ, ਵੱਡੇ ਵੱਡੇ ਉਹਨੇ ਇੰਨੇ ਚੌੜੇ ਆ ਤੇ 50 ਫੁੱਟ ਲੰਮੇ ਆ ਇਹੋ ਜਿਹੀ ਦੁਕਾਨ। ਉਹਦੇ ਵਿੱਚ ਕਹਿੰਦਾ ਮਰ ਜੂਗਾ, ਕਹਿੰਦਾ ਇੰਨਾ ਕਰਾਇਆ 3.5 ਲੱਖ 1 ਮਹੀਨੇ ਦਾ, ਸਾਲ ਦਾ ਕਿੰਨਾ ਹੋ ਗਿਆ? 8 + 4 = 25 ਕਿੰਨਾ ਹੋ ਗਿਆ ਦੇਖ ਲਓ, 12 × 36 40 ਲੱਖ ਹੋ ਗਿਆ ਹੈ ਨਾ। ਉਹ ਕਹਿੰਦਾ ਮਰ ਜੂਗਾ, ਕਹਿੰਦਾ ਜੇ ਇਹ ਬੰਦ ਕਰਾਤਾ ਤਾਂ ਸਟੋਰ ਇਹ ਲਾਲਾ ਜੀ ਨੇ ਕਿਰਾਏ ਤੇ ਦਿੱਤੀ ਆ ਉਹਨਾਂ ਨੇ, ਜੈਨੀਆਂ ਨੇ ਦੁਕਾਨ ਬਣਾ ਕੇ ਸ਼ੋਰੂਮ ਤੇ ਉਹ ਲੈਂਡ ਵਾਲਿਆਂ ਨੇ ਲਿਆ ਹੋਇਆ ਹੈਗਾ। ਇਸ ਕਰਕੇ ਭਰਾਵੋ ਜਿਹੜਾ ਇਹ ਆ ਗਿਆ ਨਾ, ਇਹ ਬਹੁਤ ਜਿਹੜਾ ਹੈਗਾ ਖੁਰਾਕ ਸੁਰੱਖਿਆ ਕਾਨੂੰਨ 4 ਹੈ, ਇੱਕ ਬਿਜਲੀ ਵਾਲਾ ਵੀ ਆ ਜਿਹਦੇ 'ਚ ਉਹਨਾਂ ਨੇ ਮਤਲਬ ਜਿਹੜਾ ਹੈਗਾ ਉਹ ਬਿੱਲ ਦੇ ਦੇਣੇ ਹੈਗੇ ਆ, ਤੇ ਮੁੜ ਕੇ ਹੌਲੀ ਹੌਲੀ ਬਿੱਲ ਜਿਹੜੇ ਹੈਗੇ ਬੰਦ ਕਰ ਦੇਣੇ ਹੈਗੇ ਆ। ਤੇ ਘਰਾਂ 'ਚ ਜਿਹੜੇ ਬਿੱਲ ਆਉਣ ਲੱਗ ਜਾਣੇ ਮਜ਼ਦੂਰਾਂ ਦੇ ਵੱਡੇ ਵੱਡੇ, ਤੇ ਸਬਸਿਡੀ ਜਦੋਂ ਬੰਦ ਕਰ ਦੇਣੀ, ਜਿਵੇਂ ਗੈਸ ਦੀ ਸਬਸਿਡੀ ਬਹੁਤ ਥੋੜੀ ਹੈਗੀ। ਇੱਕ ਦੂਜੀ ਗੱਲ ਆ ਵੀ ਜਿਹੜਾ ਆਹ ਕਿਸਾਨਾਂ ਦੇ ਖਾਤਿਆਂ 'ਚ ਕਈ ਵਾਰੀ ਹੁੰਦਾ ਲੋਕਾਂ ਨੂੰ ਜਦ ਕੋਈ ਨਹੀਂ ਵੀ 2-2000 ਪਾਤਾ, 2-2000 ਪਾਤਾ ਕਿਸਾਨਾਂ ਦੇ ਖਾਤਿਆਂ 'ਚ। ਇਹ ਜਿਹੜਾ 2-2000 ਬੜੇ ਖੁਸ਼ ਹੋ ਗਏ। ਉਹ ਪਤਾ ਕਿੰਨਾ ਕੱਢ ਲਿਆ? 2.25 ਲੱਖ ਕਰੋੜ ਰੁਪਇਆ ਜਿਹੜਾ ਰਿਜ਼ਰਵ ਬੈਂਕ ਤੋਂ ਲੈ ਲਿਆ। ਪਟੇਲ ਅਸਤੀਫਾ ਦੇ ਗਿਆ ਵੀ ਪੈਸੇ ਵਰਤ ਨਹੀਂ ਸਕਦੇ, ਕਾਨੂੰਨ ਆ ਸਾਡਾ। ਇਹ ਤਾਂ ਧੱਕੇ ਨਾਲ ਮਤਲਬ ਕਢਾ ਕੇ ਲੈ ਗਏ। ਮੁੜ ਕੇ ਹੁਣ ਚੌਗਣਾ ਕੱਢ ਲਿਆ ਡੀਜ਼ਲ ਦੇ ਵਿੱਚ, ਚੌਗਣਾ 30-35 ਰੁਪਏ ਲੀਟਰ ਪੈਂਦਾ, 80 ਰੁਪਏ ਵੇਚਿਆ। ਉਹ ਕੱਢ ਲਿਆ, ਬਹੁਤ ਜ਼ਿਆਦਾ ਕੱਢ ਲਿਆ ਪੈਸਾ ਲੋਕਾਂ ਦੀ ਜੇਬਾਂ 'ਚੋਂ, ਜਿਹੜੇ ਕਾਰਾਂ ਚਲਾਉਂਦੇ ਆ, 4-4 ਕਾਰਾਂ ਲਈ ਫਿਰਦੇ ਆ ਵੱਧ ਵਰਗ। ਉਹ ਸਾਰਾ ਜਿਹੜਾ ਡੀਜ਼ਲ 'ਚੋਂ ਕੱਢ ਲਿਆ, ਹਜੇ ਵੀ ਕੱਢੀ ਜਾਂਦਾ ਹੈਗਾ। ਇਸ ਕਰਕੇ ਜਿਹੜਾ ਸਾਰਾ ਇਹ ਮੋਦੀ ਲਾਣਾ
ਜਿਹੜਾ ਫਾਸੀਵਾਦ ਲਿਆ ਰਿਹਾ, ਸਾਡੇ ਬੁੱਧੀਜੀਵੀ ਨੂੰ ਅੰਦਰ ਕਰ ਰਿਹਾ, ਜ਼ਮਾਨਤਾਂ ਨਹੀਂ ਦੇ ਰਿਹਾ, ਐਡਾ ਬਦਮਾਸ਼ ਬੰਦਾ, ਕਾਤਲ ਬੰਦੇ ਜਿਹੜੇ ਬੈਠੇ ਉੱਥੇ, ਜਿਹੜੇ ਗੁਜਰਾਤ 'ਚ ਜਿਨ੍ਹਾਂ ਨੇ ਭੈਣ ਜੋ ਔਰਤਾਂ ਦੇ ਬੱਚੇ ਕੱਢ ਕੇ ਪੇਟ 'ਚੋਂ ਮਾਰਿਆ, ਉਹ ਕਾਤਲ ਗੁੰਡੇ ਰਾਜ ਸੱਤਾ ਤੇ ਬੈਠੇ ਹੈਗੇ, ਜਿਹੜੇ ਕਹਿੰਦੇ ਅਸੀਂ ਦੇਸ਼ ਭਗਤਾਂ ਦੇ ਦੇਸ਼ ਧਰੋਹੀ ਆ, ਸਾਨੂੰ ਦੇਸ਼ ਧਰੋਹੀ ਕਹਿ ਰਹੇ ਆ, ਸਾਡੇ ਬੁੱਧੀਜੀਵੀ ਦੇਸ਼ ਧਰੋਹੀ ਕਹਿ ਰਹੇ ਆ। ਇਹਨਾਂ ਲਟੇਰਿਆਂ ਦੇ ਖਿਲਾਫ ਇਹ ਇੱਕ ਵੀ ਸਾਡੀ ਮਤਲਬ ਜਿਹੜੀ ਕਾਰਵਾਈ ਨਹੀਂ ਪੈਣੀ ਚਾਹੀਦੀ, ਇਹਨਾਂ ਬਹੁਰਾਸ਼ਟਰੀ ਕੰਪਨੀਆਂ ਦੇ ਹੱਕ 'ਚ, ਨਾ ਇਹਨਾਂ ਦੇ ਸਾਮਰਾਜੀ ਦੇ ਹੱਕ 'ਚ, ਨਾ ਇਹਨਾਂ ਦਲਾਲ ਜਿਹੜੇ ਸਾਮਰਾਜੀ ਦੇ ਦੱਲੇ ਇਹਨਾਂ ਦੇ ਹੱਕ 'ਚ। ਧੰਨਵਾਦ ਤੁਹਾਡਾ। ਠੀਕ, ਜਿਹੜੇ ਹੁਣ ਤੱਕ ਇੱਥੇ ਸਵਾਲ ਆਏ ਨੇ ਜਾਂ ਜੋ ਕੋਈ ਹੋਰ ਜਿਹੜੇ ਮਤਭੇਦ ਜ਼ਾਹਰ ਕੀਤੇ ਗਏ ਨੇ ਸਾਥੀ ਸੁਖਵਿੰਦਰ ਦੀ ਗੱਲਬਾਤ ਤੇ, ਉਹਨਾਂ ਤੇ ਸਾਥੀ ਸੁਖਵਿੰਦਰ ਹੁਣ ਆਪਣੀ ਗੱਲ ਕਰਨਗੇ। ਜਿਹੜੀ ਆਪਣੀ ਵਿਚਾਰ ਚਰਚਾ ਬਖਰੇਵੇਂ ਨੇ, ਉਹਦੇ ਚ ਮੈਨੂੰ ਲੱਗਦਾ ਆਪਣੀ ਪਹੁੰਚ ਇਹ ਬਣੇ ਕਿ ਆਪਾਂ ਥੋੜੀ ਨਾ ਸਾਂਝ ਤਲਾਸ਼ੀਏ ਆਪਣੇ ਵੀ ਆ ਨਾ, ਸਾਂਝ ਕਿੱਥੇ ਬਣਦੀ ਆ। ਇਹ ਸਮਾਂ ਹੁਣ ਅਜਿਹਾ ਅੱਜ, ਜਿਵੇਂ ਹੁਣ ਆਪਾਂ ਠੀਕ ਆ ਕਿਸਾਨੀ ਬਾਰੇ ਸਾਡੀ ਸਮਝ ਵੱਖਰੀ ਆ, ਕਿਸੇ ਦੀ ਵੱਖਰੀ ਆ, ਸਾਮਰਾਜ ਬਾਰੇ ਅਲੱਗ-ਅਲੱਗ ਸਮਝਾਂ ਨੇ। ਹੁਣ ਇਹਨਾਂ ਤੇ ਰੌਲੇ ਪਾਉਣ ਦਾ ਅੱਜ ਵਕਤ ਨਹੀਂ ਗਾ ਮੈਨੂੰ ਲੱਗਦਾ, ਬੈਸੋ-ਬੈਸੀ ਹੋਣ ਦਾ ਫਿਲਹਾਲ। ਕੋਈ ਜੇ ਆਪਾਂ ਉਹ ਸਾਰੀ ਗੱਲ ਕਰਾਂਗੇ ਤਾਂ ਕਿਸੇ ਨਾ ਕਿਸੇ ਰੂਪ 'ਚ ਕਿਸੇ ਨੂੰ ਲੱਗੂਗਾ ਇਹ ਪੂਰੇ ਅੰਦੋਲਨ ਨੂੰ ਭੰਡਣ ਲੱਗ ਗਏ। ਉਹ ਫਿਰ ਗਲਤ ਇੱਕ ਮੈਸੇਜ ਆਊਗਾ ਆਪਣੀ ਸਾਰੀ ਗੱਲ 'ਚੋਂ। ਜਿਵੇਂ ਅਲੱਗ-ਅਲੱਗ ਜਥੇਬੰਦੀਆਂ ਦੇ ਅਲੱਗ-ਅਲੱਗ ਸਮਝਾਂ ਨੇ, ਉਹਨਾਂ ਸਮਝਾਂ ਤਹਿਤ ਕੰਮ ਕਰ ਰਹੇ ਨੇ। ਪਹਿਲਾਂ ਸਾਨੂੰ ਲੱਗਦਾ ਹੁੰਦਾ ਸੀ ਤਾਂ, ਤੁਸੀਂ ਜਾਣਦੇ ਹੋ ਜਿਹੜੇ ਸਾਡੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਕਿ ਬਹਿਸਾਂ ਬੂਸਾਂ ਰਾਹੀਂ ਕੁਝ ਮਸਲੇ ਹੱਲ ਹੋ ਜਾਣਗੇ। ਤੇ ਉਹ ਤੇ ਹੁਣ ਸਾਡੇ ਤੇ ਇਲਜ਼ਾਮ ਵੀ ਲੱਗਦਾ ਵੀ ਅਚਾਨਕ ਹੀ ਇਹਨਾਂ ਨੇ ਇਹ ਪੂਰਾ ਬਦਲ ਦਿੱਤਾ, ਇਹ ਹੁਣ ਬਹਿਸਾਂ ਨਹੀਂ ਕਰਦੇ। ਉਹਦਾ ਪਿਛਲੇ 20 ਸਾਲਾਂ 'ਚ ਆਪਾਂ 2 ਬਹਿਸਾਂ ਕੀਤੀਆਂ। ਉਹ ਲਾਲ ਪਰਚਮ ਨਾਲ ਬਹਿਸ ਚੱਲੀ ਸੀ, ਘਰਾਂ ਦੇ ਸਵਾਲ ਤੇ ਚੱਲੀ ਸੀ, ਇੱਕ ਜਿਹੜਾ ਪ੍ਰਤੱਖ ਵਿਦੇਸ਼ੀ ਨਿਵੇਸ਼ ਇੱਥੇ ਬਹਿਸ ਚੱਲੀ ਸੀ, ਹੋਰ ਤਾਂ ਕੋਈ ਬਹਿਸ ਨਹੀਂ ਚੱਲੀ। ਜ਼ਿਆਦਾਤਰ ਜਿਹੜੇ ਸੈਮੀਨਾਰ ਸਾਡੇ ਇੱਕ ਤਰਫਾ ਹੀ ਹੁੰਦੇ ਸੀਗੇ, ਉਹ 'ਚ ਕੋਈ ਵਿਰੋਧ ਕਰਨ ਵਾਲਾ ਤਾਂ ਆਉਂਦਾ ਨਹੀਂ ਸੀਗਾ। ਉਹ 'ਚ ਸਾਨੂੰ ਇਹ ਲੱਗਦਾ ਸੀ ਕਿ ਇਹਨਾਂ ਮੁੱਦਿਆਂ ਤੇ ਜੇ ਬਹਿਸ ਹੋਊਗੀ ਤਾਂ ਬਹਿਸ ਰਾਹੀਂ ਕੋਈ ਮਸਲਾ ਹੱਲ ਹੋ ਜਾਊਗਾ। ਹੋਇਆ ਉਲਟਾ ਕਿ ਉਹ ਸਗੋਂ ਦੁਸ਼ਮਣੀਆਂ ਵੱਧ ਗਈਆਂ। ਫੇਸਬੁੱਕ ਤੇ ਬਹਿਸ ਹੁੰਦੀ ਆ, ਇੱਕ ਬੰਦਾ ਕਹਿੰਦਾ ਉਹ ਉਹੀ ਦੇਖ ਲਓ ਤੇ ਫਲਾਣੇ ਪਾਰਕ 'ਚ ਆ ਜਾਓ ਫਲਾਣੇ ਤਰੀਕ ਨੂੰ। ਮਤਲਬ ਉਹ ਹੁਣ ਜਿਵੇਂ 2 ਤਰ੍ਹਾਂ ਦੇ ਲੋਕ ਨੇ, ਇੱਕ ਤਾਂ ਸਾਡੇ ਦੁਸ਼ਮਣ ਨੇ ਜਿਨ੍ਹਾਂ ਨੂੰ ਆਪਾਂ ਨਿਖੇੜਨਾ, ਇੱਕ ਸਾਡੇ ਦੋਸਤ ਨੇ ਜਿਹੜੇ ਸਾਂਝੀ ਲੜਾਈ ਸਾਡੇ ਦੋਸਤ ਬਣਦੇ ਆ, ਉਹਨਾਂ ਨੂੰ ਆਪਾਂ ਨੇੜੇ ਲੈ ਕੇ ਆਉਣਾ। ਫਿਰ ਉਹਦੇ ਤੇ ਕੋਈ ਗੈਰ ਰਸੂਲੀ ਹਮਲੇ ਰੋਜ਼ ਵਿੱਢੀ ਰੱਖਣ ਨਾਲ ਕੀ ਹੁੰਦਾ, ਦੁਸ਼ਮਣ ਨੂੰ ਹੀ ਮਜ਼ਬੂਤੀ ਮਿਲਦੀ ਆ, ਦੋਸਤਾਂ ਦੇ ਵਿੱਚ ਕੜੱਤਣ ਵੱਧ ਜਾਂਦੀ ਆ। ਲੋਕੀ ਇੱਕ ਦੂਜੇ ਨਾਲ ਹੱਥ ਮਿਲਾਉਣ ਵੀ, ਹੁਣ ਦੇਸ਼ ਭਗਤ ਅਸੀਂ ਸਟਾਲ ਲਾਉਂਦੇ ਸੀ, ਲੋਕੀ ਸਾਡੀ ਸਟਾਲ ਤੇ ਨਹੀਂ ਜਾਂਦੇ, ਲੋਕੀ ਉਹ ਜਨਚੇਤਨ ਨਾਲੇ ਖੜਿਆ ਹੁਣ ਤੁਹਾਨੂੰ ਮਾਰਸਾ ਪੜਾਉਣਗੇ, ਲੋਕੀ ਪਾਸਾ ਵੱਟ ਕੇ ਲੰਘ ਜਾਂਦੇ ਸੀਗੇ, ਮਤਲਬ ਹੱਥ ਮਿਲਾਉਣੋਂ ਵੀ ਡਰਦੇ ਸੀਗੇ। ਫਿਰ ਆਪਾਂ ਇਹਦਾ ਰਿਵਿਊ ਕੀਤਾ ਪਿਛਲੇ ਸਮੇਂ 'ਚ ਵੀ ਇਹ ਸਹੀ ਨਹੀਂਗਾ, ਠੀਕ ਨਹੀਂਗਾ। ਇੱਕ ਤਾਂ ਆਪਣੀ ਗੱਲਬਾਤ ਦਾ ਥੋੜਾ ਲਹਿਜਾ, ਆਪਣੀ ਭਾਸ਼ਾ ਆਪਾਂ ਬਦਲੀਏ, ਦੋਸਤਾਂ ਨਾਲ ਦੋਸਤਾਂ ਵਾਂਗ ਗੱਲ ਕਰੀਏ ਤੇ ਦੁਸ਼ਮਣਾਂ ਨਾਲ ਦੁਸ਼ਮਣਾਂ ਵਾਂਗ ਗੱਲ ਹੁੰਦੀ ਆ। ਉਹਦਾ ਚੰਗਾ ਨਤੀਜਾ ਨਿਕਲਿਆ। ਉਹ ਮਤਲਬ ਬਹੁਤ ਲੋਕਾਂ ਨੇ ਇਹਦਾ ਸਵਾਗਤ ਹੀ ਕੀਤਾ ਵੀ ਚੰਗੀ ਗੱਲ ਹੀ ਆ ਇਹ। ਉਹ ਕੋਈ ਬਹੁਤ ਬੁਨਿਆਦੀ ਕੋਈ ਸਿਧਾਂਤਕ ਸਵਾਲ ਨਹੀਂਗਾ ਕਿ ਅਸੀਂ ਬਹੁਤ ਵੱਡੀ ਕੋਈ ਚੇਂਜ ਕਰ ਲਈਏ, ਬਸ ਗੱਲ ਕਰਨ ਦਾ ਤਰੀਕਾ ਬਦਲ ਲਿਆ ਆਪਣਾ। ਜਿਵੇਂ ਜਿਹੜਾ ਆਪਾਂ ਕਹਿੰਦੇ ਜਮਾਤੀ ਘੋਲ ਆ, ਜਮਾਤੀ ਘੋਲ ਦੇ 3 ਰੂਪ ਨੇ, ਆਰਥਿਕ ਹੁੰਦਾ, ਸਿਆਸੀ ਹੁੰਦਾ ਤੇ ਵਿਚਾਰਧਾਰਕ ਹੁੰਦਾ। ਵਿਚਾਰਧਾਰਕ ਸੰਘਰਸ਼ ਸਾਡੇ ਦੁਸ਼ਮਣ ਨਾਲ ਵੀ ਹੁੰਦਾ ਤੇ ਦੋਸਤਾਂ ਨਾਲ ਵੀ ਹੁੰਦਾ, ਤੇ ਜਥੇਬੰਦੀ ਦੇ ਅੰਦਰ ਵੀ ਵਿਚਾਰਧਾਰਕ ਸੰਘਰਸ਼ ਚੱਲਦਾ, ਤੇ ਉਹ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ, ਉਹਦਾ ਬਹੁਤ ਮਹੱਤਵ ਹੁੰਦਾ। ਬਸ ਜਿਹੜੇ ਤੌਰ ਤਰੀਕੇ ਥੋੜੇ ਨਾ ਬਦਲ ਲੈਣੇ ਚਾਹੀਦੇ, ਤੌਰ ਤਰੀਕੇ ਥੋੜੇ ਠੀਕ ਕਰ ਲੈਣੇ ਚਾਹੀਦੇ ਆ ਤਾਂ ਕਿ ਉਹ ਕੜੱਤਣ ਨਾ ਵਧੇ। ਹੁਣ ਆ ਜਿਹੜੇ ਸਵਾਲ ਵੀ ਆਏ ਨੇ ਜਿਸ ਤਰ੍ਹਾਂ ਦੇ, ਹੁਣ ਕਿਸਾਨੀ ਬਾਰੇ ਜੋ ਸਾਡੀ ਅਪਰੋਚ ਮੈਂ ਸੰਖੇਪ 'ਚ ਦੱਸਦੀ ਆਹੀ ਹੈ। ਤੇ ਦੂਜੀ ਜਿਹੜੀ ਗੱਲ ਆ, ਜਿਵੇਂ ਕਾਮਰੇਡ ਬਲਦੇਵ ਨੇ ਜੋ ਗੱਲਾਂ ਰੱਖੀਆਂ, ਇਹਨਾਂ ਮੇਰਾ ਇਤਫਾਕ ਹੈ ਅੱਧੀਆਂ ਗੱਲਾਂ ਨਾਲ, ਕਿ ਇਹ ਸਿਰਫ ਕਿਸਾਨਾਂ ਦਾ ਮਸਲਾ ਨਹੀਂਗਾ, ਇਹ ਸਮਾਜ ਦੇ ਵੱਡੇ ਹਿੱਸੇ ਦਾ ਮਸਲਾ ਅੱਜ। ਠੀਕ, ਕਿਸਾਨੀ ਜਿਹੜੀਆਂ ਜਥੇਬੰਦੀਆਂ ਨੇ ਉਹ ਆਪਣੇ ਪੈਂਤਰੇ ਤੋਂ ਲੜਦੀਆਂ ਨੇ, ਬਹੁਤ ਚੰਗੀ ਗੱਲ ਆ, ਆਪਾਂ ਉਹਨਾਂ ਨੂੰ ਭੰਡਦੇ ਨਹੀਂ, ਤੁਸੀਂ ਲੜੋ। ਹੁਣ ਅਸੀਂ ਮਜ਼ਦੂਰ ਜਮਾਤ ਦੇ ਨੁਮਾਇੰਦੇ ਆ, ਆਪਾਂ ਮਜ਼ਦੂਰਾਂ ਨੂੰ ਕਨਵਿੰਸ ਇਸ ਗੱਲੋਂ ਕਰਾਉਣਾ ਕਿ ਆਪਾਂ ਇਸ ਘੋਲ ਵਿੱਚ ਸ਼ਾਮਲ ਹੋ ਜਾਈਏ, ਇਹ ਸਾਡਾ ਪੈਂਤੜਾ, ਬਸ ਇਹ ਸਾਡਾ ਸਾਂਝ ਦਾ ਨੁਕਤਾ। ਹੁਣ ਜਦੋਂ ਸਾਂਝ ਬਣਦੀ ਆ ਉਦੋਂ ਮਤਭੇਦਾਂ ਨੂੰ ਥੋੜਾ ਪਾਸੇ ਰੱਖਣਾ ਪੈਂਦਾ ਤੇ ਸਾਂਝ ਵਾਲੇ ਮੁੱਦਿਆਂ ਤੇ ਗੱਲ ਫੋਕਸ ਕਰਨੀ ਪੈਂਦੀ ਆ। ਹੁਣ ਇਹਦੇ 'ਚ ਉਹਨਾਂ ਸਵਾਲਾਂ ਤੇ ਹੀ ਬੋਲਣਾ ਬਸ ਵੀ ਹੈ, ਮਤਲਬ ਜਿਹੜੇ ਕੋਈ ਸਵਾਲ ਮੈਨੂੰ ਲੱਗਦਾ ਵੀ ਉਹਨਾਂ ਤੇ ਅੱਜ ਕੋਈ ਹਰ ਗੱਲ ਦਾ ਕੋਈ ਸਮਾਂ ਹੁੰਦਾ, ਹਰ ਗੱਲ ਕਰਨ ਦਾ ਕੋਈ ਸਮਾਂ ਹੁੰਦਾ ਹੈ ਨਾ। ਜਦੋਂ ਪੁਰਾਣਾ ਦੌਰ ਸੀਗਾ, ਸ਼ਾਂਤੀ ਕਾਲ ਹੁੰਦਾ, ਉਦੋਂ ਤੁਸੀਂ ਖੈਬੜੀ ਜਾਓ, ਲੜੀ ਜਾਓ, ਉਹ ਇੱਕ ਹੋਰ ਸਮਾਂ ਹੁੰਦਾ। ਇਹ ਸਮਾਂ ਥੋੜਾ ਹੋਰ ਹੈ, ਜੇ ਤੇ ਆਪਾਂ ਨੂੰ ਸਾਂਝ ਵਾਲੇ ਪੱਖ ਤੇ ਜ਼ੋਰ ਦੇਣ ਦੀ ਜ਼ਿਆਦਾ ਲੋੜ ਹੈ। ਬਾਕੀ ਕਿਹਦੀ ਕੀ ਪੋਜੀਸ਼ਨ ਉਹ ਸਾਰੇ ਜਾਣਦੇ ਹੀ ਆ ਆਪਾਂ। ਜੇ ਭਾਰਤ ਵਿੱਚ ਸਰਮਾਏਦਾਰੀ ਵਿਕਾਸ ਹੋ ਗਿਆ ਪਿਛਲੇ 50 ਸਾਲਾਂ 'ਚ, ਇਸੇ ਗੱਲ ਅਸੀਂ 50,000 ਵਾਰ ਕਹਿਤੀ। ਹੁਣ ਕੁਝ ਲੋਕ ਕਹਿੰਦੇ 51, 50,000 ਇੱਕ ਵਾਰ ਕਹੇ,
ਹੁਣ ਕਹਿੰਦੇ ਕਿਸਾਨੀ ਬਾਰੇ ਤੂੰ ਪੋਜੀਸ਼ਨ ਬਦਲੀ। ਹੁਣ ਕਿਸਾਨੀ ਬਾਰੇ ਸਾਡੀ ਜਿਹੜੀ ਪੋਜੀਸ਼ਨ ਆ, ਕਹਿੰਦਾ ਕਿਸਾਨ ਉੱਜੜ ਜਾਓ, ਕਿਸਾਨ ਉੱਜੜ ਜਾਓ, ਕਿਸਾਨੀ ਉੱਜੜ ਜਾਓ, ਕਿਸਾਨੀ ਉੱਜੜ ਜਾਊਗਾ, ਇਹ ਕੋਈ ਮੰਤਰ ਥੋੜੀ ਹੁੰਦਾ। ਹਰ ਗੱਲ ਕਹਿਣ ਦਾ ਕੋਈ ਸਮਾਂ ਹੁੰਦਾ। ਕੁਝ ਗੱਲਾਂ ਅਪ੍ਰਸੰਗਿਕ ਹੋ ਜਾਂਦੀਆਂ ਕਿਸੇ ਚੀਜ਼, ਉਹ ਕਹਿਣ ਦੀ ਲੋੜ ਨਹੀਂ ਹੁੰਦੀ। ਜੇ ਫਾਸੀਵਾਦ ਦਾ ਦੌਰ ਹੈ, ਫਾਸੀਵਾਦ ਦੰਦਨਾਉਂਦਾ ਫਿਰਦਾ, ਜਗ੍ਹਾ ਜਗ੍ਹਾ UAP ਲਾ ਕੇ ਬੇਗੁਨਾਹ ਲੋਕਾਂ ਨੂੰ ਜੇਲ੍ਹਾਂ 'ਚ ਠੋਕਦਾ ਫਿਰਦਾ, ਕਿਸੇ ਵੇਲੇ ਵੀ ਉਹਦਾ ਰੁਖ ਪੰਜਾਬ ਵੱਲ ਨੂੰ ਹੋ ਸਕਦਾ ਮੋਦੀ ਦਾ। ਅੱਜ ਹਲੇ ਨਹੀਂ ਹੈਗਾ, ਕੱਲ ਨੂੰ ਕਦੋਂ। ਹੁਣ ਮਤਲਬ ਜੋ ਇਹਨਾਂ ਨੇ ਕੇਂਦਰੀਕਰਨ ਕਰ ਲਿਆ, ਦੇਖੋ NIA ਕੰਮ ਤਾਂ ਕਾਂਗਰਸ ਦਾ ਸੀਗਾ, ਕਾਂਗਰਸ ਕਰ ਨਹੀਂ ਸਕੀ, ਬਣਾ ਨਹੀਂ ਸਕੀ, ਮੋਦੀ ਨੇ ਬਣਾ ਲਈ। NIA ਕੀ ਹੈ? ਉਹ ਦਿੱਲੀੋਂ ਆਉਂਦੇ, ਜਿੱਥੋਂ ਮਰਜ਼ੀ ਚੱਕ ਕੇ ਬੰਦਾ ਲੈ ਜਾਂਦੇ। ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਕੋਈ ਸੂਚਨਾ ਦੇਣ ਦੀ ਲੋੜ ਨਹੀਂ ਗਈ, ਸਿੱਧਾ ਦਿੱਲੀ ਠੋਕ ਦਿੰਦੇ ਚੱਕ ਕੇ ਨਾ। ਇਹ ਦੌਰ ਆ ਜਦੋਂ ਬਹੁਤ ਵੱਡਾ, ਮਤਲਬ ਭਾਰਤ ਦੇ 47 ਤੋਂ ਬਾਅਦ ਦੇ ਇਤਿਹਾਸ ਦਾ ਭਾਰਤ ਦੇ ਲੋਕਾਂ ਤੇ ਸਭ ਤੋਂ ਵੱਡਾ ਹਮਲਾ ਹੈ। ਠੀਕ, ਇਸ ਹਮਲੇ ਖਿਲਾਫ ਜਿਹੜੇ ਮਿੱਤਰ ਸ਼ਕਤੀਆਂ ਨੂੰ ਘੱਟੋ ਘੱਟ ਸਾਂਝ ਦੇ ਆਧਾਰ ਤੇ ਇਕੱਠੇ ਹੋਣ ਦੀ ਲੋੜ ਆ। ਉਹ 'ਚ ਕੋਈ ਸੂਲੀ ਸਮਝੌਤਾ ਕਰਨ ਦੀ ਲੋੜ ਨਹੀਂ, ਆਪਾਂ ਆਪਣੇ ਸਿਧਾਂਤ ਛੱਡਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਵਿੱਚ ਸਾਂਝ ਪਹਿਲਾਂ ਹੀ ਮੌਜੂਦ ਹੈ। ਉਹ ਸਾਂਝ ਤੇ ਜ਼ੋਰ ਦੇਣ ਦੀ ਲੋੜ ਹੈ। ਹੁਣ ਕੋਈ ਸਾਥੀਆਂ ਦੇ ਸਵਾਲ ਮਿਲਦੇ ਜੁਲਦੇ ਸੀਗੇ ਵੀ ਅੱਗੇ ਕੀ ਹੋ ਸਕਦਾ। ਜਿਵੇਂ ਇੱਕ ਸਵਾਲ ਸਾਥੀ ਜਮੀਰ ਨੇ ਕੀਤਾ ਸੀ ਵੀ ਜਿਹੜੀ ਇਹ MSP ਜਿਹੜਾ ਅੰਦੋਲਨ ਚੱਲ ਰਿਹਾ, ਵੀ ਇਹ MSP ਸਰਕਾਰ ਮੁੜ ਬਹਾਲ ਕਰ ਸਕਦੀ ਹੈ, ਜਾਂ ਕਹਿ ਲਓ ਇਹ ਖੇਤੀ ਕਾਨੂੰਨ ਵਾਪਸ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ ਹੀ। ਅੱਛਾ, ਇਹ ਬਹੁਤ ਮੁਸ਼ਕਿਲ ਹੈ। ਮਤਲਬ ਇਸ ਤੇ ਨਿਰਭਰ ਕਰਦਾ ਨਾ ਵੀ ਇਹ ਸਰਕਾਰ ਤੇ ਦਬਾਅ ਕਿੰਨਾ ਪੈਂਦਾ। ਵੀ ਹੋਰਾਂ ਰਾਜਾਂ ਵੱਲੋਂ ਵੀ ਜੇ ਦਬਾਅ ਪਊਗਾ ਫਿਰ ਹੋ ਸਕਦਾ, ਨਹੀਂ ਤਾਂ ਕਿਉਂਕਿ BJP ਦਾ ਜੋ ਰਿਕਾਰਡ ਹੈ ਨਾ, ਇਹ ਥੋੜੇ ਕਿਤੇ ਪਿੱਛੇ ਹਟਦੇ ਨਹੀਂ ਗਏ। ਮਤਲਬ ਫਿਰ ਇਹ ਹੁਣ ਜਨਤਾ ਤੇ ਨਿਰਭਰ ਆ ਵੀ ਉਹ ਕਿੰਨਾ ਉਹਨੂੰ ਪ੍ਰੈਸ਼ਰਾਈਜ਼ ਕਰ ਲੈਂਦੀ ਆ। ਇਹਦੀ ਕੋਈ ਭਵਿੱਖਬਾਣੀ ਤਾਂ ਕੀਤੀ ਨਹੀਂ ਜਾ ਸਕਦੀ ਠੋਸ ਰੂਪ 'ਚ। ਫਿਰ ਫਿਰਕੂ ਲੜਾਈਆਂ ਦੇ ਜਿਹੜੇ ਖਦਸ਼ੇ ਉਹ ਬਹੁਤ ਵੱਡੇ ਨੇ ਤੇ ਬਹੁਤ ਹਕੀਕੀ ਨੇ, ਬਹੁਤ ਸੰਭਾਵਨਾਵਾਂ ਇਹਨਾਂ ਚੀਜ਼ਾਂ ਦੀਆਂ। ਤੇ ਇੰਨੀ ਗੱਲ ਹੀ ਕਹਿ ਸਕਦੇ ਹਾਂ, ਦੋ ਸ਼ਕਤੀਆਂ ਜਿਵੇਂ ਮੁੜ ਸਰਗਰਮ ਹੋਈਆਂ ਤੇ ਉਹਨਾਂ ਨੂੰ ਵਿਦੇਸ਼ਾਂ ਤੋਂ ਹਮਾਇਤ ਜਿੰਨੀ ਹੈਗੀ ਆ, ਜਿੰਨੇ ਡਾਲਰ ਆਉਂਦੇ ਆ, ਤੇ ਉਹ ਛੋਟੀ ਤਾਕਤ ਨਹੀਂ ਗੀ, ਉਹਨੂੰ ਬਹੁਤ ਆਪਾਂ ਨੂੰ ਨਾ ਉਹ ਘਟਾ ਕੇ ਨਹੀਂ ਦੇਖਣਾ ਚਾਹੀਦਾ ਉਸ ਚੀਜ਼ ਨੂੰ। ਬਾਕੀ ਇਹ ਵੀ ਆ ਫਿਰ ਜਿਹੜੀਆਂ ਇਨਕਲਾਬੀ ਸ਼ਕਤੀਆਂ ਨੇ, ਜਿਹੜੀਆਂ ਕਿਸੇ ਵੀ ਘੋਲ 'ਚ ਜਾਂ ਸਰਗਰਮ ਦੇ ਸਮਾਜ ਦੇ ਵਿੱਚ, ਉਹ ਸਮਾਜ ਨੂੰ ਕੀ ਸੇਧ ਦਿੰਦੀਆਂ ਨੇ, ਉਹ ਆਪਣਾ ਰਾਜਨੀਤਿਕ ਪ੍ਰੋਗਰਾਮ ਕੀ ਦਿੰਦੀਆਂ ਲੋਕਾਂ ਨੂੰ, ਇਹਦੇ ਤੇ ਬਹੁਤ ਨਿਰਭਰ ਆ। ਬਾਕੀ ਕਈ ਸਾਥੀ ਨੂੰ ਮੇਰੀ ਗੱਲ ਬਹੁਤੀ ਉਹ ਤਸੱਲੀ ਬਖਸ਼ ਨਹੀਂ ਲੱਗੀ, ਉਹ ਕਮੀ ਰਹਿ ਗਈ ਕਿਤੇ, ਹੈ ਨਾ। ਜੇ ਮੈਂ ਤਾਂ ਜਿੰਨੀ ਕੁ ਤਿਆਰੀ ਕੀਤੀ ਸੀ, ਜੋ ਸੋਚਿਆ ਸੀ ਉਹਨਾਂ ਮੈਂ ਬੋਲਤਾ, ਉਹ ਫਿਰ ਹੁਣ ਵਿੱਚ ਮੈਂ ਮਤਲਬ ਕੋਈ ਠੋਸ ਸਵਾਲ ਹੁੰਦੇ ਮੈਂ ਹੁਣ ਉਹਨੂੰ ਕਲੀਅਰ ਕਰ ਦਿੰਦਾ। ਜੇ ਵਿਰਕ ਜੀ ਨੇ ਕਿਹਾ ਵੀ ਪਹਿਲਾਂ ਜਿਣਸਾਂ ਮੁਨਾਫੇ ਤੇ ਵਿਕਦੀਆਂ ਸੀ, ਹੁਣ ਨਹੀਂ ਵਿਕਦੀਆਂ, ਇਹਦਾ ਉਹ ਕੋਈ ਵਿਗਿਆਨਕ ਇਹਦਾ ਆਧਾਰ ਨਹੀਂਗਾ। ਜਿਣਸਾਂ ਆਮ ਤੌਰ ਤੇ ਮੁਨਾਫੇ ਤੇ ਵਿਕਦੀਆਂ ਹੁੰਦੀਆਂ ਨੇ ਤੇ ਨਹੀਂ ਵੀ ਵਿਕਦੀਆਂ ਹੁੰਦੀਆਂ। ਮਤਲਬ ਜਦੋਂ ਸੰਕਟ ਦੀ ਘੜੀ ਹੁੰਦੀ, ਜਦੋਂ ਸਰਮਾਏਦਾਰੀ ਸੰਕਟ 'ਚ ਹੁੰਦੀ ਆ, ਉਦੋਂ ਬਰਬਾਦ ਹੋ ਜਾਂਦੀਆਂ ਜਿਣਸਾਂ ਬਹੁਤ ਸਾਰੀਆਂ। ਮਤਲਬ ਸਨਅਤ ਦੇ ਵਿੱਚ ਵੀ ਹੁੰਦਾ ਚੀਜ਼ਾਂ, ਉਹ ਖੇਤੀ 'ਚ ਜ਼ਿਆਦਾ ਹੁੰਦੀਆਂ ਨੇ ਸਗੋਂ, ਕਿਉਂਕਿ ਖੇਤੀ ਦੀਆਂ ਬਹੁਤ ਸਾਰੀਆਂ ਜਿਣਸਾਂ ਨੂੰ ਤੁਸੀਂ ਸੰਭਾਲ ਕੇ ਨਹੀਂ ਰੱਖ ਸਕਦੇ। ਸਨਅਤ ਵਾਲੀਆਂ ਤਾਂ ਫਿਰ ਵੀ ਡਿਊਰੇਬਲ ਹੁੰਦੀਆਂ, ਉਹ ਬਚੀਆਂ ਰਹਿ ਸਕਦੀਆਂ ਨੇ। ਮਤਲਬ ਇਹ ਉਸ ਤੇ ਨਿਰਭਰ ਕਰਦਾ ਕਿ ਸਰਮਾਏਦਾਰ ਜਿਹੜਾ ਅਰਥਚਾਰਾ ਉਹ ਮਤਲਬ ਆਪਾਂ ਕਹੀਏ ਉਹ ਸੰਕਟ ਦੇ ਵਿੱਚ ਫਸਿਆ ਹੋਇਆ ਜਾਂ ਸੰਕਟ 'ਚ ਨਹੀਂ ਹੈਗਾ, ਇਸ ਤੇ ਨਿਰਭਰ ਹੀ ਕਰਦਾ ਉਹ। ਇੱਕ ਇਹ ਸਵਾਲ ਆਇਆ ਸੀ ਕਿ ਜਿਹੜੀ ਭਾਰਤ ਦੀ ਵੱਡੀ ਬੁਰਜਾਜੀ ਆ ਤੇ ਛੋਟੀ ਬੁਰਜਾਜੀ ਦੀ ਵਿਰੋਧਤਾ, ਇਹਨੂੰ ਤੇ ਭਾਰਤ ਦੀ ਵੱਡੀ ਭਾਰਤੀ ਬੁਰਜਾਜੀ ਤੇ ਖੇਤਰੀ ਬੁਰਜਾਜੀ ਦੋਨਾਂ ਵਿਰੋਧ, ਇਹਨੂੰ ਆਪਾਂ ਕਿਵੇਂ ਬਖਰਾਉਂਦੇ ਆ? ਗੱਲ ਸਮਝ ਆ ਗਈ ਨਾ। ਇੱਕ ਤਾਂ ਹੁੰਦਾ ਵੀ ਇੱਕ ਦੇਸ਼ 'ਚ ਵੱਡੀ ਬੁਰਜਾਜੀ ਛੋਟੀ ਸਰਮਾਏਦਾਰੀ ਦੀ ਵਿਰੋਧਤਾ ਹੀ ਹੈ ਨਾ। ਆਪਾਂ ਇਹਨੂੰ ਵੱਡੀ ਤੇ ਛੋਟੀ ਸਰਮਾਏਦਾਰੀ ਦੀ ਵਿਰੋਧਤਾ ਹੀ ਨਹੀਂ ਕਹਿ ਸਕਦੇ, ਆਪਾਂ ਇਹ ਕਹਿ ਸਕਦੇ ਹਾਂ ਸਰਮਾਏਦਾਰ ਜਮਾਤ ਦੇ ਅਲੱਗ-ਅਲੱਗ ਧੜਿਆਂ ਦੀ ਵਿਰੋਧਤਾ ਹੀ। ਦੂਜੀ ਹੁੰਦੀ ਇੱਕ ਬਹੁ ਕੌਮੀ ਦੇਸ਼ ਦੇ ਵਿੱਚ ਇੱਕ ਜਾਂ ਤਾਂ ਕੋਈ ਕੌਮ ਹੀ ਹਾਵੀ ਹੈ, ਜਿਵੇਂ ਰੂਸ ਵਿੱਚ ਸੀਗੀ, ਜਾਂ ਕੋਈ ਕੌਮ ਨਹੀਂ, ਕੋਈ ਅਜਿਹੀ ਰੂਲਿੰਗ ਕਲਾਸ ਆ ਜਿਹੜੀ ਇਹਨੂੰ ਪੂਰਾ ਉਹਦਾ ਹਿੱਤ ਆ ਕਿ ਵੱਡੀ ਮੰਡੀ ਤੋਂ ਉਹਦਾ ਕਬਜ਼ਾ ਹੋਵੇ। ਉਹਦੇ 'ਚ ਵਿਰੋਧ ਤੇ ਵੱਖ-ਵੱਖ ਕੌਮਾਂ ਦੀ ਵਿਰੋਧ, ਤੇ ਇਹ 'ਚ ਫਰਕ ਕੀ ਹੁੰਦਾ? ਕਈ ਲੋਕ ਇਹਨੂੰ ਰਲ ਗੱਡ ਕਰਦੇ ਵੀ ਇੱਕ ਹੀ ਚੀਜ਼ ਆ ਨਾ, ਵੀ ਜਿਵੇਂ ਇੱਕ ਕੌਮੀ ਦੇਸ਼ ਦੇ ਵਿੱਚ ਵੀ ਸਰਮਾਏਦਾਰ ਜਮਾਤ ਦੇ ਅਲੱਗ-ਅਲੱਗ ਧੜਿਆਂ ਦੀ ਵਿਰੋਧਤਾ ਹੀ ਚੱਲਦੀ ਰਹਿੰਦੀ ਆ। ਜਿਵੇਂ ਕਹਿ ਲਓ ਖੇਤੀ ਸਰਮਾਏਦਾਰ ਦੀ ਸਨਅਤੀ ਸਰਮਾਏਦਾਰ ਦਾ ਵਿਰੋਧਤਾ ਹੀ ਹੁੰਦੀ ਆ। ਖੇਤੀ ਲੱਗਾ ਸਰਮਾਏਦਾਰ ਆਪਣੀ ਜਿਣਸਾਂ ਨੂੰ ਜ਼ਿਆਦਾ ਭਾਅ ਮੰਗਦਾ, ਸਨਅਤੀ ਸਰਮਾਏਦਾਰ ਜਿਹੜੀ ਕੁੱਲ ਵਾਫਰ ਕਦਰ ਸਮਾਜ 'ਚ ਪੈਦਾ ਹੁੰਦੀ ਆ, ਉਹ 'ਚ ਵੱਡਾ ਹਿੱਸਾ ਕਿਹੜਾ ਲੈ ਜਾਵੇ, ਇਹਦੇ ਲਈ ਲੜਾਈ ਇਹਨਾਂ 'ਚ ਚੱਲਦੀ ਰਹਿੰਦੀ ਆ। ਹੁਣ ਜੇ ਕੋਈ ਦੇਸ਼ ਅਜਿਹਾ ਜਿਹ 'ਚ ਇੱਕ ਹੀ ਕੌਮ ਵਸਦੀ ਆ, ਤਾਂ ਇਹ ਵਿਰੋਧ ਤੇ ਉਹ ਦੇਸ਼ ਦੇ ਖਿੰਡਾਣ ਵੱਲ ਨੂੰ ਲੈ ਕੇ ਜਾ ਸਕਦੀ। ਜੇ ਇੱਕ ਬਹੁ ਕੌਮੀ ਦੇਸ਼ ਹੈ ਤਾਂ ਉਹ ਦੇਸ਼ ਖਿੰਡ ਸਕਦਾ।
ਜਿਵੇਂ ਸੋਵੀਅਤ ਯੂਨੀਅਨ ਦੇਖਿਆ ਜਾਵੇ 91 ਚ ਉਹਦੇ 15 ਦੇਸ਼ ਬਣ ਗਏ ਹੈਂ। ਜਾਂ ਮੰਨ ਲਓ ਕਿ ਜੇ ਯੂਗੋਸਲਾਵੀਆ ਦੇ 1992 ਚ 7 ਦੇਸ਼ ਬਣ ਗਏ। ਇੱਕ ਚੈਕੋਸਲੋਵਾਕੀਆ ਨਾਂ ਦਾ ਦੇਸ਼ ਸੀਗਾ, ਉਹ ਚੈੱਕ ਗਣਰਾਜ ਤੇ ਸਲੋਵਾਕ ਗਣਰਾਜ 2 ਬਣ ਗਏ, ਇਹ 93 ਚ ਬਣੇ ਹੈਂ। ਇਸ ਤਰ੍ਹਾਂ ਹੋ ਸਕਦਾ ਹੈਂ। ਮਤਲਬ ਖੇਤਰੀ ਬੁਰਜੁਆਜੀ ਨਹੀਂ ਆਪਾਂ ਕਹਿ ਸਕਦੇ, ਖੇਤਰੀ ਬੁਰਜੁਆਜੀ ਕੋਈ ਨਹੀਂ ਹੁੰਦੀ ਹੈ ਨਾ, ਕੌਮ ਦੀ ਸਰਮਾਏਦਾਰੀ ਹੁੰਦੀ ਹੈ ਨਾ, ਕਿ ਕਹਿੰਦੇ ਖੇਤਰਵਾਦ ਕਹਿੰਦੇ ਨੂੰ ਨਾ। ਖੇਤਰਵਾਦ ਦਾ ਕੀ ਮਤਲਬ ਹੈ? ਦਾ ਕੋਈ ਮਤਲਬ ਨਹੀਂ ਹੁੰਦਾ। ਮਤਲਬ ਕੌਮ ਦੀ ਲੜਾਈ ਹੁੰਦੀ ਆ, ਕਿਸੇ ਖਿੱਤੇ 'ਚ ਕੌਮ ਵਸੀ ਹੋਈ ਆ। ਕਿਉਂਕਿ ਜਿਹੜੀ ਭਾਰਤ ਦੀ ਸਰਮਾਏਦਾਰੀ ਦਾ ਇੱਕ ਟਾਸਕ ਹੈ, ਇਹਨੂੰ ਇੱਕ ਕੌਮ ਬਣਾਉਣਾ, ਇਹ ਸਾਰੀਆਂ ਭਾਸ਼ਾਵਾਂ ਖਤਮ ਕਰਨੀਆਂ, ਇੱਕ ਭਾਸ਼ਾ ਬਣਾਉਣੀ ਆ। ਉਹ ਹਿੰਦੀ ਇਹਨਾਂ ਨੂੰ ਸਭ ਤੋਂ ਲੱਗਦੀ ਹੈ ਸੂਟੇਬਲ, ਕਿਉਂਕਿ ਅੰਗਰੇਜ਼ੀ ਲੋਕਾਂ ਦੀ ਭਾਸ਼ਾ ਨਹੀਂ ਬਣ ਸਕਦੀ। ਅੰਗਰੇਜ਼ੀ ਨਾਲ ਆਪਣੇ ਰਿਸ਼ਤੇ ਖਰਾਬ ਰਹਿੰਦੇ ਆ। ਹਿੰਦੀ ਆਸਾਨੀ ਨਾਲ ਸਮਝਿਆ ਜਾਂਦੀ ਆ ਜ਼ਿਆਦਾਤਰ ਲੋਕਾਂ ਨੂੰ, ਖਾਸ ਤੌਰ ਤੇ ਆਪਾਂ ਕਹੀਏ ਕਸ਼ਮੀਰ ਤੋਂ ਲੈ ਕੇ ਆਪਾਂ ਬਿਹਾਰ ਤੱਕ, ਮੱਧ ਪ੍ਰਦੇਸ਼, ਰਾਜਸਥਾਨ, ਇਹ ਬਹੁਤ ਵੱਡੇ ਹਿੱਸੇ 'ਚ ਆਸਾਨੀ ਨਾਲ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਸ਼ਬਦ ਮਿਲਦੇ ਜੁਲਦੇ ਆ, ਥੋੜਾ ਲਹਿਜੇ ਦਾ ਫਰਕ ਆ। ਇਸ ਲਈ ਹਿੰਦੀ ਨੂੰ ਭਾਰਤ ਦੀ ਸਰਮਾਏਦਾਰ ਜਮਾਤ ਨੇ ਇੱਕ ਪ੍ਰੋਜੈਕਟ ਬਣਾਇਆ ਵੀ ਇਹਨੂੰ ਆਪਾਂ ਇੱਕ ਕੌਮ ਬਣਾਉਣਾ ਨਾ, ਇੱਕ ਆਰਥਿਕਤਾ। ਫਿਰ ਉਹ ਜਿਹੜਾ ਦਰੜਦੇ ਆ ਇਸ ਚੀਜ਼ ਨੂੰ, ਥੋਪਦੇ ਆ, ਇਹਨਾਂ ਜਿਹੜੀ ਵਿਰੋਧਤਾ ਹੋਰ ਤਿੱਖੀ ਹੁੰਦੀ ਆ ਹੈ ਨਾ, ਕੌਮਾਂ ਦੀ ਤੇ ਵੱਡੀ ਬੁਰਜੁਆਜੀ ਦੀ ਵਿਰੋਧਤਾ ਹੀ। ਇਹਦਾ ਭਵਿੱਖ ਕੀ ਹੋ ਸਕਦਾ? ਇਹਦੇ 2 ਰਸਤੇ ਨੇ ਇਹਦੇ ਅੱਗੇ। ਨੰਬਰ 1, ਇਹ ਸੋਵੀਅਤ ਯੂਨੀਅਨ ਨੂੰ ਖਿੰਡ ਜਵੇ, ਇਹ ਯੂਗੋਸਲਾਵੀਆ ਨੂੰ ਖਿੰਡ ਜਵੇ, ਇਹਦੇ ਕਈ ਦੇਸ਼ ਬਣ ਜਾਣ। ਇਹ ਇੱਕ ਅਸਲ ਸੰਭਾਵਨਾ ਇਹ ਹੋ ਸਕਦਾ। ਨੰਬਰ 2, ਭਾਰਤ ਵਿੱਚ ਇਨਕਲਾਬ ਹੋਵੇ। ਕੁਝ ਕਹਿੰਦੇ ਨਵ ਜਮਹੂਰੀ ਇਨਕਲਾਬ ਕਰਨਾ, ਚਲੋ ਉਹਨਾਂ ਵਾਲਾ ਹੋ ਜਵੇ ਹੈ, ਜਾਂ ਸਾਡੇ ਵਾਲਾ ਹੋ ਜਵੇ, ਸਮਾਜਵਾਦੀ ਇਨਕਲਾਬ ਹੋ ਜਵੇ, ਤੇ ਫਿਰ ਇਹ ਕੌਮਾਂ ਦੀ ਸਵੈ-ਇੱਛਤ ਸੰਘ ਬਣ ਜਵੇ, ਜਿਵੇਂ ਸੋਵੀਅਤ ਯੂਨੀਅਨ ਜਦੋਂ ਬਣਿਆ 1917 ਚ ਇਨਕਲਾਬ ਹੋਇਆ, 22 ਸੋਵੀਅਤ ਯੂਨੀਅਨ ਬਣਿਆ। ਜਦੋਂ ਉਹ ਤਰੀਕਾ, ਫਿਰ ਇਹ ਇਕੱਠਾ ਰਹਿ ਸਕਦਾ ਹੈ। ਫਿਰ ਵੀ ਪੂਰਾ ਇਕੱਠਾ ਰਹੂ ਕਿ ਨਹੀਂ ਰਹੂ, ਇਹਦੀ ਸੰਭਾਵਨਾ ਆਪਾਂ ਪੂਰਾ ਨਹੀਂ ਦੱਸ ਸਕਦੇ। ਕੋਈ ਨਾਰਥ ਈਸਟ ਸਾਡੇ ਨਾਲ ਆਊਗਾ, ਕਸ਼ਮੀਰ ਸਾਡੇ ਨਾਲ ਆਊ ਕਿ ਨਹੀਂ ਆਊ, ਇਹ ਦੱਸਿਆ ਨਹੀਂ ਜਾ ਸਕਦਾ ਨਾ। ਇਹਦੇ ਖਿੰਡਾ ਦੀ ਜਿਹੜੀ ਹੁਣ ਜਾਂ ਤਾਂ ਜਿਹੜੀ ਵੱਡੀ ਸਰਮਾਏਦਾਰੀ ਤੇ ਅਲੱਗ-ਅਲੱਗ ਕੌਮਾਂ ਦੀ ਸਰਮਾਏਦਾਰੀ ਦੀ ਵਿਰੋਧਤਾ ਹੀ ਹੱਲ ਹੋ ਜਾਵੇ ਹੈ, ਫਿਰ ਇਹ ਟਿਕਿਆ ਰਹਿ ਸਕਦਾ। ਪਰ ਇਹ ਹੱਲ ਹੋ ਨਹੀਂ ਸਕਦੀ। ਇਹ ਕਿਹਨੇ ਕਿਹਾ? ਸਟਾਲਿਨ ਨੇ ਕਿ ਬਹੁ ਕੌਮੀ ਦੇਸ਼ ਵਿੱਚ ਨਿੱਜੀ ਜਾਇਦਾਦ ਦੇ ਆਧਾਰ ਤੇ ਜਿੰਨੇ ਨਾ ਵਿਰੋਧਤਾ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਉਹਨਾਂ ਇਹ ਸਗੋਂ ਹੋਰ ਉਲਝਦਾ ਜਾਂਦਾ ਤੇ ਬਹੁ ਕੌਮੀ ਦੇਸ਼ਾਂ ਦਾ ਭਵਿੱਖ ਹੁੰਦਾ, ਇਹ ਟਿਕੇ ਨਹੀਂ ਰਹਿ ਸਕਦੇ, ਇਹ ਟਿਕਾ ਨਹੀਂ ਹੁੰਦਾ, ਇਹ ਖਿੰਡ ਸਕਦੇ ਆ। ਹੁਣ ਜਿਹੜਾ ਜਿਵੇਂ ਜਰਮਨੀ ਵਿੱਚ ਸਰਮਾਏਦਾਰ ਜਮਾਤ ਦੇ ਅਲੱਗ-ਅਲੱਗ ਧੜਿਆਂ ਦੀ ਵਿਰੋਧਤਾ ਦਾ ਇਹ ਨਹੀਂ ਹੋਊਗਾ ਕਿ ਜਰਮਨੀ ਦੇ 2 ਜ਼ਿਲ੍ਹੇ ਅਲੱਗ ਹੋ ਗਏ, ਇਹ ਕਦੇ ਨਹੀਂ ਹੋ ਸਕਦਾ। ਭਾਰਤ ਵਿੱਚ ਹੋ ਸਕਦਾ, ਸਪੇਨ ਵਿੱਚ ਹੋ ਸਕਦਾ ਹੈ, ਕੈਨੇਡਾ ਵਿੱਚ ਜਿਹੜਾ ਆਪਣਾ ਕਿਊਬੈਕ ਉਹ ਅੱਡ ਹੋ ਸਕਦਾ, ਇੰਗਲੈਂਡ ਦਾ ਸਕਾਟਲੈਂਡ ਦੇ ਅਲੱਗ ਹੋ ਸਕਦਾ। ਸੰਭਾਵਨਾ ਭਵਿੱਖ ਦੇ ਵਿੱਚ ਇਹ ਸੰਭਾਵਨਾ ਹੈ ਇਹਦੇ ਖਿੰਡਣ ਦੀ। ਇਸ ਲਈ ਇਹਨਾਂ ਦੋਹਾਂ ਨੂੰ ਆਪਾਂ ਬਰਾਬਰ ਨਹੀਂ ਰੱਖ ਸਕਦੇ ਵੀ ਜਿਵੇਂ ਜਰਮਨੀ ਵਿੱਚ ਸਰਮਾਏਦਾਰ ਜਮਾਤ ਦੇ ਅਲੱਗ-ਅਲੱਗ ਧੜਿਆਂ ਦੀ ਵਿਰੋਧਤਾ ਹੀ, ਉਵੇਂ ਭਾਰਤ ਵਿੱਚ ਵੀ ਇਹ ਸਰਮਾਏਦਾਰ ਜਮਾਤ ਦੇ ਅਲੱਗ-ਅਲੱਗ ਧੜਿਆਂ ਦੀ ਵਿਰੋਧਤਾ, ਇਹਨਾਂ 'ਚ ਕੋਈ ਸਮਾਨਤਾ ਨਹੀਂ ਗਈ। ਫਿਰ ਇੱਕ ਇਹ ਸਵਾਲ ਹੈ, ਜੋ ਮਤਲਬ ਇਹ ਮੈਂ ਤਾਂ ਆਪਣੇ ਲੈਕਚਰ ਦੇ ਵਿੱਚ ਕਿਹਾ ਸੀਗਾ ਵੀ ਜਿਹੜਾ ਇਹ ਕਾਨੂੰਨ ਆਏ ਆ, ਇਹ ਤਾਂ ਜਿਵੇਂ 1991 ਤੋਂ ਹੀ ਭਾਰਤ ਦੀ ਜਿਹੜੀ ਸਰਮਾਏਦਾਰ ਜਮਾਤ ਆ ਉਹ ਜਿਹੜੇ ਰਸਤੇ ਤੇ ਚੱਲ ਰਹੀ ਆ, ਨਿੱਜੀਕਰਨ, ਉਦਾਰੀਕਰਨ ਤੇ ਆਪਣਾ ਸੰਸਾਰੀਕਰਨ, ਉਹਨਾਂ ਨੀਤੀਆਂ ਦਾ ਅਗਲਾ ਪੜਾਅ ਆ ਇਹ। ਉਹ ਕਦਮਦਾਰ ਅੱਗੇ ਵਧੀਆਂ ਗਈਆਂ। ਇਹਦੇ ਵਿੱਚ ਭਾਰਤ ਦੀ ਵੱਡੀ ਜਿਹੜੀ ਇਜਾਰੇਦਾਰ ਸਰਮਾਏਦਾਰੀ ਦੇ ਹਿੱਤ ਆ ਤੇ ਸਾਮਰਾਜੀ ਬਹੁ ਕੌਮੀ ਕੰਪਨੀ ਦੇ ਹਿੱਤ। ਇਹ ਤਾਂ ਮੈਂ ਪਹਿਲਾਂ ਹੀ ਆਪਣੇ ਲੈਕਚਰ 'ਚ ਗੱਲ ਕਹੀ ਸੀਗੀ। ਉਹਨੂੰ ਵਿਦੇਸ਼ੀ ਕੰਪਨੀਆਂ ਕਿਹਾ ਸੀਗਾ ਸ਼ਬਦ, ਜਦੋਂ ਹੁਣ ਜ਼ਿਆਦਾ ਵਧੀਆ ਸ਼ਬਦ ਕਹਿੰਦੇ ਵੀ ਜਿਹੜੀ ਸਾਮਰਾਜੀ ਬਹੁ ਕੌਮੀ ਕੰਪਨੀਆਂ ਦਾ ਹਿੱਤ ਹੈ ਇਹਦੇ 'ਚ। ਹੁਣ ਭਾਰਤ ਦੇ ਵਿੱਚ ਇੱਕ ਸਰਵੇ ਹੋਇਆ ਸੀ ਬਹੁਤ ਪਹਿਲਾਂ, ਹੁਣ ਵੀ ਜਿਹੜੀ ਸਥਿਤੀ ਉਹੀ ਹੈ ਲਗਭਗ, ਇਹਨਾਂ ਨਾ ਬਹੁਤਾ ਫਰਕ ਨਹੀਂ ਪਿਆ। ਇਹ ਜਿਹੜੀ ਸਥਿਤੀ ਬਣੀ ਸੀਗੀ 1967 ਦੇ ਵਿੱਚ ਨਾ ਇੱਕ ਸਰਵੇ ਹੋਇਆ, ਭਾਰਤ ਦੇ ਜਿਹੜੇ ਇਜਾਰੇਦਾਰ ਘਰਾਣੇ ਨੇ ਉਹਨਾਂ ਵਿੱਚ ਕਿਹਦਾ ਕਿੰਨਾ ਹਿੱਸਾ। 75 ਜਿਹੜੇ ਘਰਾਣੇ ਨੇ ਉਹਨਾਂ ਵਿੱਚੋਂ ਜਿਹੜੇ ਸੀਗੇ 25% ਸੀਗੇ ਮਾਰਵਾੜੀ ਜਾਣੀ ਕਿ ਰਾਜਸਥਾਨੀ, 37% ਸੀ ਗੁਜਰਾਤੀ, 8% ਸੀਗੇ ਨੌਨ ਮਾਰਵਾੜੀ ਹਿੰਦੁਸਤਾਨੀ, ਮਤਲਬ ਹਿੰਦੀ ਪੱਟੀ ਤੇ ਦਿੱਲੀ ਦੁੱਲੀ ਦਾ ਕਹੂਗਾ ਇਹ ਨਾਂ ਨਹੀਂ ਲਿਖਿਆ। 13.5% ਵਿਦੇਸ਼ੀ ਸੀਗੇ, ਵਿਦੇਸ਼ੀ ਕੰਪਨੀ ਜਿਹੜੇ ਇਜਾਰੇਦਾਰੀ ਹੈ ਜਿਨ੍ਹਾਂ ਦੀ। ਹੁਣ 67 ਤੋਂ ਲੈ ਕੇ ਹੁਣ 2002 ਆ ਗਿਆ, ਇਹਦੇ 'ਚ ਕੀ ਹੋ ਸਕਦਾ ਹੈ ਨਾ। ਮਤਲਬ ਕੁੱਲ ਪਿਕਚਰ ਜਿਹੀ ਹੈ, ਇਹ 'ਚ ਕੋਈ ਬਹੁਤਾ ਬਦਲਾਅ ਨਹੀਂ ਆਇਆ। ਜੇ ਭਾਰਤ ਦੇ ਵਿੱਚ ਜਿਹੜੀ ਸਰਮਾਏਦਾਰੀ ਜਮਾਤ ਡੋਮੀਨੇਟ ਕਰਦੀ ਹੈ ਉਹ ਗੁਜਰਾਤੀ ਤੇ ਮਾਰਵਾੜੀ ਆ। ਕਈ ਕਹਿੰਦੇ ਹੁਣ ਤਾਂ ਸਾਰੀਆਂ ਕੌਮਾਂ ਦੇ ਇਜਾਰੇਦਾਰ ਘਰਾਣੇ ਹੋ ਗਏ, ਪੰਜਾਬ ਦੇ ਕਿੰਨੇ ਇਜਾਰੇਦਾਰ ਘਰਾਣੇ, ਇੱਕ ਮਤਲਬ ਥੋੜੇ ਨੇ। ਸੁਨੀਲ ਭਾਰਤੀ ਮਿੱਤਲ ਨੂੰ ਕਹਿ ਸਕਦੇ ਆਪਾਂ।
ਤੇ ਜਿਹੜਾ ਬਿਹਾਰ ਹੈ, ਬਿਹਾਰ ਦੇ ਕਿੱਥੇ ਆ ਸਰਮਾਏਦਾਰ, ਕਿਹੜਾ ਮਤਲਬ ਇਜਾਰੇਦਾਰ ਸਰਮਾਏਦਾਰ ਕਹਣਾ, ਯੂਪੀ ਚੋਂ ਕਿਹੜਾ ਸਰਮਾਏਦਾਰ ਇਜਾਰੇਦਾਰ ਕਹਣਾ, ਮੱਧ ਪ੍ਰਦੇਸ਼ ਚੋਂ ਕਿਹੜਾ, ਛੱਤੀਸਗੜ੍ਹ ਚੋਂ ਕਿਹੜਾ ਹੈ ਨਾ। ਮਤਲਬ ਇਹ ਸਾਰੀਆਂ ਸਮਿਲਿਤ ਨਹੀਂ ਹੈਗੀ ਇਹ ਬੁਰਜੁਆਜੀ। ਜੇ ਖੇਤੀ ਵਾਲੇ ਸਾਰਾ ਜੋੜਨਾ ਫਿਰ ਤਾਂ ਕਸ਼ਮੀਰ ਦੇ ਸੇਬਾਂ ਦੇ ਬਾਗਾਂ ਨੂੰ ਵੀ ਜੋੜ ਲਓ ਵਿੱਚ ਨਾ, ਫਿਰ ਨਾਰਥ ਈਸਟ ਵਿੱਚ ਤੁਹਾਨੂੰ ਮਿਲ ਜਾਣਗੇ ਇਦਾਂ ਦੇ ਛੋਟੇ ਛੋਟੇ ਸਰਮਾਏਦਾਰਾਂ ਨੂੰ ਜੋੜਨਾ। ਜਿਹੜੀ ਵੱਡੀ ਇਜਾਰੇਦਾਰ ਬੁਰਜੁਆਜੀ ਆ ਉਹ ਮੁੱਖ ਤੌਰ ਤੇ ਉਹ ਗੁਜਰਾਤੀ ਆ ਤੇ ਮਾਰਵਾੜੀ ਆ, ਪਲੱਸ ਉਹਦੇ ਵਿੱਚ ਜੇ ਸਭ ਤੋਂ ਵੱਡਾ ਸ਼ੇਅਰ ਫਿਰ ਗਿਣਿਆ ਜਾਊ ਤੀਸਰੇ ਨੰਬਰ ਤੇ, ਉਹ ਗਿਣਿਆ ਜਾਊਗਾ ਇਹਨਾਂ ਦਾ, ਵਿਦੇਸ਼ੀ ਕੰਪਨੀਆਂ ਦਾ। ਫਿਰ ਇਹ ਹੈ ਕਿ ਆਪਾਂ ਮਤਲਬ ਇਹਨੂੰ ਇਗਨੋਰ ਕਰ ਦਿੰਦੇ ਆ ਜਿਹੜਾ ਬਾਹਰੀ ਉਹ ਹਨਾ, ਮਤਲਬ ਉਹਨੂੰ ਸਾਫ਼-ਸਾਫ਼ ਕਹਿਣਾ ਚਾਹੀਦਾ ਵੀ ਜਿਹੜਾ ਸਾਮਰਾਜ ਦਾ ਦਖਲ ਆ ਭਾਰਤ ਦੇ ਵਿੱਚ, ਉਹਨੂੰ ਆਪਾਂ ਥੋੜਾ ਮਤਲਬ ਪੇਤਲਾ ਪਾ ਦਿੰਦੇ ਜਦ ਤੇ ਬਹੁਤਾ ਜ਼ੋਰ ਨਹੀਂ ਦਿੰਦੇ। ਇਹ ਸਾਥੀ ਕਸਤੂਰੀ ਲਾਲ ਤੇ ਬਲਦੇਵ ਦੀ ਗੱਲ ਵਿੱਚ ਇਹ ਗੱਲ ਆਈ, ਜਿਵੇਂ ਇੱਕ ਤਾਂ ਇਹ ਕਹਿਣਾ ਕਿ ਉਹਨਾਂ ਦਾ ਕੋਈ ਦਖਲ ਹੀ ਨਹੀਂ, ਇਹ ਤਾਂ ਗਲਤ ਗੱਲ ਹੋ ਗਈ। ਇਹ ਸਾਰੀਆਂ ਨੀਤੀਆਂ ਬਣਾਉਣ 'ਚ ਉਹਨਾਂ ਦਾ ਕੋਈ ਦਖਲ ਨਹੀਂ, ਇਹ ਵੀ ਗੱਲ ਗਲਤ ਹੋ ਗਈ ਹਨਾ। ਦੂਜੀ ਗੱਲ ਵੀ ਸਾਰਾ ਕੁਝ ਉਹੀ ਕਰਦੇ ਨੇ, ਇਹ ਵੀ ਉਨੀ ਗਲਤ ਗੱਲ ਹੈ ਵੀ ਜਿਵੇਂ ਭਾਰਤੀ ਬੁਰਜੁਆਜੀ ਦਾ ਆਪਣਾ ਕੋਈ ਵਜੂਦ ਹੀ ਨਹੀਂ ਹੈਗਾ, ਵੀ ਇਹ ਕਠਪੁਤਲੀ ਆ, ਇਹ ਵਿਦੇਸ਼ਾਂ ਦੇ ਇਸ਼ਾਰਿਆਂ ਤੇ ਨੱਚਦੀ ਆ, ਇਹ 'ਚ ਕੋਈ ਸੱਚਾਈ ਨਹੀਂ ਗੀ। ਹੁਣ ਜਿਹੜੇ ਭਾਰਤ ਦਾ ਕੁੱਲ ਸਰਮਾਇਆ ਆਪਾਂ ਦੇਖੀਏ, ਜਿਵੇਂ ਮਤਲਬ ਕਹਿੰਦੇ ਇੱਕ ਬਾਹਰੀ ਕਾਰਕ ਇੱਕ ਅੰਦਰੂਨੀ ਕਾਰਕ। ਹੁਣ ਜੇ ਤੁਸੀਂ ਸਾਮਰਾਜ ਨੂੰ ਬਾਹਰੀ ਮੰਨਦੇ ਹੋ, ਅੰਦਰੂਨੀ ਨਹੀਂ ਮੰਨਦੇ, ਤਾਂ ਮਾਰਕਸਵਾਦ ਦੇ ਮੁਤਾਬਿਕ ਤਾਂ ਅੰਦਰੂਨੀ ਕਾਰਕ ਪ੍ਰਧਾਨ ਹੁੰਦੇ ਆ, ਬਾਹਰੀ ਚੀਜ਼ਾਂ ਸਹਾਇਕ ਹੁੰਦੀਆਂ। ਬਾਹਰੀ ਚੀਜ਼ਾਂ ਦਾ ਰੋਲ ਦੋਮ ਦਰਜੇ ਦਾ ਹੁੰਦਾ, ਪ੍ਰਾਇਮਰੀ ਨਹੀਂ ਹੁੰਦਾ। ਜਿਵੇਂ ਅੰਡੇ ਚੋਂ ਚੂਜਾ ਨਿਕਲ ਸਕਦਾ, ਪੱਥਰ ਚੋਂ ਨਹੀਂ ਨਿਕਲ ਸਕਦਾ, ਪਰ ਤਾਪਮਾਨ ਬਿਨਾਂ ਵੀ ਨਹੀਂ ਨਿਕਲ ਸਕਦਾ ਅੰਡੇ ਚੋਂ, ਪਰ ਨਿਕਲਦਾ ਅੰਡੇ ਚੋਂ ਹੀ। ਜਿਹੜੀ ਅੰਦਰੂਨੀ ਗਤੀ ਹੀ ਪ੍ਰਧਾਨ ਹੁੰਦੀ ਆ ਤੇ ਬਾਹਰੀ ਗਤੀ ਅੰਦਰੂਨੀ ਗਤੀ ਰਾਹੀਂ ਹੀ ਅਮਲ ਚ ਆਉਂਦੀ ਆ। ਠੀਕ, ਹੁਣ ਭਾਰਤ ਦੀ ਜਿਹੜੀ ਕੁੱਲ ਇਹਦੇ ਜਿਹੜੇ ਅਰਥਚਾਰਾ, ਇਹਦੇ ਤੇ ਕਿਹਦਾ ਕਬਜ਼ਾ? ਭਾਰਤ ਦੇ ਅਰਥਚਾਰੇ ਤੇ ਮਤਲਬ ਕਿਹਾ ਜਾਵੇ ਜਿਹੜਾ ਵਿਦੇਸ਼ੀ ਪੂੰਜੀ ਹੈ, ਵਿਦੇਸ਼ੀ ਸਰਮਾਇਆ, ਭਾਰਤ ਦੇ ਕੁੱਲ ਸਰਮਾਏ ਵਿੱਚ ਉਹਦਾ ਜਿਹੜਾ ਹਿੱਸਾ ਆ ਉਹ 1% ਤੋਂ ਵੀ ਘੱਟ ਹੈ। ਜਿਵੇਂ ਸਾਲਾਨਾ ਅੰਕੜੇ ਆਉਂਦੇ ਨੇ, ਉਹਨੂੰ ਕਹਿੰਦੇ ਗ੍ਰੋਸ ਡੋਮੈਸਟਿਕ ਇਨਵੈਸਟਮੈਂਟ, ਇੱਕ ਹੈਗੀ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ, ਬਾਹਰੀ ਜਿਹੜਾ ਇੱਥੇ ਲੱਗਦਾ, ਜਿਵੇਂ ਉਹ ਇਹਦਾ 1% ਦੇ ਆਸ-ਪਾਸ ਬਣਦਾ ਵਿਦੇਸ਼ੀ। ਇਹ ਪੁਰਾਣੇ ਅੰਕੜੇ ਨੇ, ਨਵੇਂ ਅੰਕੜੇ ਵੀ ਇਹਦੇ ਨੇੜੇ ਤੇੜੇ ਹੁੰਦੇ, ਕੋਈ ਬਹੁਤਾ ਫਰਕ ਨਹੀਂ ਪਿਆ। ਉਹਦੇ 'ਚ ਵਿਦੇਸ਼ੀ ਕਰਜ਼ਾ ਜੋੜ ਲਓ ਤੇ ਸ਼ੇਅਰ ਮਾਰਕੀਟ ਜਿਹੜਾ ਪੈਸਾ ਲੱਗਦਾ, ਸਰਮਾਇਆ ਲੱਗਦਾ, ਉਹਨੂੰ ਜੋੜ ਲਓ। ਇਹ ਕੁੱਲ ਮਿਲਾ ਕੇ ਭਾਰਤੀ ਸਰਮਾਏ ਦਾ 6 ਜਾਂ 7% ਬਣਦਾ। ਹੁਣ ਜਿਹੜਾ 93% ਨੂੰ ਕੰਟਰੋਲ ਕਰਦਾ ਉਹ ਤਾਂ ਗੌਣ ਹੋ ਗਿਆ, ਜਿਹੜਾ 7% ਨੂੰ ਕੰਟਰੋਲ ਕਰਦਾ ਉਹ ਮੁੱਖ ਹੋ ਗਿਆ। ਇਹ ਗੱਲ ਮੰਨਣ ਵਾਲੀ ਨਹੀਂ ਗੀ। ਹੁਣ ਕਹਿੰਦੇ ਭਾਰਤ ਦੀ ਬੁਰਜੁਆਜੀ ਦਲਾਲ ਹੈ, ਦਲਾਲਾਂ ਦਾ ਕਰੈਕਟਰ ਇਹੋ ਜਿਹਾ ਥੋੜੀ ਹੁੰਦਾ, ਦਲਾਲਾਂ ਦਾ ਕੋਈ ਇੰਡਸਟਰੀਅਲ ਬੇਸ ਥੋੜੀ ਹੁੰਦਾ ਆਪਣਾ। ਹੁਣ ਮਤਲਬ ਦੇਖੋ ਪਹਿਲਾਂ ਟਾਟਾ ਬਿਰਲਾ ਹੁੰਦੀ ਹੁੰਦੀ ਸੀਗੀ। ਟਾਟਾ ਬਿਰਲਾ ਮਤਲਬ ਗੁਜਰਾਤੀ ਮਾਰਵਾੜੀ, ਟਾਟਾ ਗੁਜਰਾਤੀ, ਬਿਰਲਾ ਮਾਰਵਾੜੀ। ਹੁਣ ਅੰਬਾਨੀ ਅਦਾਨੀ ਹੁੰਦੀ ਹੈ ਜ਼ਿਆਦਾ, ਹੈ ਨਾ, ਇਹ ਦੋਵੇਂ ਗੁਜਰਾਤੀ ਨੇ। ਮਤਲਬ ਜਿਹੜੀ ਇਹ ਹਕੀਕਤ ਹੈ। ਮਤਲਬ ਦੂਜੀ ਗੱਲ ਇਹ ਤੇ ਨਹੀਂ ਤੈਅ ਹੁੰਦਾ, ਮੁੱਖ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਇਸ ਪੈਦਾਵਾਰ ਦੇ ਸੰਬੰਧ ਕੀ ਨੇ, ਇੱਥੋਂ ਗੱਲ ਤੈਅ ਹੁੰਦੀ ਆ। ਇਹ ਜਗੀਰੂ ਨੇ, ਜੇ ਜਗੀਰੂ ਨੇ ਤਾਂ ਕੋਈ ਦਲਾਲ ਸਰਮਾਏਦਾਰੀ ਵੀ ਹੋ ਸਕਦੀ ਹੈ। ਜੇ ਸਰਮਾਏਦਾਰੀ ਸੰਬੰਧ ਨੇ, ਫਿਰ ਦਲਾਲ ਸਰਮਾਏਦਾਰੀ ਕਿੱਦਾਂ ਹੋ ਜੂਗੀ? ਫਿਰ ਦਲਾਲ ਸਰਮਾਏਦਾਰ ਨੇ ਕਿਹੜੀ ਪੈਦਾਵਾਰੀ ਸ਼ਕਤੀ ਨੂੰ ਬੰਨ ਮਾਰਿਆ ਹੋਇਆ ਵੀ, ਕਿਹੜੇ ਸੰਬੰਧਾਂ ਨੂੰ ਬਚਾਇਆ ਹੋਇਆ? ਜਿਵੇਂ ਪੁਰਾਣੇ ਦੌਰ ਵਿੱਚ ਸੀ, ਸੈਕੰਡ ਵਰਲਡ ਵਾਰ ਤੋਂ ਪਹਿਲਾਂ, ਜਿਵੇਂ ਕਮਿੰਟਰਨ ਦਾ ਕਮਿਊਨਿਸਟ ਇੰਟਰਨੈਸ਼ਨਲ ਦਾ ਸੀਗਾ ਥੀਸਿਸ ਵੀ ਜਿਹੜਾ ਸਾਮਰਾਜ ਆ ਉਹ ਇੱਥੇ ਜਗੀਰਦਾਰੀ ਦਾ ਗੱਠਜੋੜ ਬਣਾਉਂਦਾ ਤਾਂ ਕਿਤੇ ਸਰਮਾਏਦਾਰੀ ਵਿਕਾਸ ਨਾ ਹੋ ਸਕੇ। ਤੇ ਜਿਹੜੀ ਬੁਰਜੁਆਜੀ ਸੀਗੀ, ਇਹ ਟਾਟੇ ਵੇਲੇ ਦਲਾਲ ਹੀ ਹੁੰਦੇ ਸੀ ਪਹਿਲਾਂ। ਭਾਰਤ ਦੀ ਸਾਰੀ ਜਿਹੜੇ ਇਹ ਮਾਰਵਾੜੀ ਤੇ ਗੁਜਰਾਤੀ ਸੀਗੇ, ਇਹ ਅੰਗਰੇਜ਼ਾਂ ਦੇ ਦਲਾਲ ਹੁੰਦੇ ਸੀਗੇ। ਇਹ ਪਾਵਲੋਵ ਦੀ ਕਿਤਾਬ ਉਹ ਪੜ੍ਹ ਲਓ, ਹੈ ਨਾ। ਹੌਲੀ ਹੌਲੀ ਇਹਨਾਂ ਨੇ ਮਤਲਬ ਇਹਦਾ ਕਲਾਸ ਕੈਰੈਕਟਰ ਬਦਲਦਾ ਗਿਆ ਸਮੇਂ ਦੇ ਨਾਲ ਨਾਲ। ਮਤਲਬ ਇਹ ਵਕਤ ਨੇ ਬਦਲੇ। ਪਾਵਲੋਵ ਨੇ ਬਹੁਤ ਅੱਛਾ ਦਿਖਾਇਆ ਤੇ ਹੋਰ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹਨੂੰ ਦਿਖਾਇਆ ਇਸ ਚੀਜ਼ ਨੂੰ। ਜਿੱਥੇ ਜਗੀਰੂ ਸੰਬੰਧ ਹੈ ਹੀ ਨਹੀਂ ਗਏ, ਜਿੱਥੇ ਸਰਮਾਏਦਾਰੀ ਸੰਬੰਧ ਨੇ, ਫਿਰ ਲੜਾਈ ਤੁਹਾਡੀ ਜਗੀਰਦਾਰੀ ਸਾਮਰਾਜ ਵਿਰੋਧੀ ਕਿੱਦਾਂ ਬਣੂਗੀ? ਤੁਹਾਡੀ ਸਰਮਾਏਦਾਰੀ ਤੇ ਸਾਮਰਾਜ ਵਿਰੋਧੀ ਬਣੂਗੀ ਲੜਾਈ। ਮਤਲਬ ਐਨਿਕ ਸਾਮਰਾਜ ਨਾਲ ਨਹੀਂ ਹੈਗੀ, ਉਹ ਸਰਮਾਏਦਾਰੀ ਵਿਰੋਧੀ ਹੈ ਤੇ ਸਾਮਰਾਜ ਵਿਰੋਧੀ ਲੜਾਈ ਬਣੂਗੀ। ਫਿਰ ਮਾਓ ਨੇ ਕੀ ਲਿਖਿਆ? ਮਾਓ ਦਾ ਲਿਖਿਆ ਵਿਰੋਧੀਆਂ ਬਾਰੇ ਵੀ ਅੰਦਰੂਨੀ ਮਤਲਬ ਜਿਹੜੀ ਸਾਡੀ ਕਹਿੰਦਾ ਵਿਰੋਧ ਹੀ, ਜਿਵੇਂ ਕਹਿੰਦਾ ਚੀਨ ਦੇ ਉਦਾਹਰਨ ਕਹਿੰਦਾ ਵੀ ਇੱਥੇ ਜਗੀਰਦਾਰੀ ਨਾਲ ਮੁੱਖ ਵਿਰੋਧ ਹੀ ਆ। ਸਾਮਰਾਜ ਨੇ ਉਦੋਂ ਵਿਰੋਧ ਹੀ ਪ੍ਰਧਾਨ ਬਣਦੀ ਆ ਜਦੋਂ ਉਹ ਹਮਲਾ ਕਰਦਾ। ਹੁਣ ਸਾਮਰਾਜ ਨੇ ਕਿਹੜਾ ਹਮਲਾ ਕੀਤਾ ਹੋਇਆ ਭਾਰਤ ਤੇ ਕਿ ਸਾਡੀ ਮੁੱਖ ਵਿਰੋਧ ਤੇ ਉਹਨਾਂ ਬਣ ਗਈ? ਹੈ ਨਾ, ਨਹੀਂ ਨਾ ਬਣੀ। ਮੁੱਖ ਵਿਰੋਧ ਤੇ ਜਿਹੜਾ ਸਟੇਟ ਪਾਵਰ ਨੂੰ ਕੰਟਰੋਲ ਕਰਦਾ ਉਹਦੇ ਨਾਲ ਹੀ ਆ ਕਿ ਜਗੀਰਦਾਰ ਕੰਟਰੋਲ ਕਰਦੇ ਨੇ। ਚੀਜ਼ ਤਾਂ ਕਰਦੇ ਸੀਗੇ ਵਾਰਲੌਰਡ ਜਿਹੜੇ, ਹੈ ਨਾ। ਭਾਰਤ ਵਿੱਚ ਤਾਂ ਹੈ ਨਹੀਂ, ਤਾਂ ਕੋਈ ਵਾਰਲੌਰਡ ਨਹੀਂ ਹੈਗਾ, ਰਜਵਾੜਾ ਉਸ ਤਰ੍ਹਾਂ ਦਾ ਨਹੀਂ ਹੈਗਾ। ਤੇ ਨਾ ਹੀ ਲੜਾਈ ਕੋਈ ਜਗੀਰਦਾਰੀ ਵਿਰੋਧੀ ਹੈ। ਜੇ ਕਿ ਆ ਜਿਹੜਾ ਕਿਸਾਨ ਅੰਦੋਲਨ ਹੈ ਜਗੀਰਦਾਰੀ ਵਿਰੋਧੀ ਅੰਦੋਲਨ ਹੈ ਨਾ, ਇਹ ਤਾਂ ਫਿਰ ਬਹੁਤ ਗੱਲ ਹੋ ਜੂਗੀ ਨਾ। ਕਿਹੜੀ ਮਤਲਬ ਲੈਂਡ ਟੂ ਦਾ ਟੇਲਰ ਹੁੰਦੀ ਹੈ ਜਗੀਰਦਾਰੀ ਵਿਰੋਧੀ ਲੜਾਈ? ਇਹ ਤਾਂ ਸਾਰੀ ਮੰਡੀ ਨਾਲ ਲੜਾਈ ਜੁੜੀ ਹੋਈ ਹੈ, ਮੰਡੀ ਬਚਾਉਣ ਦੀ ਲੜਾਈ ਹੈ ਸਗੋਂ। ਜਗੀਰਦਾਰੀ ਤਾਂ ਮੰਡੀ ਨਹੀਂ ਹੁੰਦੀ, ਜਗੀਰਦਾਰੀ ਤਾਂ ਵਟਾਂਦਰਾ ਪ੍ਰਬੰਧ ਚੱਲਦਾ ਹੁੰਦਾ।
ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ, ਉਹਨੇ ਪਿੰਡ ਸੇਪੀ ਹੁੰਦਾ ਸੀ, ਉਹ ਬਟਾਂਦਰਾ ਪਰਾਂ ਤੇ ਸਾਰੇ ਜਾਣਦੇ ਨਾ, ਪਿੰਡ ਆਤਮ ਨਿਰਭਰ ਹੁੰਦੀ ਸੀ, ਪਿੰਡ ਦਾ ਪਿੰਡ ਸਰ ਜਾਂਦਾ ਹੁੰਦਾ ਸੀਗਾ। ਜਦੋਂ ਪਿੰਡ ਦਾ ਪਿੰਡ 'ਚ ਹੀ ਸਰਦਾ ਹੁੰਦਾ, ਮੰਡੀ ਨਾ ਹੁੰਦੀ, ਇਹ ਸੰਘਰਸ਼ ਹੀ ਨਹੀਂ ਸੀ ਚੱਲਣਾ। ਇਹ ਸੰਘਰਸ਼ ਸਰਮਾਏਦਾਰੀ ਵਿਰੋਧੀ ਸੰਘਰਸ਼ ਹੀ ਇੱਕ ਤਰ੍ਹਾਂ ਵੱਡੀ ਸਰਮਾਏਦਾਰੀ ਵਿਰੋਧੀ ਸੰਘਰਸ਼ ਹੈ ਕਿ ਨਹੀਂ। ਇਹ 'ਚ ਕੋਈ ਜ਼ਗੀਰਦਾਰੀ ਵਾਲਾ ਐਲੀਮੈਂਟ ਨਹੀਂਗਾ। ਜੇ ਜ਼ਗੀਰਦਾਰੀ ਨਹੀਂ ਗਈ, ਪੈਦਾਵਾਰ ਦੇ ਸੰਬੰਧ ਸਰਮਾਏਦਾਰੀ ਨੇ, ਤਾਂ ਉਹ ਸਰਮਾਏਦਾਰ ਨੇ ਕਿਹਨੇ ਬਣਾਤੇ? ਸਾਮਰਾਜ ਨੇ ਬਣਾਤੇ। ਉੱਥੋਂ ਦੀ ਸਰਮਾਏਦਾਰੀ ਨੇ ਰਪੰਤਰਨ ਕੀਤਾ ਉਹਨਾਂ ਸੰਬੰਧਾਂ ਦਾ, ਤੇ ਉਹ ਮੁੱਖ ਲੜਾਈ ਉਹਦੇ ਨਾਲ ਆ। ਭਾਰਤ ਦੀ ਸਰਮਾਏਦਾਰੀ ਨਾਲ ਚ ਮੁੱਖ ਲੜਾਈ ਬਣਦੀ ਆ। ਸਾਮਰਾਜ ਕੱਲ ਨੂੰ ਹਮਲਾ ਕਰ ਦੂਗਾ ਇੱਥੇ, ਜਿਵੇਂ ਚੀਨ ਚ ਕੀਤਾ, ਜਾਪਾਨ ਨੇ 35 ਚ ਕੀਤਾ, ਤੇ ਉਹ ਫਿਰ ਮਾਓ ਨੇ ਉਦੋਂ ਕਿਹਾ ਨਾ, ਚੀਨ ਦੀ ਪਾਰਟੀ ਨੇ, ਵੀ ਹੁਣ ਸਾਡੀ ਲੜਾਈ ਸਾਮਰਾਜ ਨਾਲ ਮੁੱਖ ਆ, ਜ਼ਗੀਰਦਾਰਾਂ ਵਿਰੁੱਧ ਵੀ ਥੋੜੀ ਲੜਾਈ ਪੇਤਲੀ ਪਾ ਦੋ। ਮਤਲਬ ਉਸ ਦੌਰ ਦੇ ਵਿੱਚ ਤੁਸੀਂ ਕਹੋ ਮਾਓ ਦਾ ਵੀ ਸਰਮਾਏਦਾਰੀ ਨਾਲ ਸਾਡੀ ਲੜਾਈ ਦੀ ਇੱਕ ਲਿਮਿਟੇਸ਼ਨ ਆ, ਬਹੁਤੀ ਇਹਨੂੰ ਵਧਾਵਾਂਗੇ ਤਾਂ ਸਰਮਾਏਦਾਰੀ ਨੇ ਦੂਰ ਹੋ ਜਾਣਾ ਸਾਂਝੇ ਮੋਰਚੇ ਚੋਂ। ਉਹਨੂੰ ਇੱਕ ਲਿਮਿਟ ਵਿੱਚ ਰੱਖਣਾ ਪਊਗਾ ਸਾਨੂੰ ਸਰਮਾਏਦਾਰੀ ਨਾਲ ਲੜਾਈ ਨੂੰ। ਹੁਣ ਅੱਜ ਅਜਿਹੀ ਤਾਂ ਕੋਈ ਸਥਿਤੀ ਨਹੀਂ ਹੈਗੀ ਕਿ ਸਾਮਰਾਜ ਨਾਲ ਸਾਡੀ ਲੜਾਈ ਆ। ਬੈਠ ਤਾਂ ਆਪਾਂ ਰਹੇ ਅਦਾਨੀ ਦੇ ਗੋਦਾਮ ਮੂਹਰੇ, ਪੈਟਰੋਲ ਪੰਪ ਪਰ ਰਿਲਾਇੰਸ ਦੇ ਘਿਰੇ ਹੋਏ ਨੇ, ਹੈ ਇਹੀ ਆ ਲੜਾਈ, ਹੈ ਕਦੋਂ ਲੜਾਈ। ਮਤਲਬ ਉਹ ਪੁਰਾਣੇ ਫਰੇਮਵਰਕ ਸੋਚੀ ਜਾਣਾ, ਮਤਲਬ ਹੈ ਨਾ, ਜਿਵੇਂ ਹੁਣ ਆਪਾਂ ਕਹੀਏ ਇਹੀ ਜਿਹੜਾ ਸਾਡਾ ਫਰੇਮਵਰਕ ਸੀਗਾ 1947 ਚ, ਹੁਣ ਜੇ ਆਪਾਂ ਕਹੀਏ 70 ਸਾਲਾਂ ਤੋਂ ਭਾਰਤੀ ਸਮਾਜ ਵਿੱਚ ਕੋਈ ਤਬਦੀਲੀ ਨਹੀਂ ਵਾਪਰੀ, ਇਹ ਜ਼ਗੀਰਦਾਰੀ ਹੀ ਪ੍ਰਧਾਨ ਆ, ਇਹ ਗੱਲ ਮੰਨਣ ਵਾਲੀ ਨਹੀਂ ਗੀ, ਇਹ ਗੱਲ ਕਿਸੇ ਨੂੰ ਜੱਚਦੀ ਨਹੀਂ ਗੀ। ਉਹ ਵੀ ਜਿਹੜੇ ਲੋਕ ਇਹ ਮੰਨਦੇ ਸੀ ਨਾ ਸਰਮਾਏਦਾਰੀ, ਭਾਰਤ ਦੇ ਨਕਸਲਵਾੜੀ ਲਹਿਰ ਵਾਲੇ, ਕਾਫੀ ਲੋਕ ਛੱਡ ਗਏ ਇਸ ਗੱਲ ਨੂੰ। ਦੇਸ਼ ਵਿੱਚ ਆਉਣ ਵਾਲਾ ਸਮਾਜਵਾਦੀ ਇਨਕਲਾਬ ਵਾਲੇ ਵੀ 10-11 ਹੋ ਗਏ ਸੁੱਖ ਨਾਲ, ਹੈ ਮਤਲਬ ਗਿਣਤੀ ਵਧੀ ਜਾਂਦੀ ਉਹਨਾਂ ਦੀ। ਜਿਹੜੇ ਨਵ ਜਮਹੂਰੀ ਇਨਕਲਾਬ ਵਾਲੇ ਕਾਫੀ ਛੱਡ ਕੇ ਇੱਧਰ ਆ ਗਏ। ਜਿਹੜੇ ਅੱਜ ਵੀ ਨਵ ਜਮਹੂਰੀ ਇਨਕਲਾਬ ਤੇ ਖੜੇ ਆ, ਉਹਨਾਂ ਚੋਂ ਕਈਆਂ ਨੇ ਕਹਿਤਾ ਕਿ ਸਰਮਾਏ, ਜਿਉਂ ਲਾਲ ਪਰਚਮ ਗਰੁੱਪ ਆ, ਉਹ ਕਹਿੰਦੇ ਸਰਮਾਏਦਾਰੀ ਤਾਂ ਹੋ ਗਈ, ਪਰ ਹੋਊਗਾ ਨਵ ਜਮਹੂਰੀ, ਉਹ ਨਹੀਂ ਛੱਡਣਾ ਆਪਾਂ, ਉਹ ਖੁੰਡਾ ਫੜ ਕੇ ਰੱਖਣਾ ਨਵ ਜਮਹੂਰੀ ਇਨਕਲਾਬ ਵਾਲਾ। ਤੇ ਹੋਰ ਵੀ ਬਹੁਤ ਵੱਡੇ ਸਵਾਲ ਉੱਠੇ ਹੋਏ ਨੇ। ਜੇ ਆਪਾਂ ਕਈ ਕੇਂਦਰੀ ਭਾਰਤ ਦੇ ਵਿੱਚ ਜੰਗਲਾਂ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ, ਕਿਉਂਕਿ ਜ਼ਗੀਰਦਾਰੀ ਵਿਰੋਧੀ ਲੜਾਈ ਹੈ, ਉਹ ਜ਼ਗੀਰਦਾਰ ਤਾਂ ਉੱਥੇ ਹੀ ਨਹੀਂ ਗਏ। ਉੱਥੇ ਤਾਂ ਇਹਨਾਂ ਨੇ ਜੰਗਲ ਸਾਫ਼ ਕਰਕੇ ਥੋੜੀ ਜ਼ਮੀਨ ਦਿੱਤੀ ਵੀ ਖੇਤੀ ਕਰ ਲਓ, ਹੈ। ਦੂਜੀ ਗੱਲ, ਉੱਥੇ ਬਹੁਤ ਕੌਮੀ ਕੰਪਨੀਆਂ ਪਲੱਸ ਜਿਹੜੀ ਇੱਥੋਂ ਦੀਆਂ ਵੱਡੀਆਂ ਕੰਪਨੀਆਂ, ਮਤਲਬ ਕਿਹੜਾ ਵਿਦਾਂਤਾ ਵਦੂੰਤਾ, ਇਹਨਾਂ ਦੇ ਖਿਲਾਫ ਲੜਾਈ ਆ। ਆਪਣੇ ਕੁਦਰਤੀ ਸਾਧਨਾਂ ਨੂੰ ਬਚਾਉਣ ਦੀ ਲੜਾਈ ਆ ਆਦੀਵਾਸੀਆਂ ਦੀ। ਉੱਥੇ ਕੋਈ ਜ਼ਗੀਰਦਾਰੀ ਵਿਰੁੱਧ ਲੜਾਈ ਨਹੀਂ ਗਈ। ਇਸ ਲਈ ਆਪਾਂ ਕਹਿੰਦੇ ਭਾਰਤੀ ਬੁਰਜੇ ਦਲਾਲ ਆ, ਇਹ ਦਲਾਲ ਨਹੀਂ ਹੈਗੀ, ਕਿਸੇ ਵੀ ਪੈਮਾਨੇ ਤੇ ਦਲਾਲ ਨਹੀਂ ਗਈ, ਨਾ ਇਹਦਾ ਕਰੈਕਟਰ ਦਲਾਲ ਆ ਇਦਾਂ ਦਾ। ਦਲਾਲਾਂ ਦਾ ਕੋਈ ਜਿਹੜੀ ਇੰਡਸਟਰੀਅਲ ਬੁਰਜੇ ਕਿਵੇਂ ਦਲਾਲ ਹੋ ਜਾਏਗੀ? ਦਲਾਲ ਦਾ ਸਿੱਧਾ ਸ਼ਬਦ ਆ। ਦਲਾਲ ਕੌਣ ਹੁੰਦਾ? ਜਿਵੇਂ ਇੱਕ ਫੈਕਟਰੀ ਮਾਲਕ ਮਾਲ ਬਣਾਦਾ, ਦੂਜਾ ਸਕੂਟਰੀ ਲੈ ਕੇ ਐਕਟਿਵਾ ਤੇ ਚੱਕ ਕੇ ਟੀ-ਸ਼ਰਟਾਂ ਜੀ ਵੇਚਦਾ, ਇਹ ਦਲਾਲ ਹੁੰਦਾ, ਦਲਾਲੀ ਕਰਦਾ, ਉਹ ਦਲਾਲੀ ਖਾਂਦਾ। ਕਿ ਬੁਰਜਾ ਜੀ ਭਾਰਤ ਦੀ ਬੁਰਜਾ ਦਲਾਲੀ ਖਾਂਦੀ ਆ? ਨਹੀਂ, ਉਹ 93% ਤੇ ਕਾਬਜ਼ ਆ ਭਾਰਤ ਦੇ ਕੁੱਲ ਜਿਹੜੀ ਵਾਪਰ ਕਦਰ ਦੇ 93% ਨੂੰ ਭਾਰਤ ਦੀ ਬੁਰਜੁਆਜੀ ਕੰਟਰੋਲ ਕਰਦੀ ਹੈ, ਵਿਦੇਸ਼ੀ ਨਹੀਂ ਕੰਟਰੋਲ ਕਰਦੇ ਇੱਥੇ। ਤੇ ਬਹੁਤ ਸਾਰੀਆਂ ਨੀਤੀਆਂ ਤੇ ਤਾਂ ਜਿਹੜੀ ਭਾਰਤ ਦੀ ਬੁਰਜੁਆਜੀ ਆ, ਜਦੋਂ ਲੱਗਦਾ ਜਮੇ ਸੰਗੀ ਕੁੱਟੀ ਗਈ, ਇਹ ਨਹੀਂ ਕਿ ਝੁਕਦੀ ਨਹੀਂ ਉਹਦੇ ਅੱਗੇ। ਜਿਵੇਂ ਦੁਨੀਆ ਵਿੱਚ ਜਿਹੜਾ ਤੈਅ ਹੁੰਦਾ, ਉਹ ਪੈਦਾਵਾਰੀ ਸ਼ਕਤੀਆਂ ਦਾ, ਜਿਨ੍ਹਾਂ ਕੋਲ ਬਹੁਤ ਅੱਗੇ ਵਿਕਸਿਤ ਟੈਕਨੋਲੋਜੀ ਆ, ਉਹ ਜ਼ਿਆਦਾ ਉਹ ਲੁੱਟਦੇ ਨੇ। ਜਿਵੇਂ ਸੰਸਾਰ ਪੱਧਰ ਜਿਹੜੀ ਵਾਫਰ ਕਦਰ ਪੈਦਾ ਹੁੰਦੀ, ਉਹ 'ਚ ਭਾਰਤ ਦੀ ਸਰਮਾਏਦਾਰ ਜੂਨੀਅਰ ਪਾਰਟਨਰ ਹੈ, ਪਰ ਭਾਰਤ ਦੇ ਅੰਦਰ ਜਿਹੜੀ ਵਾਫਰ ਕਦਰ ਪੈਦਾ ਹੁੰਦੀ, ਉਹ 'ਚ ਸੀਨੀਅਰ ਪਾਰਟਨਰ ਹੈ। ਇਸ ਲਈ ਇਹਨੂੰ ਆਪਾਂ ਕੰਪਰਾਡੋਰ ਨਹੀਂ ਕਹਿ ਸਕਦੇ। ਨਾ ਉਹਨਾਂ ਕੋਈ ਸਾਮਰਾਜ ਨਾਲ ਇਸ ਵੇਲੇ ਕੋਈ ਸਿੱਧੀ ਆਪਣੀ ਅੱਜ ਕਹੀਏ ਪ੍ਰਧਾਨ ਵਿਰੋਧੀ ਹੈ ਕਿ ਸਾਮਰਾਜ ਵਿਰੁੱਧ ਅਸੀਂ ਲੜਨ ਜਾ ਰਹੇ ਹਾਂ। ਜਿਵੇਂ ਚੀਨ ਵਿੱਚ ਆਪਾਂ ਕਹੀਏ, ਚੀਨ ਵਿੱਚ 1925 ਦੇ ਵਿੱਚ ਇੱਕ ਮੂਵਮੈਂਟ ਉੱਠੀ ਵਿਦਿਆਰਥੀਆਂ ਦੀ, ਉਹਨੂੰ 30 ਮਈ 1925 ਦੀ ਲਹਿਰ ਕਹਿੰਦੇ ਆ। ਵਿਦਿਆਰਥੀਆਂ ਲਹਿਰ ਕੱਲ੍ਹ ਉੱਠੀ ਕਿ ਸ਼ੰਘਾਈ ਦੇ ਵਿੱਚ ਵਿਦਿਆਰਥੀ ਮੁਜ਼ਾਹਰਾ ਕਰ ਰਹੇ ਸੀਗੇ, ਬ੍ਰਿਟਿਸ਼ ਪੁਲਿਸ ਨੇ ਗੋਲੀ ਚਲਾਤੀ ਤੇ ਉਹਦੇ ਖਿਲਾਫ ਫਿਰ ਮੂਵਮੈਂਟ ਉੱਠੀ 30 ਮਈ 1925 ਦੀ ਲਹਿਰ। ਆਪਾਂ ਕਹਿੰਦੇ 47 ਤੋਂ ਲੈ ਕੇ 2020 ਤੱਕ ਅਮਰੀਕਾ ਦੀ ਪੁਲਿਸ ਨੇ, ਜਾਪਾਨ ਦੀ ਪੁਲਿਸ ਨੇ, ਇੰਗਲੈਂਡ ਦੀ ਪੁਲਿਸ ਨੇ ਕਦੇ ਗੋਲੀ ਚਲਾਈ ਹੋਵੇ ਸਾਡੇ ਲੋਕਾਂ ਤੇ? ਉਲਟਾ ਹੈ, ਗੋਆ ਵਿੱਚ ਬੈਠੇ ਸੀ ਡੱਚੀ ਸੀਗੇ, ਦੱਸਦੇ ਭਰਾਵੋ ਕੋਈ ਗਲਤ ਨਾ ਲਿਖੋ, ਡੱਚੀ ਸੀਗੇ ਨਾ, ਉਹਨਾਂ ਨੂੰ ਨਹੀਂ ਆਰਮੀ ਲਾ ਕੇ ਭਜਾਇਆ, ਸਗੋਂ ਸਾਮਰਾਜ ਨੂੰ ਕੁੱਟ ਕੇ ਕੱਢ ਦਿੱਤਾ ਇਹਨਾਂ ਨੇ ਵੀ ਜਾ ਭਾਈ ਤੇਰਾ ਹੁਣ ਇੱਥੇ ਕੋਈ ਕੰਮ ਨਹੀਂਗਾ। ਗੋਆ ਤੇ ਕਬਜ਼ਾ ਕਰ ਲਿਆ। ਉਲਟੀਆਂ ਉਦਾਹਰਨਾਂ ਤਾਂ ਮਿਲਦੀਆਂ ਨੇ। ਹੁਣ ਜਦੋਂ WTO ਦੇ ਵਿੱਚ ਆਪਾਂ WTO ਦਾ ਕਿੱਡਾ ਭੁਲੇਖਾ ਆ, ਹੈ ਵੀ ਇਹ WTO ਦੇ ਕਹਿਣ ਤੇ ਕਿਸਾਨਾਂ ਦੀ ਸਬਸਿਡੀਆਂ ਖੋ ਰਹੇ ਨੇ। WTO ਕੀ ਕਹਿੰਦੀ ਆ ਕਿ ਕੋਈ ਵੀ ਜਿਹੜੀ ਦੇਸ਼ ਦੀ ਸਰਕਾਰ ਆ, ਉਹ ਆਪਣੇ ਕਿਸਾਨਾਂ ਨੂੰ ਕਿੰਨੀ ਸਬਸਿਡੀ ਦੇ ਸਕਦੇ ਆ। ਉਹਦੇ ਕਾਨੂੰਨ ਮੁਤਾਬਕ ਜਿੰਨਾ ਸਾਡਾ ਐਗਰੀਕਲਚਰ ਖੇਤੀਬਾੜੀ ਦਾ ਮਾਲ ਬਾਹਰ ਜਾਂਦਾ, ਉਹਦੇ 10% ਤੱਕ ਨਾ ਉਹ ਸਰਕਾਰ ਸਬਸਿਡੀ ਦੇ ਸਕਦੀ, ਉਹ ਤੋਂ ਵੱਧ ਨਹੀਂ ਦੇ ਸਕਦੀ। ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ, ਜੇ ਭਾਰਤ ਸਰਕਾਰ 100 ਰੁਪਏ ਦਾ ਖੇਤੀ ਮਾਲ ਬਾਹਰ ਭੇਜ ਸਕਦੀ ਹੈ, ਵੇਚਦੀ ਹੈ, ਤਾਂ 10 ਰੁਪਏ ਸਬਸਿਡੀ ਦੇ ਸਕਦੀ ਹੈ, 11 ਰੁਪਏ ਨਹੀਂ ਦੇ ਸਕਦੀ। ਭਾਰਤ ਸਰਕਾਰ ਕਿੰਨਾ ਦਿੰਦੀ ਸੀਗੀ? 7 ਰੁਪਏ। ਜਾਨੀ ਭਾਰਤ ਸਰਕਾਰ WTO ਦੇ ਕਾਨੂੰਨ ਤਹਿਤ ਹੀ 3% ਹੋਰ ਵਧਾ ਸਕਦੀ ਸੀਗੀ,
WTO ਕੋਈ ਉਹ 'ਚ ਨਹੀਂ। ਫਿਰ ਜਦੋਂ 90ਵੇਂ ਦੇ ਵਿੱਚ ਉਹ ਸੋਸ਼ਲ ਕਲਾਉਜ਼ ਲੈ ਕੇ ਆਏ, ਇੱਕ ਸੋਸ਼ਲ ਕਲਾਉਜ਼ ਆਈ WTO। ਸੋਸ਼ਲ ਕਲਾਉਜ਼ ਕੀ ਸੀਗੀ? ਸਮਾਜਿਕ ਕਲਾਉਜ਼। ਉਹ ਇਹ ਸੀ ਜਿਹੜੇ ਵਿਕਸਿਤ ਦੇਸ਼ਾਂ ਦੀਆਂ ਕੰਪਨੀਆਂ ਨੇ ਬੜੀਆਂ, ਉਹ ਆਪਣੇ ਸਰਕਾਰਾਂ ਤੇ ਇਹ ਦਬਾਅ ਪਾਉਂਦੀਆਂ ਨੇ ਕਿ ਜਿਹੜੇ ਇਹ ਗਰੀਬ ਮੁਲਕ ਨੇ, ਇੱਥੇ ਇਹਨਾਂ ਲੋਕਾਂ ਦੀ ਤਨਖਾਹਾਂ ਬਹੁਤ ਘੱਟ ਨੇ, ਵੀ ਜਦੋਂ ਕੰਪਨੀਆਂ, ਸਾਡੀਆਂ ਹੀ ਕੰਪਨੀਆਂ ਉੱਥੇ ਜਾ ਕੇ ਲਗਾਉਂਦੀਆਂ ਨੇ ਸਰਮਾਇਆ, ਤਾਂ ਉੱਥੇ ਮਾਲ ਸਸਤਾ ਪੈਦਾ ਹੁੰਦਾ, ਉਹ ਸਾਡੀਆਂ ਦੇਸ਼ਾਂ 'ਚ ਵਿਕਦਾ ਤੇ ਸਾਡੇ ਕਾਰਖਾਨੇ ਬੰਦ ਹੁੰਦੇ ਆ। ਬੈਲਜੀਅਮ ਦੇ ਵਿੱਚ ਉੱਥੇ ਦੇ ਸਰਮਾਏਦਾਰਾਂ ਨੇ ਮੁਜ਼ਾਹਰਾ ਕੀਤਾ, ਸਰਕਾਰ ਨੂੰ ਚਾਬੀ ਦਿੱਤੀ ਕਿ ਸਾਡੇ ਕਾਰਖਾਨੇ ਤਾਂ ਚੀਨ ਦੇ ਮਾਲ ਨਾਲ, ਇੰਡੀਆ ਦੇ ਮਾਲ ਨਾਲ ਬੰਦ ਹੋਈ ਜਾਂਦੇ, ਅਸੀਂ ਕਾਰਖਾਨੇ ਚਲਾ ਕੇ ਕੀ ਕਰਨਾ। ਫਿਰ ਉਹਨਾਂ ਨੇ ਇਹ WTO ਰਾਹੀਂ ਪ੍ਰੈਸ਼ਰ ਪਾਇਆ, ਕਹਿੰਦੇ ਜਾਂ ਤਾਂ ਇਹ ਕਰੋ, ਇਹਨਾਂ ਦੇਸ਼ਾਂ ਦੇ ਮਜ਼ਦੂਰਾਂ ਦੀ ਤਨਖਾਹਾਂ ਵੀ ਸਾਡੇ ਦੇਸ਼ਾਂ ਦੇ ਮਜ਼ਦੂਰਾਂ ਜਿੰਨੀਆਂ ਕਰੋ, ਜੇ ਨਹੀਂ ਕਰ ਸਕਦੇ ਤਾਂ ਸਾਨੂੰ ਰਾਇਲਟੀ ਦਿਓ। ਉਹਦਾ ਵਿਰੋਧ ਕੀਤਾ ਇੰਡੀਆ ਨੇ। ਇੰਡੀਆ ਲੀਡਰ ਸੀਗਾ ਤੇ ਤੀਜੀ ਦਿਨੇ ਤੇ ਮੁਲਕ ਨੇ ਮਗਰ ਲਾਏ ਸਾਰੇ, ਤੇ ਉਹ ਸੋਸ਼ਲ ਕਲਾਉਜ਼ ਨਹੀਂ ਪਾਸ ਹੋ ਸਕੀ। ਇਦਾਂ ਦੇ ਬਹੁਤ ਸਾਰੇ ਆਪਾਂ ਇੰਸੀਡੈਂਟ ਦੱਸ ਸਕਦੇ ਹਾਂ ਜਿਹਦੇ ਚੋਂ ਭਾਰਤ ਦੀ ਜਿਹੜੀ ਸਰਮਾਏਦਾਰ ਜਮਾਤ ਦਾ ਉਹ ਚਰਿੱਤਰ ਦਲਾਲ ਨਹੀਂ ਲੱਗਦਾ। ਫਿਰ ਕੀ ਕੌਮੀ ਹੈ ਇਹ? ਕੌਮੀ ਵੀ ਨਹੀਂ। ਜੇ ਸੱਜਾ ਨਹੀਂ ਹੋਊਗਾ ਤਾਂ ਖੱਬਾ ਵੀ ਨਹੀਂ ਨਾ ਹੋਊਗਾ, ਜੇ ਗੋਰਾ ਨਹੀਂ ਤਾਂ ਕਾਲਾ ਨਹੀਂ ਹੋਊਗਾ, ਕਿਉਂਕਿ ਹਰ ਚੀਜ਼ ਜਿਹੜੀ ਆ ਵਿਰੋਧੀ ਦਾ ਜੁੱਟ ਹੁੰਦਾ। ਜੇ ਦਲਾਲ ਨਹੀਂ ਤਾਂ ਕੌਮੀ ਵੀ ਨਹੀਂ ਹੋ ਸਕਦੀ ਬੁਰਜੋਜੀ। ਹੋਣਗੇ ਤਾਂ ਦੋਵੇਂ ਇਕੱਠੀਆਂ ਹੋਣਗੀਆਂ, ਹੈ ਨਾ, ਕਿਉਂਕਿ ਇੱਕ ਖਾਸ ਸੰਦਰਭ ਸੀ ਇਤਿਹਾਸ ਦਾ। ਉਹ ਜਾਣੀ ਸੈਕੰਡ ਵਰਲਡ ਵਾਰ ਤੋਂ ਬਾਅਦ ਤੱਕ ਦਾ ਆਪਾਂ ਕਹਿ ਸਕਦੇ, ਮੋਟੇ ਤੌਰ 'ਤੇ 60-70 ਤੱਕ ਦਾ ਕਹਿ ਸਕਦੇ ਹਾਂ, ਜਦੋਂ ਇਹ ਜਿਹੜੀਆਂ ਮਤਲਬ ਟਰਮਸ ਆਪਾਂ ਕਹਾਂਗੇ, ਪੰਜਾਬੀ 'ਚ ਪਤਾ ਨਹੀਂ ਕੀ ਕਹਿੰਦੇ ਇਹਨਾਂ ਨੂੰ, ਇਹ ਪ੍ਰਸੰਗਿਕ ਸੀਗੀਆਂ। ਦਲਾਲ ਸਰਮਾਏਦਾਰੀ, ਕੌਮੀ ਸਰਮਾਏਦਾਰੀ। ਹੁਣ ਕਈ ਲੋਕ ਕਹਿੰਦੇ ਵੀ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਦਾ, ਇਹ ਸਾਡਾ ਕੌਮੀ ਅੰਦੋਲਨ ਹੈ, ਕੌਮੀ ਸੰਘਰਸ਼ ਹੈ। ਭਾਰਤ ਦੇ ਕਿਸਾਨਾਂ ਦਾ ਨਹੀਂ, ਸਾਮਰਾਜ ਵਿਰੋਧੀ ਸੰਘਰਸ਼ ਹੈ, ਕਹਿ ਰਹੇ ਨੇ, ਹੈ ਨਾ। ਇਹ ਭਾਰਤ ਇੱਕ ਕੌਮ ਹੀ ਨਹੀਂ ਗੀ, ਕੌਮੀ ਅੰਦੋਲਨ ਕਿੱਥੋਂ ਹੋ ਜਾਊਗਾ ਇਹਦਾ? ਚਲੋ ਮੰਨ ਲਓ ਹੋਵੇ ਵੀ ਕੋਈ ਇੱਦਾਂ ਦੇ ਕੌਮੀ ਹੋਵੇ, ਤਾਂ ਵੀ ਨਹੀਂ ਕੌਮੀ ਅੰਦੋਲਨ ਬਣਦਾ। ਇਹ ਭਾਰਤ ਦੀ ਸਰਮਾਏਦਾਰ ਜਮਾਤ ਦੇ ਖਿਲਾਫ ਹੀ ਹੈਗਾ। ਜਦੋਂ ਲੋਕਾਂ ਨੇ ਇਹਨੂੰ ਸਿੱਟ ਲਿਆ, ਜਦੋਂ ਸਿੱਟ ਲਿਆ, ਜਦੋਂ ਪਹਿਲਾਂ ਹੀ ਸਾਮਰਾਜ ਦਾ ਸਿੱਧਾ ਦਖਲ ਹੋਊਗਾ ਇੱਥੇ। ਫਿਰ ਲੜਾਈ ਜਿਹੜੀ ਹੈ ਉਹਨਾਂ ਦੀ ਆਰਮੀ ਉਤਰੂਗੀ, ਸਭ ਕੁਝ ਹੋਊਗਾ, ਤੇ ਉਹਨਾਂ ਇੱਕ ਲੜਨਾ ਪਊਗਾ, ਉਹਨਾਂ ਲੜਾਈ ਲੜਨੀ ਪਊਗੀ। ਜਿਹੜੀ ਕੌਮੀ ਲੜਾਈ ਹੈਗੀ ਆ, ਸੱਚੀ ਕੌਮੀ ਲੜਾਈ ਹੈਗੀ ਆ, ਉਹ ਕੌਮੀ ਲੜਾਈ ਕੀ ਆ? ਕਸ਼ਮੀਰ ਦੀ, ਉੱਤਰ ਪੂਰਬ ਦੀ, ਇਹਨਾਂ ਦੀ ਖੇਤਰੀ ਖੁਦਮੁਖਤਿਆਰੀ ਦੀ ਤੇ ਆਪਾਂ ਨਿਰਣੇ ਦੀ ਲੜਾਈ। ਇਹ ਕੌਮੀ ਲੜਾਈ ਆ। ਭਾਰਤ ਦੇ ਲੋਕਾਂ ਦੀ ਕੋਈ ਇਦਾਂ ਦੀ ਲੜਾਈ ਨਹੀਂ ਹੈਗੀ ਜੇ ਕੋਈ ਕੌਮੀ ਲੜਾਈ, ਉਹ ਨਹੀਂ ਬਣਦੀ। ਇੱਥੇ ਕੋਈ ਕੌਮੀ ਮੁਕਤੀ ਦਾ ਟਾਸਕ ਨਹੀਂ। 47 ਤੋਂ ਪਹਿਲਾਂ ਕੌਮੀ ਮੁਕਤੀ ਦਾ ਕਾਰਜ ਸੀਗਾ। ਹੁਣ ਆਪਾਂ ਭਾਰਤ ਨੂੰ ਕਿੱਥੋਂ ਯਾਦ ਕਰਾਉਣਾ ਵੀ? ਅੱਜ ਕੋਈ ਕਹੇ ਅਸੀਂ ਭਾਰਤ ਨੂੰ ਯਾਦ ਕਰਾਉਣਾ, ਕਿੱਥੋਂ ਯਾਦ ਕਰਾਉਣਾ? ਕਿਉਂਕਿ ਬਹੁਤ ਕੌਮੀ ਕੰਪਨੀ ਦੇਸ਼ ਨਹੀਂ ਹੈਗਾ। 47 ਤੋਂ ਪਹਿਲਾਂ ਕਹਿੰਦੇ ਸੀ ਗੋਰਿਆਂ ਤੋਂ, ਫਰੰਗੀਆਂ ਤੋਂ, ਹੋਰ ਕੀ ਨਾਂ ਉਹਨਾਂ ਬਾਰੇ ਗੰਦੇ ਗੰਦੇ ਨਾਂ ਲੈਂਦੇ ਲੋਕ, ਵੀ ਜਿਨ੍ਹਾਂ ਦਾ ਮੂੰਹ ਫਲਾਣੇ ਵਰਗਾ, ਹੈ ਨਾ, ਵੀ ਉਹਨਾਂ ਤੋਂ ਆਪਾਂ ਆਜ਼ਾਦ ਕਰਾਉਣਾ ਆਪਣੇ ਦੇਸ਼ ਨੂੰ। ਹੁਣ ਤੁਸੀਂ ਕਿੱਥੋਂ ਯਾਦ ਕਰਾਉਣਾ? ਇੱਦਾਂ ਨਾ, ਉਹ ਜਿਹੜੀ ਯੁੱਗ ਬਦਲ ਗਿਆ, ਦੌਰ ਬਦਲ ਗਿਆ, ਸਮਾਂ ਬਦਲ ਗਿਆ। ਹੁਣ ਸਾਡੇ ਨੀਤੀ ਨਿਰਣੇ ਪੁਰਾਣੇ ਨੇ, ਉਹਦੇ ਕਰਕੇ ਇਹ ਜਿਹੜੇ ਨੀਤੀ ਨਿਰਣੇ ਪੁਰਾਣੇ ਨਾ, ਇਹ ਵੀ ਲਹਿਰ ਦੇ ਵਿਕਾਸ ਵਿੱਚ ਖੜੋਤ, ਮਤਲਬ ਖੜੋਤ ਵਿੱਚ ਲੈ ਕੇ ਜਾਂਦੇ ਆ। ਚਲੋ ਇੱਥੇ ਹੁਣ ਆਪਾਂ ਬਹੁਤਾ ਨਹੀਂ ਮਤਲਬ ਉਸ ਤਰ੍ਹਾਂ ਗੱਲ ਵਧਾਣੀ ਮਤਲਬ ਉਹ ਤਾਂ ਸੀਗਾ, ਚਲ ਸਾਮਰਾਜ ਵਾਲਾ ਮਸਲਾ ਉਹ ਸਿੱਧਾ ਕਿਸਾਨਾਂ ਨਾਲ ਨਹੀਂ ਜੁੜਦਾ, ਤਾਂ ਮੈਂ ਬੋਲਤਾ ਇੱਥੇ। ਜਿਵੇਂ ਇੱਕ ਬਹੁਤ ਸਿੱਧਾ ਕਸੂਰੀ ਜੀ ਨੇ ਗੱਲ ਕਹੀ ਵੀ ਜਿਵੇਂ ਮਜ਼ਦੂਰ ਆਪਣੀ ਤਨਖਾਹ ਵਧਾਉਣ ਲਈ ਗੱਲ ਕਰਦਾ, ਉਵੇਂ ਕਿਸਾਨ ਆਪਣੀ ਜਿਣਸਾਂ ਦੇ ਭਾਅ ਵਧਾਉਣ ਦੀ ਗੱਲ ਕਰ ਸਕਦਾ ਨਾ। ਇਹ ਦੋਵੇਂ ਗੱਲਾਂ ਢੁਕਦੀਆਂ ਨਹੀਂ। ਮਜ਼ਦੂਰ ਦੀ ਕਿਉਂਕਿ ਲੁੱਟ ਹੁੰਦੀ, ਮਜ਼ਦੂਰ ਉਹ ਸਿਰਜਦਾ। ਮਜ਼ਦੂਰ ਜਿਵੇਂ ਮੰਨ ਲਾ ਕਾਰਖਾਨੇ ਦੇ ਵਿੱਚ ਜਿਹੜੀ ਵੀ ਨਵੀਂ ਕਦਰ ਸਿਰਜੀ ਹੈ ਨਾ, ਮਜ਼ਦੂਰ ਦੀ ਸਿਰਜਣਾ ਹੁੰਦੀ ਆ। ਕਿਸਾਨ ਜਦੋਂ ਕਰਦਾ, ਮਜ਼ਦੂਰ ਦੀ ਹੋਈ ਸਿਰਜੀ ਹੋਈ ਚੀਜ਼ ਦੀ ਕੀਮਤ ਮੰਗਦਾ, ਖਾਸ ਕਰਕੇ ਧਨੀ ਕਿਸਾਨ। ਧਨੀ ਕਿਸਾਨ ਦੇ ਖੇਤ 'ਚ ਮਜ਼ਦੂਰ ਸਿਰਜਦਾ ਜਿਹੜੀ ਕਦਰ, ਧਨੀ ਕਿਸਾਨ ਉਹਦਾ ਮੁੱਲ ਮੰਗਦਾ। ਮਜ਼ਦੂਰ ਕਿਸੇ ਹੋਰ ਦੀ ਸਿਰਜੀ ਹੋਈ ਕਦਰ ਦਾ ਮੁੱਲ ਨਹੀਂ ਮੰਗਦਾ, ਮਜ਼ਦੂਰ ਆਪਣੀ ਸਿਰਜੀ ਹੋਈ ਕਦਰ ਦਾ ਮੁੱਲ ਮੰਗਦਾ। ਪਰ ਸਾਰੇ ਕਿਸਾਨ ਮਜ਼ਦੂਰਾਂ ਦੀ ਲੁੱਟ ਨਹੀਂ ਕਰਦੇ। ਜਿਹੜਾ ਵੱਡਾ ਹਿੱਸਾ ਕਿਸਾਨੀ ਦਾ, ਜਿਹਨੂੰ ਆਪਾਂ 85% ਕਹਿੰਦੇ ਆ ਕਿਸਾਨੀ ਨੂੰ, ਜਿਹੜੀ ਅੱਧੀ ਮਜ਼ਦੂਰ ਬਣ ਚੁੱਕੀ ਆ, ਉਹਦੇ ਘਰ ਦਾ ਕੋਈ ਨਾ ਕੋਈ ਵਿਅਕਤੀ, ਕੋਈ ਦਿਹਾੜੀ ਦੱਪਾ ਕਰਦਾ, ਕੋਈ ਕਿਸੇ ਵਰਕਸ਼ਾਪ 'ਚ ਲੱਗਾ ਵਾ ਜਾਂ ਕਿਸੇ ਹੋਰ ਕੰਮ 'ਚ ਲੱਗਾ ਆ, ਉਹਨੂੰ ਆਪਾਂ ਮਜ਼ਦੂਰਾਂ ਦਾ ਲੁੱਟਣ ਵਾਲਾ ਨਹੀਂ ਕਹਿ ਸਕਦੇ। ਜਿਹੜੀ ਮਤਲਬ 85% ਕਿਸਾਨੀ ਆ, ਉਹ ਸਾਡੇ ਛੋਟੀ ਕਿਸਾਨੀ ਆ, ਛੋਟੇ ਕਿਸਾਨ ਨੇ, ਛੋਟੇ ਤੇ ਸੀਮਾਂਤ ਕਿਸਾਨ। ਜਾਣੀ ਸੀਮਾਂਤ ਤੇ ਛੋਟੇ ਮਿਲ ਕੇ ਭਾਰਤ ਦੇ ਕੁੱਲ ਕਿਸਾਨਾਂ ਦੇ 85% ਬਣਦੇ ਆ। ਇਹ ਮਜ਼ਦੂਰਾਂ ਦੀ ਲੁੱਟ ਨਹੀਂ ਕਰਦੇ। ਫਿਰ ਕਹੇ ਵੀ ਇਹ ਤਾਂ ਜਿਣਸਾਂ ਦੇ ਭਾਅ ਦਾ ਫਾਇਦਾ ਹੋਊਗਾ ਇਹਨਾਂ, ਨਹੀਂ, ਇਹਨਾਂ ਨੂੰ ਨਹੀਂ ਫਾਇਦਾ ਹੋਣਾ, ਕਿਉਂਕਿ ਇਹਨਾਂ ਦਾ ਮੰਡੀ ਵਿੱਚ ਜਾਂਦਾ ਹੀ ਬਹੁਤ ਥੋੜਾ ਹਿੱਸਾ। ਬਾਕੀ ਜਿੰਨਾ ਇਹ ਮੰਡੀ ਵਿੱਚ ਵੇਚਦੇ ਆ, ਉਹਨਾਂ ਖਰੀਦਦੇ ਵੀ ਆ। ਇਹ ਕੁੱਲ ਮਤਲਬ ਮੁੱਖ ਤੌਰ ਤੇ ਕੰਜ਼ਿਊਮਰ ਨੇ, ਇਹ ਉਪਭੋਗੀ ਨੇ, ਇਹ ਵੇਚਣ ਵਾਲੇ ਨਹੀਂ ਗੇ। ਜੇ ਇਹਨਾਂ ਦੀ ਜਿਣਸ ਦਾ ਭਾਅ ਵੱਧ ਵੀ ਜਾਊਗਾ, ਉਹਨਾਂ ਹੋਰਾਂ ਦਾ ਵਧੂਗਾ ਨਾ, ਉਹਨਾਂ ਇਹਨਾਂ ਨੂੰ ਉੱਧਰੋਂ ਘਾਟਾ ਪੈ ਜਾਣਾ। ਫਿਰ ਫਾਇਦਾ ਕਿਹਨੂੰ ਹੋਣਾ? ਜੇ ਮੰਨ ਲਓ ਕਿਸੇ ਕੋਲ 1000
ਕਿਸੇ ਕੋਲੇ 5000 ਏਕੜ ਹੈ, ਇੱਕ ਬੰਦੇ ਕੋਲ ਹੈਗਾ 5 ਏਕੜ। ਜਿਵੇਂ ਜੰਗ ਬਹਾਦਰ ਸਿੰਘ ਆ 1991 ਚ 6000 ਏਕੜ ਦੀ ਖੇਤੀ ਕਰਦਾ ਸੀਗਾ। ਮਤਲਬ ਉਦਾਹਰਨ ਲਈ ਮੈਂ ਤੁਹਾਨੂੰ ਸਮਝਾ ਰਿਹਾ ਮੈਥ ਵੀ ਇੱਕ ਕੋਲੇ 5000 ਏਕੜ ਹੈ ਜ਼ਮੀਨ, ਇੱਕ ਕੋਲੇ 5 ਏਕੜ ਹੈ। ਹੁਣ ਜੇ ਜਿਣਸ ਦਾ ਭਾਅ ਵੱਧਦਾ 5000 ਏਕੜ ਵਾਲੇ ਨੂੰ 5 ਏਕੜ ਵਾਲੇ ਤੋਂ 1000 ਗੁਣਾ ਜ਼ਿਆਦਾ ਫਾਇਦਾ ਹੋਊਗਾ, ਹੈ ਨਾ। ਉਹ ਕਰੂਗਾ ਕੀ, ਜਿਹੜਾ ਉਹਨੂੰ ਬੈਠੇ ਬਿਠਾਏ ਨੂੰ ਮਿਲ ਗਿਆ ਪੈਸਾ, ਉਹਨੇ ਛੋਟੇ ਕਿਸਾਨ ਦੀ ਜ਼ਮੀਨ ਖਰੀਦ ਲੈਣੀ, ਕਿਉਂਕਿ ਛੋਟਾ ਕਿਸਾਨ ਕਰਜ਼ਾਈ ਹੁੰਦਾ, ਉਹ ਤਬਾਹੀ ਦੇ ਕੰਢੇ ਖੜਾ ਹੁੰਦਾ। ਇਸ ਲਈ ਜਿਣਸਾਂ ਦੇ ਭਾਵਾਂ ਦੀ ਲੜਾਈ ਲੜਦੀ ਗਰੀਬ ਕਿਸਾਨੀ ਆ, ਧਨੀ ਕਿਸਾਨ ਨਹੀਂ ਹੁੰਦਾ। ਉਹ ਤਾਂ ਇਸੀ ਗੱਡੀ 'ਚ ਬੈਠਦਾ ਜਾ ਕੇ, ਉਹ ਕਾਮਡਨ ਫੰਡ ਹੁੰਦਾ, ਚੰਗਾ ਕਾਮਡਨ ਵਧੀਆ ਲੜਾਈ ਲੜੋ ਕੋਈ ਗੱਲ ਨਹੀਂ, ਫੰਡ ਲੈ ਜਾ ਕਰੋ, ਕਿਉਂਕਿ ਉਹਨੂੰ ਫਾਇਦਾ ਹੁੰਦਾ। ਮੁੜ ਕੇ ਉਹ ਤਾਂ ਕਰਜ਼ਾਈ ਨਹੀਂ ਹੈਗਾ, ਉਹਦੇ ਤਾਂ ਕਰਜ਼ਾ ਉਹ ਸੰਸਥਾਗਤ ਸਰੋਤਾਂ ਤੋਂ ਕਰਜ਼ਾ ਲੈਂਦਾ ਜਿੱਥੇ ਵਿਆਜ ਬਹੁਤ ਘੱਟ ਹੁੰਦਾ, ਠੀਕ। ਉਹਲੇ ਇੱਕ ਵਰਦਾਨ ਹੁੰਦਾ। ਉਹ ਛੋਟੇ ਕਿਸਾਨਾਂ ਗਰੀਬ ਕਿਸਾਨਾਂ ਦੀ ਲੜਾਈ ਨਾਲ ਜਿਹੜਾ ਲੜਾਈ ਲੜੀ ਜਾਂਦੀ ਜਿੱਤੀ ਜਾਂਦੀ ਹੈ ਜਿਣਸਾਂ ਦੇ ਭਾਅ ਵਧਾਉਣ ਦੀ, ਉਹਨਾਂ ਜਿਹੜੇ ਨੂੰ ਵਾਧੂ ਜਿਹੜਾ ਸਰਮਾਇਆ ਮਿਲਦਾ ਉਹਦਾ ਇਸਤੇਮਾਲ ਉਹ ਗਰੀਬ ਕਿਸਾਨਾਂ ਦੀ ਜ਼ਮੀਨ ਖਰੀਦਣ ਲਈ ਕਰਦਾ, ਹੈ ਨਾ। ਇਸ ਲਈ ਇਹਨਾਂ ਦੋਹਾਂ ਦੀ ਆਪਾਂ ਤੁਲਨਾ ਨਹੀਂ ਕਰ ਸਕਦੇ। ਖਾਲਿਸਤਾਨੀਆਂ ਬਾਰੇ ਆਪਾਂ ਗੱਲ ਕਰੀਏ, ਖਾਲਿਸਤਾਨੀਆਂ ਬਾਰੇ ਹੋ ਗਈ ਗੱਲ, ਹੈ ਨਾ। ਉਹ ਇੱਕ ਧਰਮ ਆਧਾਰਿਤ ਰਾਜ ਬਣਾਉਣਾ ਚਾਹੁੰਦੇ ਆ, ਹੈ ਨਾ। ਪੰਜਾਬ ਵਿੱਚ ਬਿਲਕੁਲ ਨਹੀਂ ਸੰਭਵ ਹੈਗਾ, ਕਿਉਂਕਿ ਪੰਜਾਬ ਦੀ ਲਗਭਗ ਅੱਧੀ ਆਬਾਦੀ ਸਿੱਖ ਨਹੀਂ ਗਈ, ਲਗਭਗ ਅੱਧੀ ਆਬਾਦੀ ਉਹ ਸਿੱਖ ਨਹੀਂ ਗਈ। ਜਦੋਂ ਹੀ ਖਾਲਿਸਤਾਨ ਦੀ ਗੱਲ ਉੱਠਦੀ ਆ ਉਹ ਅੱਧੀ ਆਬਾਦੀ ਇਹ ਤੋਂ ਦੂਰ ਹੋ ਜਾਂਦੀ ਹੈ ਤੇ ਇਹਦੇ ਵਿਰੋਧ ਹੋ ਜਾਂਦੀ ਹੈ। ਤੇ ਅਜਿਹੇ ਇੱਕ ਦੇਸ਼, ਅਜਿਹੇ ਖਿੱਤੇ ਵਿੱਚ ਜਿਹੜਾ ਬਹੁਤ ਧਰਮੀ ਹੋਵੇ, ਉੱਥੇ ਇੱਕ ਧਰਮ ਦਾ ਰਾਜ ਬਣਾਉਣਾ ਦੀ ਗੱਲ ਉਹ ਬਹੁਤ ਪਿੱਛਾ ਖਿੱਚੂ ਹੁੰਦੀ ਹੈ, ਉਹ ਪਛਾਖੜੀ ਹੁੰਦੀ ਹੈ। ਉਹ ਅੱਗੇ ਜਾ ਕੇ ਮਤਲਬ ਫਿਰਕੂ ਕਤਲੇਆਮ ਵਿੱਚ ਇਹਦਾ ਨਤੀਜਾ ਨਿਕਲਦਾ। ਇਹਦੇ ਬਾਰੇ ਹੋਰ ਬਹੁਤ ਸਾਰੀ ਗੱਲ ਕੀਤੀ ਜਾ ਸਕਦੀ ਹੈ ਜੇ ਲੋੜ ਹੋਵੇ। ਹੁਣ ਜਿਹੜਾ ਇਹ ਚੱਲ ਰਿਹਾ ਅੰਦੋਲਨ 'ਚ ਵੀ ਵਿਰੋਧ ਦੇ ਤਰੀਕੇ ਹੋਰ ਕੀ ਹੋ ਸਕਦੇ ਨੇ, ਉਹ ਤਾਂ ਫਿਰ ਜਿਵੇਂ ਜਥੇਬੰਦੀਆਂ ਲੜ ਰਹੀਆਂ ਨੇ ਉਹ ਰੋਜ਼ ਸੱਦਾ ਦੇ ਹੀ ਦਿੰਦੀਆਂ ਨਵਾਂ ਉਹ ਤਰੀਕੇ ਸਾਹਮਣੇ ਆਈ ਜਾਂਦੇ ਆ ਵਕਤ ਦੇ ਨਾਲ। ਇੱਕ ਸੀ ਸਰਮਾਏਦਾਰੀ ਹੋਰ ਵੀ ਭਿਆਨਕ ਕਦਮ ਚੁੱਕ ਸਕਦੀ ਹੈ, ਬਿਲਕੁਲ ਚੁੱਕ ਸਕਦੀ ਹੈ ਮਤਲਬ, ਤੇ ਉਹ ਚੁੱਕਣ ਜਾ ਰਹੀ ਹੈ, ਤਿਆਰ ਹੋ ਜਾਓ। ਜਾਣੀ ਬਹੁਤ ਮਾੜਾ ਸਮਾਂ ਆ ਰਿਹਾ, ਆਉਣ ਵਾਲਾ ਸਮਾਂ। ਇਹ ਗੱਲ ਕਿੱਧਰ ਨੂੰ ਤੁਰੂਗੀ, ਮਤਲਬ ਮੈਂ ਇੱਕਦਮ ਭਵਿੱਖਬਾਣੀ ਨਹੀਂ ਕਰਨੀ, ਬਸ ਤੁਹਾਨੂੰ ਇਸ਼ਾਰਾ ਹੀ ਕਰਨਾ ਕਿ ਆਉਣ ਵਾਲੇ ਦਿਨ ਜਿਹੜੇ ਆ ਇਹ ਭਿਅੰਕਰ ਦਿਨ ਆ ਰਹੇ ਨੇ, ਭਿਅੰਕਰ ਜ਼ਬਰ ਦੇ ਦਿਨ ਆ ਰਹੇ ਆ। ਇਹ ਗੱਲ ਬਸ ਇੰਨਾ ਕਾਫੀ ਹੈ। ਦੇਖੋ ਬੀਜੇਪੀ ਨੇ ਜੋ ਕਰਨਾ ਸੀ ਕਰ ਲਿਆ, ਧਾਰਾ 370 ਹਟਾਤੀ, ਮੰਦਿਰ ਬਣਾ ਲਿਆ, ਹੁਣ ਰਹਿ ਕੀ ਗਿਆ, ਰਹਿ ਗਿਆ ਹੁਣ ਜਿਹੜੇ ਲੜਨ ਵਾਲੇ ਲੋਕ ਨੇ, ਲੋਕਾਂ ਨੇ ਲੜਨਾ, ਲੋਕਾਂ ਕੋਲ ਲੜਨ ਬਿਨਾਂ ਕੋਈ ਰਾਹ ਨਹੀਂਗਾ। ਕਿਉਂਕਿ ਜਿੰਨੀ ਦੁਰਗਤ ਹੋ ਗਈ ਨਾ, ਆ ਕਰੋਨਾ ਨੇ ਜਿੰਨੀ ਦੁਰਗਤ ਕਰਤੀ ਲੋਕਾਂ ਦੀ, ਕਰੋਨਾ ਨੇ ਨਹੀਂ ਕੀਤੀ, ਕਰੋਨਾ ਨੂੰ ਬਣਾ ਕੇ ਬਹਾਨਾ ਸਰਕਾਰਾਂ ਨੇ ਕੀਤੀ, ਕਰੋਨਾ ਨੇ ਤਾਂ ਵਿਚਾਰੇ ਨੇ ਕੁਝ ਵੀ ਨਹੀਂ ਕੀਤਾ। ਕਰੋਨਾ ਤਾਂ ਸਾਨੂੰ ਮਜ਼ਬੂਤ ਬਣਾਉਂਦਾ। ਜੇ ਕਰੋਨਾ ਹੋ ਜਵੇ ਤਾਂ ਸਾਡੀ ਹਾਰਡ ਇਮਿਊਨਿਟੀ ਵਿਕਸਿਤ ਹੋ ਜਾਂਦੀ ਹੈ, ਮੁੜ ਕੇ ਨਹੀਂ ਹੁੰਦਾ ਕਰੋਨਾ ਕਰਾਉਣਾ। ਕੋਈ ਵਿਚਾਰਾ ਪਹਿਲਾਂ ਹੀ ਮਤਲਬ ਕੋਈ ਦਿਲ ਦਾ ਮਰੀਜ਼ ਆ ਹੋਰ, ਉਹਨੂੰ ਠੀਕ ਆ, ਉਹਦੀ ਮੌਤ ਹੋ ਜਾਂਦੀ ਹੈ। ਬਾਕੀ ਤਾਂ ਕਰੋਨਾ ਕੁਛ ਨਹੀਂ ਕਹਿੰਦਾ ਕਿਸੇ ਨੂੰ। ਇਸ ਲਈ ਕਰੋਨਾ ਨੂੰ ਬਹਾਨਾ ਬਣਾ ਕੇ ਨਾ ਸਰਕਾਰਾਂ ਨੇ ਜਿੰਨੀ ਦੁਰਗਤ ਕਰਤੀ, ਸਮਾਜ ਦੇ ਹਰ ਵਰਗ ਦੀ ਜਿੰਨੀ ਦੁਰਗਤ ਕਰਤੀ, ਆ ਮੱਧ ਵਰਗ ਵੀ ਸਿਆਪਾ ਕਰਦਾ ਹੈ। ਪੱਕੀਆਂ ਨੌਕਰੀਆਂ ਖਤਮ, ਇਹਨਾਂ ਦੇ ਬੱਚਿਆਂ ਦਾ ਕੋਈ ਭਵਿੱਖ ਨਹੀਂ, ਡਾਕਟਰਾਂ ਦੀ ਹਾਲਤ ਮਜ਼ਦੂਰਾਂ ਵਰਗੀ ਹੋ ਜਾਣੀ ਆ, ਪ੍ਰਾਈਵੇਟ ਹਸਪਤਾਲਾਂ 'ਚ ਰੱਖਣਗੇ 10-10 ਹਜ਼ਾਰ ਤੇ ਕੰਮ ਇੰਨਾ ਠੋਕ ਕੇ ਲੈਂਦੇ, ਉਹਨਾਂ ਦਾ ਫੈਕਟਰੀ ਮਜ਼ਦੂਰ ਤੋਂ ਨਹੀਂ ਲੈਂਦੇ ਜਿੰਨਾ ਪ੍ਰਾਈਵੇਟ ਹਸਪਤਾਲਾਂ ਲੈਂਦੇ ਆ। ਟੀਚਰਾਂ ਦੀ ਹਾਲਤ ਤੁਸੀਂ ਪ੍ਰਾਈਵੇਟ ਸਕੂਲਾਂ ਨਾਲ ਪੁੱਛ ਲਓ ਕੀ ਆ ਗਈ ਟੀਚਰਾਂ ਦੀ ਹਾਲਤ, ਕੁਰਸੀ ਨਹੀਂ ਦਿੰਦੇ ਬੈਠਣ ਨੂੰ, ਕਹਿੰਦੇ ਖੜਾ ਹੋ ਕੇ ਪੜ੍ਹਾ ਸਾਰਾ ਦਿਨ, ਤਨਖਾਹਾਂ ਥੋੜ੍ਹੀਆਂ ਹੀ ਆ, 5-5 7-7 ਹਜ਼ਾਰ ਤੋਂ ਵੱਧ ਨਹੀਂ ਦਿੰਦੇ। ਕੋਈ ਕਿਸੇ ਦੇ ਥੋੜੇ ਬਹੁਤ ਹੁੰਦੇ ਨੇ, ਜੇ ਬਰਤਨ ਖਾਣ ਵਾਲੇ ਵੀ ਹੁੰਦੇ ਹੋਣਗੇ। ਸਭ ਦੀ ਹਾਲਤ ਇੰਨੀ ਮਾੜੀ ਕਰਤੀ। ਦੂਜੀ ਛੋਟਾ ਦੁਕਾਨਦਾਰ ਗਿਆ, ਛੋਟਾ ਗਰੀਬ ਕਿਸਾਨ ਉਜਾੜਤਾ ਹੈ, ਮਜ਼ਦੂਰਾਂ ਨੂੰ, ਕਰੋੜਾਂ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਤਾ। ਹੁਣ ਦੱਸੋ ਜਨਤਾ ਕੀ ਕਰੇ? ਜਨਤਾ ਲੜੂਗੀ, ਜਨਤਾ ਨੇ ਲੜਨਾ ਸ਼ੁਰੂ ਕਰਤਾ, ਜਨਤਾ ਸੰਘਰਸ਼ ਦੇ ਮੈਦਾਨ 'ਚ ਆ ਗਈ। ਹਲੇ ਪੰਜਾਬ 'ਚ ਹੀ ਆਈ ਹੈ ਜ਼ਿਆਦਾ, ਹਰਿਆਣੇ 'ਚ ਵੀ ਕੁਛ ਹੱਦ ਤੱਕ, ਬਾਕੀ ਪੂਰੇ ਦੇਸ਼ 'ਚ ਇੱਕ ਬਰੋਲਾ ਉੱਠਣਾ ਹੁਣ ਜਨਤਾ ਦਾ। ਤੇ ਜਿਵੇਂ ਇਹ ਜਿਹੜਾ ਨਾ ਇੱਕ ਫੈਸਲਾ ਭਾਰਤ ਦੇ ਇਤਿਹਾਸ ਦਾ, ਇਦਾਂ ਦਾ ਸਮਾਂ ਨਹੀਂ ਕਦੇ ਆਇਆ। 47 ਤੋਂ ਪਹਿਲਾਂ ਇਦਾਂ ਦਾ ਸਮਾਂ ਆਇਆ, ਉਹ ਆਪਾਂ ਨੂੰ ਮੈਂ ਕਿਸੇ ਨੇ ਵੀ ਨਹੀਂ ਦੇਖਣਾ। 47 ਤੋਂ ਬਾਅਦ ਇਦਾਂ ਦਾ ਸਮਾਂ ਨਹੀਂ ਆਇਆ ਕਿ ਸਰਮਾਏਦਾਰ ਜਮਾਤ ਨੇ ਲੋਕਾਂ ਦਾ ਇੰਨਾ ਹਾਲਤ ਖਰਾਬ ਕਰਤੀ ਹੋਵੇ ਤੇ ਲੋਕਾਂ 'ਚ ਇੰਨਾ ਭਿਅੰਕਰ ਗੁੱਸਾ ਹੋਵੇ। ਇਹ ਉਦਾਂ ਦੀ ਲਹਿਰ ਬਣਨ ਜਾ ਰਹੀ ਆ ਜੇ 47 ਤੋਂ ਪਹਿਲਾਂ ਸੀਗੇ ਵੀ ਅੰਗਰੇਜ਼ਾਂ ਨੂੰ ਕੱਢੋ ਵਾਲੀ ਲਹਿਰ ਸੀਗੀ, ਉਦਾਂ ਦਾ ਇੱਕ ਦੇਸ਼ ਵਿਆਪੀ ਇੱਕ ਹੈ ਨਾ ਉੱਠਣ ਜਾ ਰਿਹਾ ਬਰੋਲਾ। ਤੇ ਉਹ ਹੁਣ ਸਰਮਾਏਦਾਰ ਜਮਾਤ ਨੇ ਕੀ ਕਰਨਾ, ਉਹ ਇੱਕ ਹੀ ਰਾਹ ਹੈ ਬਈ ਆਰਮੀ ਰੂਲ, ਸਿੱਧਾ ਫੌਜ, ਜਿਵੇਂ ਕਸ਼ਮੀਰ 'ਚ ਫੌਜ ਚੜੀ ਹੋਈ ਹੈ, ਇਵੇਂ ਦੇਸ਼ ਦੇ ਹੋਰਾਂ ਥਾਵਾਂ ਤੇ ਆਊਗਾ। ਇੱਕ ਚੰਗੀ ਗੱਲ ਹੈ, ਲੋਕੀ ਉੱਠਣ ਜਾ ਰਹੇ ਨੇ, ਲੋਕੀ ਉੱਠ ਰਹੇ ਨੇ, ਇਹ ਸਵਾਗਤਯੋਗ ਗੱਲ ਹੁੰਦੀ ਹੈ ਨਾ। ਕਿਉਂਕਿ ਨਹੀਂ ਤਾਂ ਲੋਕੀ ਉਹੀ ਮਰੀ ਜਾਂਦੇ, ਖੁਦਕੁਸ਼ੀਆਂ ਕਰੀ ਜਾਂਦੇ ਸੀਗੇ ਨਾ, ਕੋਈ ਆਪਣੇ ਚਿੱਟਾ ਖਾ ਕੇ ਮਰੀ ਜਾਂਦੇ ਲੋਕ। ਹੁਣ ਇਹ ਚੀਜ਼ਾਂ
ਖਤਮ ਹੋ ਜਾਣਗੀਆਂ। ਦੇਖੋ ਚੱਟਾ ਚੁੱਟੇ ਦੀ ਕੋਈ ਗੱਲ ਨਹੀਂ ਹੁੰਦੀ ਅੱਜ ਕੱਲ੍ਹ। ਕਰੋਨਾ ਪਤਾ ਹੀ ਨਹੀਂ ਕਿੱਧਰ ਚਲਾ ਗਿਆ ਹੈ, ਖਤਮ ਹੋ ਗਿਆ ਕਰੋਨਾ ਇੱਕਦਮ। ਕਿਸਾਨ ਉੱਠੇ, ਲੋਕ ਸੜਕਾਂ ਤੇ ਬਹਿ, ਕਰੋਨਾ ਗਾਇਬ। ਅਮਰਿੰਦਰ ਕਹਿੰਦਾ ਰਮਾਰ ਮੁੱਲ ਬੰਨੀ ਜਾਏ, ਉਹਨੂੰ ਪਤਾ ਬੰਨਣਾ ਕਿਸੇ ਨੇ ਨਹੀਂਗਾ ਹੈ। ਆਪਣੇ ਸਾਰੇ ਪੁੰਦੀਆਂ ਹਟਾ ਲਈਆਂ। ਉਹ ਥੋੜੀ ਜਿਹੀ ਉਹਨੇ ਰੱਖਣੀ ਨਾ ਇੱਜ਼ਤ ਜਿਹੀ। ਉਹਨੂੰ ਕਿਹਾ ਆਪਣੇ ਨੂੰ, ਪੁਲਿਸ ਅਧਿਕਾਰੀ ਨੂੰ, ਬਈ ਜਿਹੜੀਆਂ ਉਹ ਆ ਸਮਾਜਿਕ ਦੂਰੀ ਤੇ ਮੂੰਹ ਤੇ ਰਮਾਲ ਬੰਨਣਾ ਤਾਂ ਇਹ ਰੱਖਣਾ। ਪਤਾ ਉਹਨੂੰ ਵੀ ਆ ਕਿਸੇ ਨੇ ਕੁਝ ਨਹੀਂ ਕਰਨਾ ਹੈ ਨਾ। ਜਿਹੜੇ ਪਿੱਛੇ ਹਟਣ ਵੇਲੇ ਹੁੰਦਾ ਥੋੜੀ ਇੱਜ਼ਤ ਜੀ ਬਚਾ ਕੇ ਪਿੱਛੇ ਹਟੋ। ਇਹ ਸਭ ਚੀਜ਼ਾਂ ਗਾਇਬ ਹੋ ਗਈਆਂ। ਦੇਖੋ ਲੋਕਾਂ ਨੂੰ ਡਰਾਇਆ, ਲੋਕੀ ਡਰ ਜਾਂਦੇ ਹੁੰਦੇ ਆ ਕਿਉਂਕਿ 70 ਦਾ ਪ੍ਰਚਾਰ ਤੰਤਰ ਬਹੁਤ ਵੱਡਾ ਹੁੰਦਾ। ਪਰ ਜਦੋਂ ਲੋਕਾਂ ਨੂੰ ਸਮਝ ਆਇਆ ਨਾ, ਉਹੀ ਡਰਾਇਆ ਹੈ ਵੀ ਆਹ ਗੱਲ ਤਾਂ ਉਹੀ ਕਰ ਗਿਆ, ਤਾਂ ਬਣਾ ਗਿਆ ਤਾਂ ਹੈ। ਜਦੋਂ ਲੋਕਾਂ ਨੂੰ ਸਮਝ ਆ ਜਾਂਦੀ ਫਿਰ ਲੋਕ ਗੱਲ ਪੈਂਦੇ ਹੁੰਦੇ ਆ। ਤੇ ਲੋਕੀ ਹੁਣ ਪੰਜਾਬ ਤੱਕ ਗੱਲ ਪਏ ਹੋਏ ਆ। ਹੁਣ ਇਹਦਾ ਕੀ ਬਣੂ, ਜੋ ਮੈਂ ਸੋਚਦਾ ਇਹਦਾ ਕੀ ਬਣੂ ਕੀ ਨਹੀਂ ਬਣੂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਕਿਉਂਕਿ ਹਰ ਗੱਲ ਦੱਸਣੀ ਨਹੀਂ ਚਾਹੀਦੀ। ਹਰ ਗੱਲ ਬੋਲਣ ਲਈ ਨਹੀਂ ਹੁੰਦੀ ਨਾ। ਕੁਝ ਗੱਲਾਂ ਬੰਦੇ ਨੂੰ ਆਪਣੇ ਮਨ 'ਚ ਵੀ ਰੱਖਣੀਆਂ ਚਾਹੀਦੀਆਂ। ਹੁਣ ਕੋਈ ਮਤਲਬ ਤੁਹਾਡੀ ਭੇਕੋਣੀ ਗਲਤ ਨਿਕਲ ਜਾਵੇ, ਕੁਛ ਹੋਰ ਹੋ ਜਾਵੇ ਨਾ, ਮਤਲਬ ਤਿਆਰੀ ਕਰ ਲਓ। ਸਾਰੇ ਜਿੰਨੇ ਵੀ ਤੁਸੀਂ ਹੈਗੇ ਆ ਤਿਆਰ ਹੋ ਜਾਓ। ਲੋਕੀ ਪਹਿਲਾਂ ਕਾਮੈਂਟ ਕਹਿੰਦੇ ਲੋਕੀ ਤਾਂ ਤੁਸੀਂ ਕਾਮੈਂਟ ਇੰਨੇ ਚੋਦੇ ਲੱਗੇ ਹੋ, ਉੱਠਦਾ ਤਾਂ ਨਹੀਂ। ਲੋਕੀ ਤੁਹਾਡੀ ਗੱਲ ਹੀ ਨਹੀਂ ਸੁਣਦੇ ਹੈ ਨਾ। ਠੀਕ ਹੈ, ਲੋਕੀ ਸੁਣਦੇ ਹੁੰਦੇ ਨਾ। ਲੋਕੀ ਰੋਜ਼ ਥੋੜੀ ਗੱਲ ਸੁਣਦੇ ਹੁੰਦੇ ਆ। ਲੋਕੀ ਬਿਜ਼ੀ ਹੁੰਦੇ ਆ। ਲੋਕਾਂ ਨੇ ਬਹੁਤ ਸਾਰੇ ਕੰਮ ਕਰਨੇ ਹੁੰਦੇ ਆ। ਲੋਕਾਂ ਨੇ ਵਿਆਹ ਕਰਾਉਣਾ ਹੁੰਦਾ, ਲੋਕਾਂ ਨੇ ਜਵਾਕ ਜੰਮਣੇ ਹੁੰਦੇ ਆ, ਲੋਕਾਂ ਨੇ ਖੇਤੀ ਕਰਨੀ ਹੁੰਦੀ ਆ, ਲੋਕਾਂ ਨੇ ਨੌਕਰੀ ਕਰਨੀ ਹੁੰਦੀ ਆ, ਲੋਕਾਂ ਦਾ ਕਰਜ਼ਾ ਹੁੰਦਾ, ਲੋਕਾਂ ਨੇ ਦਿਹਾੜੀ ਕਰਨੀ ਹੁੰਦੀ ਆ, ਆਪਣੀ ਦੁਕਾਨ ਚਲਾਉਣੀ ਹੁੰਦੀ ਆ। ਇੰਨੇ ਕੰਮ ਕਰਨੇ ਹੁੰਦੇ ਲੋਕਾਂ ਨੇ। ਹੁਣ ਕਾਮਰੇਡ ਤਾਂ ਸਾਰਾ ਦਿਨ ਲੱਗੇ ਰਹਿੰਦੇ, ਲੋਕੋ ਜਾਗੋ। ਅਸੀਂ ਵਿਹਲੇ ਹੁੰਦੇ। ਅਸੀਂ ਰੋਜ਼ ਇਹ ਕਹਿਣਾ ਹੁੰਦਾ ਲੋਕੋ ਉੱਠੋ ਹੈ ਨਾ। ਇੱਕ ਦਿਨ ਲੋਕ ਉੱਠ ਖੜਦੇ ਹੁੰਦੇ। ਜਿਵੇਂ ਸਮੁੰਦਰ ਦੀਆਂ ਜਿਵੇਂ ਲਹਿਰਾਂ ਹੁੰਦੀਆਂ ਨਾ, ਉਵੇਂ ਹੁੰਦਾ। ਕਿ ਸਮੁੰਦਰ ਦੇਖਿਆ ਹੋਵੇ, ਆਪਣੇ ਪੰਜਾਬੀ ਬੰਦਾ ਤਾਂ ਸਮੁੰਦਰ ਦੇਖਦਾ ਹੀ ਨਹੀਂ। ਉਹ ਖੰਨੇ ਤੋਂ ਗੋਬਿੰਦਗੜ੍ਹ ਤੋਂ ਖੰਨੇ 'ਚ ਰਹਿ ਜਾਂਦੀ ਜ਼ਿੰਦਗੀ ਉਹਦੀ ਹੈ ਨਾ। ਤੇ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਬਹਿ ਜਾਂਦੀਆਂ, ਲਹਿਰਾਂ ਉੱਠਦੀਆਂ। ਉਹ ਕੀ ਹੈ ਨਾ, 5-7 ਮਿੰਟ 'ਚ ਬਹੁਤ ਸਾਰੀਆਂ ਲਹਿਰਾਂ ਉੱਠਦੀਆਂ, ਬਹੁਤ ਸਾਰੀਆਂ ਬਹਿ ਜਾਂਦੀਆਂ। ਜਨਤਾ ਦਾ ਜਿਹੜਾ ਸਮੁੰਦਰ ਹੁੰਦਾ ਨਾ, ਇਹ ਐ ਨਹੀਂ ਹੁੰਦਾ। ਜਨਤਾ ਦਾ ਸਮੁੰਦਰ ਰੋਜ਼ ਨਹੀਂ ਉੱਠਦਾ, ਰੋਜ਼ ਹੀ ਲਹਿਰ ਪੈਦਾ ਹੋਈ ਰਹੇ ਹੈ। ਜਦੋਂ ਉੱਠਦੀ ਹੈ ਪਰ ਲਹਿਰ, ਉਦੋਂ ਫਿਰ ਤਾਰੇ ਦਿਖਾ ਦਿੰਦੀ ਹੈ ਇੱਕ ਵਾਰ ਹਾਕਮਾਂ ਨੂੰ, ਤੇ ਫਿਰ ਬੈਠ ਜਾਂਦੀ ਹੈ। ਇਹ ਵੀ ਆ ਮਤਲਬ ਕਈ ਵਾਰ ਬਿਨਾਂ ਹਾਸਲ ਕੀਤੇ ਬੈਠ ਜਾਂਦੀ ਆ ਹੈ ਨਾ। ਨਹੀਂ ਆਪਾਂ ਜਿਵੇਂ ਆਪਣੀ ਤਾਕਤ ਤੋਂ ਨਹੀਂ ਹਾਸਲ ਕਰ ਸਕੇ, ਪਰ ਫਿਰ ਅਗਲੀ ਲਹਿਰ ਦੀ ਤਿਆਰੀ ਹੈ। ਜਿਹੜਾ ਵਿਗਿਆਨਕ ਹੁੰਦਾ, ਜਿਹੜਾ ਸਾਇੰਸ ਜਿਹੜਾ ਜਾਣਦਾ, ਉਹਨੂੰ ਪਤਾ ਹੁਣ ਇਹ ਲਹਿਰ ਬੈਠ ਗਈ, ਹੁਣ ਅਗਲੀ ਲਹਿਰ ਆਊਗੀ। ਫਿਰ ਆਪਣਾ ਕੰਮ ਕਿ ਉਹੀ ਝੋਲਾ ਚੱਕ ਕੇ ਲੋਕਾਂ ਦੇ ਰੋਜ਼ ਪਰਚਾ ਵੰਡਦੇ ਹੋਏ ਲੋਕੋ ਜਾਗੋ। ਜਿਵੇਂ ਕਮਿਊਨਿਸਟਾਂ ਦਾ ਰੋਲ ਹੁੰਦਾ, ਜੇ ਮਾਂ ਆਪਣੇ ਬੱਚੇ ਨੂੰ ਰੋਜ਼ ਕਹਿ ਕੇ ਨਹੀਂ ਚਾ ਪੁੱਤ ਸਕੂਲ ਜਾਣਾ, ਬੱਚਾ ਉਹ ਕਰਕੇ ਸੌਂ ਜਾਂਦਾ। ਉਹ ਫਿਰ ਪੁੱਤ ਸਕੂਲ ਦਾ ਟਾਈਮ ਹੋ ਗਿਆ। ਕਦੇ ਕੰਨ ਤੇ ਜੜ ਵੀ ਦਿੰਦੀ ਆ, ਉਹ ਗੁੱਸਾ ਆ ਜਾਂਦਾ ਕਦੇ ਬੇਬੇ ਨੂੰ। ਪਰ ਉਹਦੇ ਥੱਕਦੀ ਨਹੀਂ, ਬੋਰ ਨਹੀਂ ਹੁੰਦੀ ਕਿਤੇ ਨਾ, ਰੋਜ਼ ਹੀ ਇਹੀ ਕੰਮ ਕਰਦੀ ਆ। ਇਵੇਂ ਕਮਿਊਨਿਸਟ ਵੀ ਕਿਤੇ ਬੋਰ ਥੋੜੀ ਹੁੰਦੇ ਲੋਕਾਂ ਤੋਂ। ਉਹ ਲੋਕਾਂ ਨੂੰ ਰੋਜ਼ ਹੀ ਕਹਿੰਦੇ ਨੇ ਲੋਕੋ ਉੱਠੋ, ਸਾਡਾ ਅੱਖ ਖੋਲੇ, ਲੋਕੋ ਆ ਹੋ ਗਿਆ। ਆਪਾਂ ਲੋਕਾਂ ਨੂੰ ਡਰਾਉਂਦੇ ਰਹਿੰਦੇ ਆ, ਲੋਕਾਂ ਨੂੰ ਜੀਣ ਨਹੀਂ ਦਿੰਦੇ। ਇਹ ਥੋੜੀ ਮਜ਼ਾਕ 'ਚ ਗੱਲਾਂ ਕਰ ਰਹੇ ਆ। ਇੱਕ ਮਜ਼ਦੂਰ ਸੀਗਾ, ਕਹਿੰਦਾ ਕਾਮਰੇਡ ਊਂ ਤਾਂ ਅਸੀਂ ਠੀਕ ਰਹਿੰਦੇ ਆ, ਦਿਹਾੜੀ ਦੂੜੀ ਕਰਕੇ, ਕਹਿੰਦਾ ਕਿਤੇ ਪੈਗ ਪੁੱਗ ਲਾ ਲਿਆ, ਮਛਲੀ ਨੀ ਲੱਗਦੀ ਵਧੀਆ, ਉਹ ਵਜਾਉਂਦੇ ਢੋਲਕ ਸਰੰਗੀ ਜਿਹੀ ਜਦੋਂ ਗਾਈਦਾ। ਤੂੰ ਆ ਜਾਂਦਾ, ਕਹਿੰਦਾ ਸਾਡੀ ਚਿੰਤਾ ਵੱਧ ਜਾਂਦੀ ਆ। ਬਈ ਤੂੰ ਆ ਕੇ ਦੱਸਦਾ ਤੁਸੀਂ ਬਹੁਤ ਦੁਖੀ ਹੋ, ਉਹ ਸਾਨੂੰ ਕਹਿੰਦੇ ਦੁੱਖ ਮਹਿਸੂਸ ਕਦੇ ਨਹੀਂ ਹੁੰਦਾ ਹੈ ਤੇਰੇ। ਮਤਲਬ ਕਹਿਣ ਦਾ ਮਤਲਬ ਕਮਿਊਨਿਸਟਾਂ ਦਾ ਕੰਮ ਇਹ ਆ, ਇਨਕਲਾਬੀਆਂ ਦਾ ਕੰਮ ਇਹ ਹੁੰਦਾ, ਲੋਕਾਂ ਨੂੰ ਜਗਾਉਂਦੇ ਰਹਿਣਾ। ਜੇ ਵਿਗਿਆਨ 'ਚ ਭਰੋਸਾ ਹੋਵੇ ਤੇ ਲੋਕੀ ਜਾਗ ਜਾਂਦੇ। ਹੁਣ ਦੇਖੋ ਤੁਸੀਂ ਕਿੰਨੇ ਖੁਸ਼ਕਿਸਮਤ ਹੋ ਸਾਰੇ ਜਾਣੇ, ਜਿਹੜੇ ਕੱਲ ਆਏ 2 ਸਾਲ ਹੋਏ ਇੱਧਰ ਆਏ ਨੂੰ, ਇਹਨਾਂ ਲੋਕਾਂ ਦੀ ਲਹਿਰ ਦੇਖ ਲਈ। ਮੈਂ 1990 'ਚ ਆਇਆ ਹੋਇਆ, ਮੈਂ ਪਹਿਲੀ ਲਹਿਰ ਦੇਖੀ ਹੈ। 30 ਸਾਲ ਤਾਂ ਬਸ ਉਹੀ ਤੁਰੇ ਫਿਰੇ, ਅੱਧੀ ਕੁ ਨਿਰਾਸ਼ਾ ਅੱਧੀ ਕੁ ਆਸ਼ਾ। ਕਿਉਂ ਕਾਮੜ ਕਿਵੇਂ ਲੱਗਦਾ ਪਤਾ ਨਹੀਂ ਕੁਛ ਹੋਊ ਕਿ ਨਹੀਂ ਹੋਊ ਹੈ। ਐਂ ਲੱਗਦਾ ਸੀ ਨਾ, ਲੋਕਾਂ ਚ ਆਉਂਦੀ ਸੀ। ਐਂ ਲੋਕੀ ਉੱਠਦੇ ਹੁੰਦੇ ਆ ਨਾ, ਇਹ ਸਮੁੰਦਰ ਹੈ ਜਨਤਾ ਦਾ। ਤੇ ਹੁਣ ਉੱਠ ਖੜਿਆ, ਤੇ ਇਹ ਪੂਰੇ ਭਾਰਤ ਵਿੱਚ ਉੱਠਣਾ। ਇਹ ਇਲਾਵਾ ਜਿਹੜੇ ਅਸੀਂ ਹੁੰਦੇ ਨਾ ਮਾਰਕਸਵਾਦੀ, ਸਾਡੀਆਂ ਭਵਿੱਖਬਾਣੀਆਂ ਕਦੇ ਗਲਤ ਨਹੀਂ ਹੁੰਦੀਆਂ। ਕਿਉਂ? ਕਿਉਂਕਿ ਅਸੀਂ ਮਾਰਕਸਵਾਦੀ ਹਾਂ ਹੈ ਨਾ। ਹੁਣ ਮੈਂ ਦੇਖੋ, ਤੁਸੀਂ ਪਿਛੇ ਸਟੱਡੀ ਸਰਕਲ 'ਚ ਆਏ ਸੀਗੇ, ਜਿਹੜੇ ਆਏ ਹੋਣਗੇ ਰਾਏਕੋਟ, ਉੱਥੇ ਮੈਂ ਕੀ ਗੱਲ ਕਹੀ ਸੀ, ਇਹੀ ਕਹੀ ਸੀ ਨਾ ਵੀ ਇੱਕ ਬਹੁਤ ਵੱਡਾ ਲਾਵਾ ਉੱਠਣ ਜਾ ਰਿਹਾ। ਉੱਠ ਗਿਆ ਕਿ ਨਹੀਂ ਉੱਠ ਗਿਆ? ਉੱਠ ਗਿਆ ਨਾ। ਇੱਕ ਵਾਰ ਚਲੋ ਆਪਾਂ ਇਹ ਫੁਕਰੀਆਂ ਨਹੀਂ ਮੰਨੇ, 2014 'ਚ ਵੀ ਆਪਾਂ ਇਹ ਮੁਲਾਂਕਣ ਕੀਤਾ ਸੀਗਾ ਕਿ ਮੋਦੀ ਦੀ ਸਰਕਾਰ ਆ ਗਈ, ਪਹਿਲਾਂ ਨਾਲੋਂ ਇੱਕ ਗੁਣਾਤਮਕ ਭਿੰਨ ਆ ਹਿੰਦੁਸਤਾਨ। ਹੁਣ ਜਨਤਾ ਦੀ ਇੱਕ ਲਹਿਰ ਉੱਠੂਗੀ ਦੇਸ਼, ਆਪਾਂ ਦੇਸ਼ ਵਿਆਪੀ ਇੱਕ ਨਾ ਅਪਸਰਜ ਆਊਗੀ ਲੋਕਾਂ ਦੀ। ਇਹ 19 'ਚ ਆ ਗਈ CA ਵਾਲੀ, ਆ ਦੂਜੀ ਆ ਗਈ, ਤੀਜੀ ਹੁਣ ਆਉਣ ਵਾਲੀ ਆ, ਚੌਥੀ ਪੰਜਵੀਂ ਲ ਹੋ ਜਾਣੀ। ਹੁਣ ਸੱਚੀ ਹੁਣ ਵਧੀਆ ਸਮਾਂ ਆ ਗਿਆ ਹੈ। ਪੇਤਰਲ ਪੰਛੀ ਗੋਰਕੀ ਦੀ ਕਹਾਣੀ, ਚਲੋ ਇੱਦਾਂ ਦੀਆਂ ਗੱਲਾਂ ਥੋੜ੍ਹੀਆਂ ਕਰ ਲੈਂਦੇ, ਸਵਾਲ ਤਾਂ ਕਰਦੇ ਨਹੀਂ। ਗੋਰਕੀ ਦੇ ਕਵਿਤਾ ਹੈ ਇੱਕ, ਪੇਤਰਲ ਪੰਛੀ ਦਾ ਗੀਤ, ਇਹੀ ਹੈ ਦੱਸੀ ਯਾਰ, ਇਹੀ ਹੈ
ਪੇਤਰ ਪੰਛੀ ਦਾ ਗੀਤ ਹੀ ਹੈ ਨਾ, ਕਿਤੇ ਹੋਰ ਨਾ ਹੋ ਜਾਵੇ। ਉਹ 'ਚ ਉਹ ਕਹਿੰਦਾ ਵੀ ਜਦੋਂ ਤੂਫਾਨ ਆਉਂਦੇ ਆ ਨਾ, ਜਿਹੜੇ ਕੀੜੇ ਮਕੌੜੇ ਹੁੰਦੇ ਖੁੱਡਾਂ 'ਚ ਵੜ ਜਾਂਦੇ ਆ ਡਰਦੇ, ਤੇ ਇੱਕ ਪੰਛੀ ਹੁੰਦਾ ਸਮੁੰਦਰ ਦੇ ਕਿਨਾਰੇ ਰਹਿੰਦਾ, ਤੇ ਉਹ ਪੇਤਰਲ ਹੁੰਦਾ, ਉਹਨੂੰ ਤੂਫਾਨਾਂ ਵਿੱਚ ਉਡਾਰੀਆਂ ਮਾਰਨ ਦਾ ਮਜ਼ਾ ਆਉਂਦਾ ਹੁੰਦਾ। ਹੈਂ। ਇਹ ਹੁਣ ਤੂਫਾਨ ਆ ਗਿਆ, ਹੁਣ ਦਿਲ ਗੁਰਦੇ ਦਾ ਨਾ ਇਹ ਪਰਖ ਹੋਣੀ ਹੈ ਲੋਕਾਂ ਦੀ, ਵੀ ਹੁਣ ਉਹ ਜ਼ਮਾਨਾ ਆ ਗਿਆ, ਯਾਨੀ ਪੇਤਰਲ ਪੰਛੀਆਂ ਦਾ ਉਹ ਜ਼ਮਾਨਾ ਆ ਗਿਆ। ਹੈਂ। ਸੱਚੀਓ ਆ ਗਿਆ, ਪੰਜਾਬ ਨੇ ਤਾਂ ਦਿਖਾਤਾ ਕਿ ਆ ਗਿਆ, ਬਾਕੀ ਨੇ ਦਿਖਾਣਾ। ਇਹ ਹੁਣ ਰੁਕਣਾ ਨਹੀਂ ਸਿਲਸਿਲਾ, ਨਾ ਤਾਂ ਬੀਜੇਪੀ ਪਿੱਛੇ ਹਟੇ, ਨਾ ਤਾਂ ਆਰਐਸਐਸ ਪਿੱਛੇ ਹਟੇ। ਦੇਖੋ ਆਰਐਸਐਸ ਨੂੰ ਲੱਗਿਆ 100 ਸਾਲ ਹੋ ਗਏ ਹਿੰਦੂ ਰਾਜ ਬਣਿਆ ਨਹੀਂ, ਹੁਣ ਨਾ ਬਣਿਆ ਫਿਰ ਕਦੋਂ ਬਣੂ, ਇਹੀ ਮੌਕਾ ਉਹਨਾਂ ਕੋਲੇ। ਅਗਲੀ ਗੱਲ, ਭਾਰਤ ਦੀ ਸਰਮਾਏਦਾਰ ਜਮਾਤ ਦਾ ਭਰੋਸਾ ਬੀਜੇਪੀ 'ਚ ਜਾਂ ਹੋਰ ਨਹੀਂ ਕਿਸੇ 'ਚ ਹੈ। ਨੰਬਰ 3, ਜਿਹੜਾ ਬੁਰਜੂਆ ਜਮਹੂਰੀਅਤ ਦਾ ਚੌਕਟ ਹੈ ਨਾ, ਉਹਦੇ 'ਚ ਬੀਜੇਪੀ ਨੂੰ ਕੋਈ ਚੁਣੌਤੀ ਨਹੀਂ ਗਈ, ਕੋਈ ਪਾਰਟੀ ਨਹੀਂ ਹੈਗੀ ਇਹਦੇ ਬਰਾਬਰ ਦੀ ਕਿ ਚੋਣਾਂ ਜਿੱਤ ਸਕੇ। ਅਗਲੀ ਗੱਲ, ਚੋਣਾਂ ਉਹੀ ਜਿੱਤਦੀ ਹੁੰਦੀ ਹੈ ਜਿਹਨਾਂ ਲਈ ਥੱਲੇ ਖੋਲ ਦਿੰਦੇ ਪੈਸੇ ਦੇ, ਉਹ ਨਹੀਂ ਪਾਰਟੀ ਜਿੱਤਦੀ। ਬੀਜੇਪੀ ਨੂੰ ਪਤਾ ਵੀ ਜੋ ਮਰਜ਼ੀ ਕਰੀ ਜਾਓ, ਆਣਾ ਤਾਂ ਅਸੀਂ ਹੈ। ਦੇਖੋ 2014 ਚ ਆਈ, ਗੰਦ ਪਾਇਆ ਇਹਨਾਂ ਨੇ, ਲੋਕਾਂ 'ਚ ਗੁੱਸਾ ਸੀਗਾ। 2019 ਦੀਆਂ ਚੋਣਾਂ 'ਚ ਬਹੁਤ ਵੱਡੇ ਰਾਜਨੀਤਿਕ ਵਿਸ਼ਲੇਸ਼ਕਾਂ ਨੇ ਕਿਹਾ ਕਿ ਬੀਜੇਪੀ ਨਹੀਂ ਆਦੀ, ਬੀਜੇਪੀ ਨਹੀਂ ਆ ਸਕਦੀ, ਹੁਣ ਆ ਗਈ। ਸਾਰੇ ਹੈਰਾਨ, ਸਾਰਿਆਂ ਦੇ ਮੁਲਾਂਕਣ ਜਿਹੜੇ ਧਰੇ ਧਰਾਏ ਰਹਿ ਗਏ। 24 ਚ ਵੀ ਮੈਨੂੰ ਲੱਗਦਾ ਨਹੀਂ, ਜੇ ਚੋਣਾਂ ਹੋਈਆਂ ਵਾਕਈ ਭਰੋਸਾ ਕੋਈ ਨਹੀਂ ਗਾ ਹੁਣ। ਤੇ ਜੇ ਆਈਆਂ ਫਿਰ ਆ ਸਕਦੀ ਹੈ ਬੀਜੇਪੀ, ਆ ਸਕਦੀ ਹੈ, ਕਿਉਂਕਿ ਭਾਰਤ ਦੀ ਵੱਡੀ ਸਰਮਾਏਦਾਰੀ, ਫਿਰ ਉਹੀ ਸਾਮਰਾਜੀ, ਵੱਡੀਆਂ ਕੰਪਨੀਆਂ, ਉਹਨਾਂ ਦਾ ਭਰੋਸਾ ਬੀਜੇਪੀ 'ਚ ਹੀ ਹੈ, ਹੋਰ ਕਿਸੇ ਪਾਰਟੀ 'ਚ ਹੈ ਨਹੀਂਗਾ। ਇਸ ਲਈ ਨਾ ਤਾਂ ਇਹ ਆਰਐਸਐਸ ਬੀਜੇਪੀ ਪਿੱਛੇ ਹਟੇ, ਨਾ ਹੁਣ ਲੋਕ ਪਿੱਛੇ ਹਟਣ। ਹੁਣ ਸਿੰਘ ਫਸ ਗਏ। ਲੋਕ ਜਦੋਂ ਜਾਗ ਜਾਂਦੇ ਹੁੰਦੇ ਨਾ, ਉਹਨਾਂ ਨੂੰ ਇੰਨਾ ਸੌਖਾ ਨਹੀਂ ਹੁੰਦਾ ਕਿ ਉਹੀ ਬੈਠ ਜਾਣ, ਕੁਝ ਮਿਲਿਆ ਹੈ ਨਹੀਂ, ਉਹੀ ਬੈਠ ਗਏ। ਇੰਨਾ ਜੇ ਪੰਜਾਬ ਦੇ ਵਿੱਚ ਜਿਹੜੀ ਮੂਵਮੈਂਟ ਉੱਠੀ ਹੈ, ਇਹ ਉਹੀ ਸ਼ਾਂਤ ਹੋ ਜਾਊਗੀ, ਇਹਦੀ ਸੰਭਾਵਨਾ ਬਹੁਤ ਘੱਟ ਹੈ। ਬਾਕੀ ਤੁਸੀਂ ਹੋਰ ਸਵਾਲ ਕਰੋਗੇ ਤਾਂ ਹੋਰ ਗੱਲ ਕਰ ਲਾਂਗੇ, ਨਹੀਂ ਤਾਂ ਫਿਰ